ਵਾਹਿਗੁਰੂ ਸਾਹਿਬ ਜੀਓ। ਸ਼੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਗਬੰਦ, ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ। ਹਰੀ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ। ਜਿਸਮਹਿ ਹੈ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋਂ ਕਰ ਅਨੁਰਾਗ। ਸ਼੍ਰੀ ਗੁਰ ਸ਼ਬਦ ਕਮਾਏ ਜਿਨ, ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ, ਤਿਨ ਸੰਤਨ ਕੋ ਬੰਦਨਾ। ਸਿਰ ਚਰਨਨ ਪਰ ਧਾਰ। ਏਕ ਓਂਕਾਰ ਸਤਿਗੁਰੂ, ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਵਿਨਾਸ਼ਨ ਸੋਏ। ਏਕ ਓਂਕਾਰ ਸਤਿਗੁਰੂ, ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਵਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ। ਭਇਓ ਗ੍ਰੰਥ ਸਾਹਿਬ ਰੁਚਰ, ਭੋਗ ਪਾਏ ਬੇਹੇਤ। ਅਨੇਕ ਭਾਂਤ ਉਤਸਾਹ ਕੀ, ਤਿਆਰੀ ਕਰੀ ਸੁਚੇਤ। ਭਇਓ ਗ੍ਰੰਥ ਸਾਹਿਬ ਰੁਚਰ, ਭੋਗ ਪਾਏ ਬੇਹੇਤ। ਪਰਮ ਸਨਮਾਨਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ, ਆਪ ਸੰਗਤ ਬੜੇ ਪ੍ਰੇਮ ਦੇ ਨਾਲ ਦਸਾਂ ਪਾਤਸ਼ਾਹੀਆਂ ਦੇ ਪ੍ਰਤੱਖ ਸਰੂਪ, ਹਮੇਸ਼ਾ ਰਹਿਣ ਵਾਲੇ, ਆਦਿ ਸੱਚ ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ, ਐਸੇ ਵਾਹਿਗੁਰੂ ਦਾ ਸਰਗੁਣ ਸਰੂਪ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ, ਜਿਨ੍ਹਾਂ ਨੂੰ ਅਸੀਂ ਬੜੇ ਪ੍ਰੇਮ ਦੇ ਨਾਲ ਕਲਯੁਗ ਕੇ ਬੋਹਿਤ ਕਹਿੰਦੇ ਹਾਂ। ਐਸੇ ਸਤਿਗੁਰੂ ਜੀ ਦਾ ਪਾਵਨ ਪਵਿੱਤਰ ਪਹਿਲਾ ਪ੍ਰਕਾਸ਼ ਪੁਰਬ ਆਪ ਸੰਗਤ ਬੜੇ ਪ੍ਰੇਮ ਦੇ ਨਾਲ ਮਨਾ ਰਹੇ ਹੋ, ਜਿਸ ਵਿੱਚ ਗੁਰੂ ਘਰ ਦੀ ਬਖਸ਼ਿਸ਼ ਦੇ ਪਾਤਰ, ਗੁਰੂ ਘਰ ਦੇ ਸੇਵਾਦਾਰਾਂ ਵੱਲੋਂ ਬੜਾ ਸੁੰਦਰ ਪ੍ਰਸੰਗ, ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇਕੱਠੀ ਕਰਨੀ, ਬਾਣੀ ਦਾ ਸੰਗ੍ਰਹਿ ਕਰਨਾ ਅਤੇ ਗੁਰਬਾਣੀ ਦਾ ਪ੍ਰਕਾਸ਼ ਕਰਨ ਦੇ ਪ੍ਰਸੰਗ ਜਿਹੜੇ ਹਨ, ਉਹ ਸਤਿਕਾਰਯੋਗ ਦਮਦਮੀ ਟਕਸਾਲ ਦੇ ਮਹਾਨ ਵਿਦਵਾਨ ਭਾਈ ਸਾਹਿਬ ਸਿੰਘ ਜੀ ਨੇ ਆਰੰਭ ਕੀਤੇ ਸਨ। ਸੋ ਆਓ ਹੁਣ, ਜਿਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਲਦ ਵੱਜਦੀ ਹੈ, ਬੀੜ ਸਾਹਿਬ ਤਿਆਰ ਹੁੰਦੀ ਹੈ, ਇੱਥੋਂ ਪ੍ਰਸੰਗ ਜਿਹੜਾ ਹੈ ਉਹ ਆਰੰਭ ਹੁੰਦਾ ਹੈ। ਕੋਈ ਦੋ ਪ੍ਰਸੰਗ ਨੇ, ਸਮਾਂ ਬੜਾ ਸੀਮਤ ਹੈ 1 ਘੰਟੇ ਦਾ। ਆਪਾਂ ਕੋਸ਼ਿਸ਼ ਕਰਨੀ ਹੈ ਕਿ ਜ਼ਰੂਰ ਪੂਰੇ ਹੋਣ। ਸੋ ਆਪ ਸਾਰੀਆਂ ਸੰਗਤਾਂ ਕਿਰਪਾ ਕਰੋ, ਸਤਿਗੁਰੂ ਜੀ ਦੇ ਚਰਨਾਂ ਵਿੱਚ ਹਾਜ਼ਰੀ ਲਵਾਈਏ, ਗੱਜ ਕੇ ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਬੜੇ ਪ੍ਰੇਮ ਦੇ ਨਾਲ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ, ਬ੍ਰਹਮ ਗਿਆਨੀ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਔਰ ਗੁਰੂ ਗ੍ਰੰਥ ਸਾਹਿਬ ਦੀ ਮਹਾਨਤਾ ਸੰਗਤ ਨੂੰ ਸ਼ਰਵਣ ਕਰਾਉਂਦੇ ਹਨ।
ਆਓ ਬੜੇ ਪ੍ਰੇਮ ਦੇ ਨਾਲ ਸ਼ਰਵਣ ਕਰੀਏ। ਵਾਹਿਗੁਰੂ ਸਾਹਿਬ ਜੀਓ ਦੋਹਰਾ, ਭਇਓ ਗ੍ਰੰਥ ਸਾਹਿਬ ਰੁਚਰ ਭੋਗ ਪਾਏ ਬੇਹੇਤ। ਸੁੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਬਣ ਗਏ ਨੇ, ਹੁਣ ਸਮਾਪਤੀ ਦੀ ਭੋਗ ਪਾਉਣ ਦੀ ਤਿਆਰੀ ਹੈ। ਅਨੇਕ ਭਾਂਤ ਉਤਸ਼ਾਹ ਕੀ ਤਿਆਰੀ ਕਰੀ ਸੁਚੇਤ। ਸਾਵਧਾਨ ਹੋ ਕੇ ਅਨੇਕਾਂ ਤਰ੍ਹਾਂ ਦੇ ਉਤਸ਼ਾਹ ਕਰਨ ਦੀ, ਖੁਸ਼ੀਆਂ ਮਨਾਉਣ ਦੀ ਸਤਿਗੁਰੂ ਜੀ ਨੇ ਤਿਆਰੀ ਕੀਤੀ ਹੈ। ਤੋਟਕ ਛੰਦ ਬਹੁ ਕੀਨ ਤਿਹਾਵਲ ਮੇਲ ਭਇਓ। ਬਹੁਤਾ ਕੜਾਹ ਪ੍ਰਸ਼ਾਦ ਸਤਿਗੁਰੂ ਜੀ ਨੇ ਬਣਾਉਣਾ ਸੰਗਤ ਵਾਸਤੇ ਹੁਕਮ ਕੀਤਾ ਹੈ। ਸਭ ਸੰਗਤ ਸ਼ਰਾਉਣ ਸੁਨਾਏ ਦਿਓ। ਸਾਰੀ ਸੰਗਤ ਨੂੰ ਇਹ ਗੱਲ ਸੁਣਾ ਦਿੱਤੀ ਗਈ। ਅਬ ਗ੍ਰੰਥ ਸੰਪੂਰਨ ਹੋਏ ਗਇਓ। ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਸੰਪੂਰਨ ਹੋ ਗਏ ਹਨ। ਦਰਸੇ ਸਭ ਆਣ ਉਸ਼ਾਹ ਕਇਓ। ਇਸ ਕਰਕੇ ਭਾਈ ਸਭ ਸੰਗਤਾਂ ਆਣ ਕੇ ਦਰਸ਼ਨ ਕਰੋ। ਮਹਾਰਾਜ ਦੇ ਦਰਸ਼ਨਾਂ ਦਾ ਬੜਾ ਭਾਰੀ ਫਲ ਹੈ। ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ। ਇਹ ਬੇਨੰਤੀ ਸੁਣ ਪ੍ਰਭ ਮੇਰੇ, ਦੇਹ ਨਾਮ ਕਰ ਆਪਣੇ ਚੇਰੇ। ਸੋ ਐਸਾ ਜਿਹੜਾ ਦਰਸ਼ਨ ਹੈ, ਇਹ ਸਾਰੀਆਂ ਸੰਗਤਾਂ ਆਣ ਕੇ ਉਤਸ਼ਾਹ ਦੇ ਨਾਲ ਮਹਾਰਾਜ ਦੇ ਦਰਸ਼ਨ ਕਰੋ। ਨਰ ਨਾਰ ਆਨੰਦ ਬਿਲੰਦ ਕਰੇ। ਇਸਤਰੀਆਂ ਪੁਰਸ਼ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਬਹੁਤੀਆਂ ਖੁਸ਼ੀਆਂ ਮਨਾਉਂਦੇ ਹਨ। ਸਰ ਰਾਮ ਜਹਾਂ ਤਹਿ ਆਣ ਥਿਰੇ। ਸ੍ਰੀ ਅੰਮ੍ਰਿਤਸਰ ਸਾਹਿਬ ਜਿੱਥੇ ਰਾਮਸਰ ਸਰੋਵਰ ਹੈ, ਸ੍ਰੀ ਵਿਵੇਕਸਰ, ਸ੍ਰੀ ਸੰਤੋਖਸਰ, ਸ੍ਰੀ ਅੰਮ੍ਰਿਤਸਰ, ਕੌਲਸਰ, ਰਾਮਸਰ, ਇਹ ਜਿਹੜੇ ਪਾਵਨ ਪਵਿੱਤਰ ਸਰੋਵਰ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ। ਨਿਤ ਪ੍ਰਤ ਨਾਵਣ ਰਾਮਸਰ ਕੀਜੈ। ਬੜਾ ਵੱਡਾ ਮਹਾਤਮ ਹੈ ਰਾਮਸਰ ਸਰੋਵਰ ਦਾ। ਜਿਹੜਾ ਵੀ ਗੁਰੂ ਕਾ ਸਿੱਖ ਹਰ ਰੋਜ਼ ਇਸ਼ਨਾਨ ਕਰਦਾ ਹੈ, ਉਹਨੂੰ ਬੜੀ ਵੱਡੀ ਬਖਸ਼ਿਸ਼ ਜਿਹੜੀ ਹੈ ਉਹ ਪ੍ਰਾਪਤ ਹੁੰਦੀ ਹੈ। ਤਾਂ ਗੁਰਬਾਣੀ ਦੇ ਵਿੱਚ ਵੀ ਇਹਦਾ ਜ਼ਿਕਰ ਮਹਾਰਾਜ ਨੇ ਕੀਤਾ ਹੈ ਵੀ ਨਿਤ ਪ੍ਰਤ ਨਾਵਣ ਰਾਮਸਰ ਕੀਜੈ। ਇੱਕ ਹੋਰ ਸਰੋਵਰ ਦਾ ਜ਼ਿਕਰ ਜ਼ਿਆਦਾ ਜੋ ਪ੍ਰਮੁੱਖ ਹੈ, ਜਿਹਨੂੰ ਆਪਾਂ ਅੰਮ੍ਰਿਤਸਰ ਸਾਹਿਬ ਕਹਿੰਦੇ, ਗੁਰਬਾਣੀ ਵਿੱਚ ਜਾਂ ਫਿਰ ਉਹਨਾਂ ਦਾ ਜ਼ਿਕਰ ਆਉਂਦਾ ਹੈ, ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਪਾਪ ਕਮਾਤੇ। ਇਹਨਾਂ ਦੋਵਾਂ ਸਰੋਵਰਾਂ ਦਾ ਜ਼ਿਕਰ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਕੀਤਾ ਹੈ। ਤਾਂ ਜਿੱਥੇ ਰਾਮਸਰ ਸਰੋਵਰ ਹੈ, ਜਿਸ ਜਗ੍ਹਾ ਤੇ ਬਾਣੀ ਮਹਾਰਾਜ ਨੇ ਲਿਖਵਾਈ ਭਾਈ ਗੁਰਦਾਸ ਸਾਹਿਬ ਪਾਸੋਂ, ਲਗ ਦੁੰਦਬ ਬਾਜ ਨਫੀਰਨ ਸੋ, ਉੱਥੇ ਛੋਟੇ ਨਗਾਰੇ ਵੱਜਦੇ ਪਏ ਹਨ, ਨਫੀਰੀਆਂ ਵੱਜਦੀਆਂ ਪਈਆਂ ਹਨ। ਵੱਡ ਹੋਤ ਕੋਲਾਹਲ ਭੀਰਨ ਸੋ, ਬੜੀ ਭੀੜ ਸੰਗਤ ਦੀ ਹੋ ਗਈ। ਕੋਲਾਹਲ ਬਹੁਤਾ ਇਕੱਠ ਹੋਣ ਕਰਕੇ ਉੱਥੇ ਨਾਮ ਬਾਣੀ ਦੀ ਆਵਾਜ਼ ਜਿਹੜੀ ਹੈ ਉਹ ਆਉਂਦੀ ਹੈ। ਉਤਸ਼ਾਹਤ ਸੰਗਤ ਆਵਤ ਹੈ। ਬੜੇ ਉਤਸ਼ਾਹ ਦੇ ਨਾਲ ਸੰਗਤਾਂ ਦਰਸ਼ਨ ਕਰਨ ਵਾਸਤੇ ਆਉਂਦੀਆਂ ਹਨ। ਬਹੁ ਭਾਂਤ ਪ੍ਰਸਾਦਨ ਲਿਆਵਤ ਹੈ। ਬਹੁਤ ਭਾਂਤੀ ਦਾ ਪ੍ਰਸ਼ਾਦ ਚੜਾਉਣ ਵਾਸਤੇ ਸੰਗਤਾਂ ਲੈ ਕੇ ਆਉਂਦੀਆਂ ਹਨ। ਫਲ ਫੂਲਨ ਕੋ ਨਿਜ ਹਾਥ ਤਰੇ, ਸ਼ੁਭ ਚੀਰ ਸਰੀਰ ਸਭੇ ਪਹਿਰੇ। ਫਲ ਫੁੱਲ ਹੱਥ ਦੇ ਵਿੱਚ ਸੰਗਤਾਂ ਲੈ ਕੇ ਆਉਂਦੀਆਂ ਹਨ, ਕਿਉਂਕਿ ਹਿੰਦੁਸਤਾਨ ਦਾ ਰਿਵਾਜ ਹੈ, ਇੱਥੋਂ ਦਾ ਟਰਡੀਸ਼ਨ ਹੈ ਵੀ ਜਦੋਂ ਵੀ ਕਿਸੇ ਸਾਧੂ ਕੋਲੇ ਜਾਈਏ, ਰਾਜੇ ਪਾਸ ਜਾਈਏ, ਵੈਦ ਪਾਸ ਜਾਈਏ, ਖਾਲੀ ਹੱਥ ਨਹੀਂ ਜਾਣਾ ਚਾਹੀਦਾ ਹੈ। ਇੱਦਾਂ ਪੁਰਾਣੀ ਮਰਿਆਦਾ ਵੀ ਸੀ ਵੀ ਜਦੋਂ ਕਿਸੇ ਤਖਤ ਦੇ ਦਰਸ਼ਨ ਕਰੀਏ, ਭਾਵੇਂ 2 ਦਾਤਣਾ ਹੀ ਤੋੜ ਕੇ ਚੜਾਵੇ, ਜਾਂ 2 ਰੁਪਈਏ 5 ਰੁਪਈਏ ਪ੍ਰਸ਼ਾਦ ਪਹਿਲਾਂ ਕਰਾਵੇ, ਫਿਰ ਅਰਦਾਸ ਕਰਾ ਕੇ ਤਨਖਾਹ ਲਵਾਵੇ, ਫਿਰ ਤਖਤ ਸਾਹਿਬ 'ਤੇ ਉਹ ਜਿਹੜੀ ਤਨਖਾਹ ਲੱਗੀ ਹੈ ਉਹ ਪੂਰੀ ਕਰੇ, ਫਿਰ ਤਖਤ ਸਾਹਿਬ ਦੀ ਹਾਜ਼ਰੀ ਜਿਹੜੀ ਹੈ ਉਹ ਅੰਮ੍ਰਿਤਧਾਰੀ ਸਿੰਘ ਨੂੰ ਭਰਨ ਦਾ ਹੁਕਮ ਹੈ। ਇੱਦਾਂ ਜਿਹੜੀਆਂ ਮਰਿਆਦਾ ਨੇ ਗੁਰੂ ਕੇ ਸਿੱਖਾਂ ਨੇ, ਗੁਰੂ ਕੇ ਸਿੱਖਾਂ ਦੇ ਭਲੇ ਵਾਸਤੇ
ਪਰਉਪਕਾਰ ਵਾਸਤੇ ਬੰਨੀਆਂ ਹਨ, ਤਾਂ ਇਹ ਪੁਰਾਣੀਆਂ ਮਰਿਆਦਾ ਵੀ ਖਾਲੀ ਹੱਥ ਨਹੀਂ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਜਾਣਾ ਚਾਹੀਦਾ ਹੈ। ਆਪਣੇ ਪ੍ਰੇਮ ਨੂੰ ਪ੍ਰਗਟ ਕਰਨਾ ਚਾਹੀਦਾ ਹੈ। ਕਈ ਕਹਿੰਦੇ ਦਿਲ 'ਚ ਪ੍ਰੇਮ ਹੋਣਾ ਚਾਹੀਦਾ। ਹੁਣ ਜੇ ਕਿਸੇ ਦੇ ਦਿਲ 'ਚ ਪ੍ਰੇਮ ਆ ਜਾਂ ਵੈਰ ਆ, ਇਹਦਾ ਤਾਂ ਨਹੀਂ ਪਤਾ ਲੱਗਦਾ। ਬਈ ਸ਼ਕਲ ਤਾਂ ਸਾਰਿਆਂ ਦੀ ਸੋਹਣੀ ਲੱਗਦੀ ਹੈ। ਹੁਣ ਕਿਸੇ ਦੇ ਮਨ 'ਚ ਕਾਮ ਹੈ, ਕ੍ਰੋਧ ਹੈ, ਲੋਭ ਹੈ, ਮੋਹ ਹੈ, ਹੰਕਾਰ ਹੈ, ਇਹ ਸ਼ਕਲਾਂ ਤੋਂ ਥੋੜ੍ਹੀ ਪਤਾ ਲੱਗਦਾ, ਇਹਦਾ ਕਰਮ ਤੋਂ ਪਤਾ ਲੱਗਦਾ ਹੈ। ਇਸੇ ਤਰ੍ਹਾਂ ਕਿਸੇ ਦੇ ਮਨ ਦੇ ਵਿੱਚ ਦਇਆ ਹੈ, ਪ੍ਰੇਮ ਹੈ, ਭਾਵਨਾ ਹੈ, ਸ਼ਰਧਾ ਹੈ, ਤਾਂ ਮੂੰਹ ਤੋਂ ਥੋੜ੍ਹੀ ਪਤਾ ਲੱਗਣਾ ਹੈ। ਉਹ ਜੇ ਕੋਈ ਉੱਦਾਂ ਦਾ ਕਰਮ ਕਰੇਗਾ ਤਾਂ ਸਾਨੂੰ ਪਤਾ ਲੱਗੇਗਾ ਵੀ ਇਹਦੇ ਮਨ ਦੇ ਵਿੱਚ ਪ੍ਰੇਮ ਹੈ। ਤਾਂ ਜੇ ਤਾਂ ਬਾਣੀ ਪੜ੍ਹੇ ਫਿਰ ਪਤਾ ਲੱਗਦਾ ਇਹਦੇ ਮਨ 'ਚ ਸ਼ਰਧਾ ਹੈ। ਜੇ ਮਹਾਰਾਜ ਦੀ ਸੇਵਾ ਕਰੇ ਫਿਰ ਪਤਾ ਲੱਗਦਾ ਇਹਦੇ ਮਨ 'ਚ ਪ੍ਰੇਮ ਹੈ। ਤਾਂ ਭਾਈ ਗੁਰਦਾਸ ਸਾਹਿਬ ਵੀ ਕਹਿੰਦੇ ਆ, ਤਿਉ ਸਾਧ ਅਸਾਧ ਜਾਣੀਐ ਕਰਤੂਤ ਸੋ ਭਖ ਹੈ। ਕਰਮ ਦੁਆਰਾ ਪਤਾ ਲੱਗਦਾ ਵੀ ਕਿਸੇ ਦੇ ਹਿਰਦੇ 'ਚ ਪ੍ਰੇਮ ਹੈ ਕਿ ਨਹੀਂ। ਤਾਂ ਇਸ ਤਰ੍ਹਾਂ ਜਿੰਨਾ ਚਿਰ ਮਹਾਰਾਜ ਸਾਹਿਬ 'ਤੇ ਰੁਮਾਲਾ ਨਾ ਚੜ੍ਹਾਈਏ, ਕੜਾਹ ਪ੍ਰਸ਼ਾਦ ਦੀ ਦੇਗ ਨਾ ਲੈ ਕੇ ਆਈਏ, ਕੋਈ ਸੇਵਾ ਨਾ ਹੱਥੀਂ ਕਰੀਏ, ਤਾਂ ਇਹ ਫਿਰ ਜਿਹੜਾ ਕਹਿੰਦੇ ਨਾ ਵੀ ਦਿਲ 'ਚ ਪ੍ਰੇਮ ਹੋਣਾ ਚਾਹੀਦਾ, ਇਹ ਸਭ ਕੁਫਰ ਆ, ਝੂਠ ਆ, ਪਖੰਡ ਆ, ਬੇਈਮਾਨੀ ਆ। ਜਿਨ੍ਹਾਂ ਦੇ ਦਿਲ 'ਚ ਪ੍ਰੇਮ ਹੁੰਦਾ ਉਹ ਕੋਈ ਰੁਮਾਲਾ ਸਾਹਿਬ ਚੜ੍ਹਾਉਂਦਾ ਹੈ, ਕੋਈ ਭੇਟਾ ਚੜ੍ਹਾਉਂਦਾ ਹੈ, ਕੋਈ ਲੰਗਰ 'ਚ ਸੇਵਾ ਲੈ ਕੇ ਆਉਂਦਾ ਹੈ, ਅਤੇ ਜੇ ਮਾਇਆ ਨਾ ਹੋਵੇ ਤਾਂ ਹੱਥੀਂ ਸੇਵਾ ਕਰਦਾ ਹੈ। ਜੇ ਹੱਥੀਂ ਸੇਵਾ ਨਾ ਹੋ ਸਕੇ ਤਾਂ ਫਿਰ ਜ਼ੁਬਾਨ ਦੇ ਨਾਲ ਗੁਰਬਾਣੀ ਪੜ੍ਹਦਾ ਹੈ। ਤਾਂ ਇਸ ਤਰ੍ਹਾਂ ਆਪਣਾ ਪ੍ਰੇਮ ਜਿਹੜਾ ਹੈ ਉਹ ਪ੍ਰਗਟ ਕਰੀਦਾ ਹੈ। ਢਿੱਡ ਦੀ ਗੱਲ ਜਿਹੜੀ ਹੈ ਉਹ ਬਾਹਰ ਆਉਂਦੀ ਹੈ। ਤਾਂ ਇਸ ਕਰਕੇ ਮਹਾਰਾਜ ਨੇ ਇਸ ਤਰ੍ਹਾਂ ਦੇ ਨਿਯਮ ਦੱਸੇ ਹਨ ਵੀ ਜੇ ਮਹਾਰਾਜ ਨਾਲ ਪ੍ਰੇਮ ਪਾਉਣਾ ਤਾਂ ਫਿਰ ਇਸ ਤਰ੍ਹਾਂ ਦਾ ਕਰਮ ਜਿਹੜਾ ਹੈ ਉਹ ਕਰਨਾ ਚਾਹੀਦਾ ਹੈ। ਚੌਰ ਸਾਹਿਬ ਕਰਨਾ ਚਾਹੀਦਾ ਹੈ, ਨਿਸ਼ਾਨ ਸਾਹਿਬ ਦਾ ਇਸ਼ਨਾਨ ਕਰਾਉਣਾ ਚਾਹੀਦਾ ਹੈ, ਜੋੜੇ ਝਾੜਨੇ ਚਾਹੀਦੇ ਹਨ। ਅਤੇ ਜੇ ਕਵੇ ਵੀ ਬਾਪੂ ਨਾਲ ਮੇਰਾ ਪ੍ਰੇਮ ਤਾਂ ਬਹੁਤ ਹੈ ਪਰ ਰੋਟੀ ਨਹੀਂ ਮੈਂ ਕਦੀ ਪੁੱਛਦਾ, ਉਦੋਂ ਪੈਰੀਂ ਹੱਥ ਮੈਂ ਨਹੀਂ ਲਾਉਂਦਾ ਕਦੀ, ਉਹਦੇ ਦਵਾਈ ਮੈਂ ਨਹੀਂ ਉਹਨੂੰ ਕਦੇ ਲਿਆ ਕੇ ਦਿੱਤੀ, ਉਹ ਬੁੱਢੇ ਦਾ ਸਤਿਕਾਰ ਮੈਂ ਬਹੁਤ ਕਰਦਾ। ਤਾਂ ਸਿਆਣੇ ਬੰਦੇ ਸਮਝ ਜਾਂਦੇ, ਸਾਨੂੰ ਪਤਾ ਤੂੰ ਜਿੰਨਾ ਕੁ ਸਤਿਕਾਰ ਕਰਦਾ ਹੈ। ਤਾਂ ਇਸ ਤਰ੍ਹਾਂ ਸੰਗਤਾਂ ਜਿਹੜੀਆਂ ਨੇ, ਕੋਈ ਫਲ ਲੈ ਕੇ ਆਉਂਦਾ ਹੈ, ਕੋਈ ਪ੍ਰਸ਼ਾਦ ਲੈ ਕੇ ਆਉਂਦਾ ਹੈ, ਕੋਈ ਭੇਟਾ ਲੈ ਕੇ ਆਉਂਦਾ ਹੈ, ਕੋਈ ਫੁੱਲਾਂ ਦੀ ਮਾਲਾ ਲੈ ਕੇ ਆਉਂਦਾ ਹੈ, ਅਤੇ ਕੋਈ ਸੋਹਣੇ ਰੁਮਾਲ ਕੱਪੜੇ ਲੈ ਕੇ ਆਉਂਦਾ, ਬਸਤਰ ਲੈ ਕੇ ਆਉਂਦਾ ਹੈ। ਲਖ ਸ੍ਰੀ ਗੁਰੂ ਏਕਲ ਬੈਠ ਰਹੇ ਤਬੇ ਆਏ ਕਲੀਮ ਬਾਕ ਕਹੈ। ਜਦੋਂ ਸਤਿਗੁਰੂ ਜੀ ਇਕੱਲੇ ਬੈਠੇ ਸਨ, ਇਸ ਤਰ੍ਹਾਂ ਜਾਣ ਕੇ ਜਿਹੜਾ ਕਲਯੁਗ ਹੈ ਉਹ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਆਇਆ। ਕਰ ਕੀਰਤ ਕੋ ਕਰ ਜੁਰ ਰਹਿਓ, ਗੁਰ ਜੀ ਅਵਤਾਰ ਉਦਾਰ ਲਹਿਓ। ਸਤਿਗੁਰੂ ਜੀ ਦੀ ਹੱਥ ਜੋੜ ਕੇ ਵਡਿਆਈ ਕੀਤੀ ਅਤੇ ਬੇਨਤੀ ਕੀਤੀ, ਮਹਾਰਾਜ ਜਿਹੜਾ ਸਤਿਗੁਰੂ ਜੀ ਦਾ ਅਵਤਾਰ ਹੈ ਇਹ ਸਭ ਤੋਂ ਉਦਾਰ ਸ੍ਰੇਸ਼ਟ ਹੈ। ਅਵਤਾਰ ਤਾਂ ਪਰਮੇਸ਼ਰ ਦੀ ਸ਼ਕਤੀ, ਉਹਦੀ ਕਿਰਪਾ ਨਾਲ ਪਿੱਛੇ ਵੀ ਹੋਏ ਹੈ। ਤ੍ਰੇਤੈ ਤੈ ਮਾਣਿਓ, ਰਾਮ ਰਘੁਵੰਸ਼ ਕਹਾਇਓ, ਦੁਆਪਰ ਤੈ ਮਾਣਿਓ, ਜਾਂ ਪਰ ਸਤਿਯੁਗ ਤੈ ਮਾਣਿਓ। ਪਰ ਜਿਹੜਾ ਕਲਯੁਗ ਪ੍ਰਮਾਣ ਨਾਨਕ ਗੁਰੂ ਹੈ, ਇਹ ਵਿਸ਼ੇਸ਼ ਮਹਾਰਾਜ ਦਾ ਜਿਹੜਾ ਅਵਤਾਰ ਹੈ ਸੰਸਾਰ ਦੇ ਵਿੱਚ ਕਲਯੁਗ ਕਹਿੰਦਾ ਹੋਇਆ ਹੈ। ਅਬ ਮੋਹੇ ਸਮੇਂ ਜਗ ਮੋ ਵਰਤਿਓ, ਗਣ ਔਗਣ ਮਾਨਵ ਕੇ ਕਰਤਿਓ। ਹੁਣ ਮੇਰਾ ਸਮਾਂ ਚੱਲਦਾ ਪਿਆ ਹੈ, ਇਸ ਕਰਕੇ ਬਹੁਤੇ ਲੋਕ ਪਾਪ ਕਰਿਆ ਕਰਨਗੇ। ਮਾੜੇ ਕਰਮਾਂ ਦੇ ਵਿੱਚ ਮੱਤ ਜਿਹੜੀ ਹੈ ਲੋਕਾਂ ਦੀ ਲੱਗੀ ਰਹੇਗੀ। 60 ਕਰੂਰ ਕੁਲੂਖਣ ਪ੍ਰੀਤ ਮਹਾ, ਸੁਭ ਮਾਰਗ ਤਿਆਗ ਜਹਾਂ ਰੋ ਕਹਾਂ। ਜਿਹੜੇ 60 ਮੂਰਖ ਨੇ, ਕਰੂਰ, ਜਿਨ੍ਹਾਂ ਦਾ ਦਿਲ ਬੜਾ ਕਠੋਰ ਹੈ,
ਕਲੂਖਨ ਜਿਹੜੇ ਮੈਲ ਦੇ ਨਾਲ, ਕਾਲਖਾਂ ਦੇ ਨਾਲ ਭਰੇ ਹੋਏ ਨੇ, ਐਸੇ ਕਰਮਾਂ ਦੇ ਵਿੱਚ ਕਲਯੁੱਗ ਦੇ ਲੋਕਾਂ ਦੀ ਪ੍ਰੀਤੀ ਹੋਵੇਗੀ ਬਹੁਤ ਜ਼ਿਆਦਾ। ਸ਼ੁਭ ਮਾਰਗ ਜਿਹੜਾ ਹੈ ਉਹਦੇ ਉੱਤੇ ਫਿਰ ਦੁੱਖ ਉਠਾਉਣਾ ਪੈਂਦਾ ਹੈ। ਉਹਦੇ ਉੱਤੇ ਫਿਰ ਜਿਵੇਂ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ, ਉਹਨਾਂ ਨੇ ਜਦੋਂ ਜੋਤੀ ਜੋਤ ਸਮਾਉਣ ਲੱਗੇ ਤਾਂ ਉੱਥੇ ਕੋਈ ਗੁਰਮੁਖ ਪਿਆਰੇ ਸੇਵਾ ਕਰਦੇ ਸੀ ਬਾਬਾ ਗੁਰਬਖਸ਼ ਸਿੰਘ ਜੀ ਦੇ ਨਾਲ। ਇਹ ਬਾਬਾ ਗੁਰਬਖਸ਼ ਸਿੰਘ ਜੀ ਇਹ ਹੋਰ ਹੋਏ ਨੇ ਆਪਣੇ, ਜਿਨ੍ਹਾਂ ਨੂੰ ਆਪਾਂ ਟਕਸਾਲ ਦੇ ਮੁਖੀ ਮੰਨਦੇ ਉਹ ਨਹੀਂ। ਇਹ ਬ੍ਰਹਮ ਗਿਆਨੀ ਸੰਤ ਰਾਮ ਸਿੰਘ ਜੀ ਜਿਹੜੇ ਵਰਗਤ ਹੋਏ ਨੇ, ਉਹਨਾਂ ਦੇ ਦਾਦਾ ਜੀ ਹੋਏ ਨੇ। ਬ੍ਰਹਮ ਗਿਆਨੀ ਬਾਬਾ ਸ਼ਾਮ ਸਿੰਘ ਜੀ ਦੇ ਜਿਹੜੇ ਆਪਣੇ ਵੱਡੇ ਸਨ, ਜਿਨ੍ਹਾਂ ਨੇ 72 ਸਾਲ ਗੁਰਬਾਣੀ ਦਾ ਕੀਰਤਨ ਕੀਤਾ ਦਰਬਾਰ ਸਾਹਿਬ, ਉਹਨਾਂ ਦੇ ਵੱਡੇ ਸੰਤ ਰਾਮ ਸਿੰਘ ਜੀ ਮਹਾਰਾਜ, ਉਹਨਾਂ ਦੇ ਵੱਡੇ ਸ਼੍ਰੀਮਾਨ ਸੰਤ ਭਾਈ ਸਹਾਈ ਸਿੰਘ ਜੀ। ਸੋ ਇਸ ਤਰ੍ਹਾਂ ਜਿਹੜੇ ਬਾਬਾ ਗੁਰਬਖਸ਼ ਸਿੰਘ ਜੀ, ਸੰਤ ਰਾਮ ਸਿੰਘ ਵਰਗਤ, ਜਿਹੜੇ ਹੋਤੀ ਮਰਦਾਨ ਸੰਪਰਦਾ ਦੇ ਵੀ ਮੁਖੀ ਹੋਏ, ਤੇ ਸੇਵਾ ਪੰਥੀਆਂ ਦੇ ਭਾਈ ਕਨ੍ਹਈਆ ਸਾਹਿਬ ਦੀ ਸੰਪਰਦਾ ਦੇ ਵੀ ਜਿਹੜੇ ਮੁਖੀ ਹੋਏ। ਤਾਂ ਬਾਬਾ ਗੁਰਬਖਸ਼ ਸਿੰਘ ਦੇ ਨਾਲ ਕੋਈ ਸੇਵਾ ਕਰਦਾ ਸੀ ਗੁਰਮੁਖ ਪਿਆਰਾ। ਮਹਾਰਾਜ ਕਹਿੰਦੇ ਬਈ ਤੇਰੀ ਸੇਵਾ ਤੇ ਖੁਸ਼ ਹਾਂ, ਕੁਝ ਮੰਗੋ, ਪਰ ਇੱਕ ਸ਼ਰਤ ਹੈ, ਜੇ ਸਿੱਖੀ ਸਿਦਕ ਲੈਣਾ ਫਿਰ ਮਾਇਆ ਨਹੀਂ ਬਹੁਤੀ ਮਿਲੇਗੀ, ਤੇ ਜੇ ਮਾਇਆ ਬਹੁਤੀ ਲੈਣੀ ਫਿਰ ਸਿੱਖੀ ਸਿਦਕ ਨਹੀਂ ਮਿਲੇਗਾ। ਤਾਂ ਉਹਨਾਂ ਨੇ ਬੇਨਤੀ ਕੀਤੀ, ਮਹਾਰਾਜ ਫਿਰ ਕਿਰਪਾ ਕਰਕੇ ਸਿੱਖੀ ਸਿਦਕ ਦਿਓ। ਤਾਂ ਮਹਾਰਾਜ ਕਹਿੰਦੇ ਸਿੱਖੀ ਸਿਦਕ ਜੇ ਮੰਗਿਆ, ਮਾਇਆ ਆਵੇਗੀ ਤਾਂ ਜ਼ਰੂਰ ਕੰਮ ਚੱਲਦਾ ਰਹੇਗਾ। ਔਰ ਜੇ ਤੁਸੀਂ ਕਹੋ ਨਾ ਵੀ ਅਮੀਰਾਂ ਵਾਂਗ ਮੈਂ ਕੋਠੇ ਭਰ ਭਰ ਕੇ ਮਾਇਆ ਦੇ ਰੱਖਾਂ, ਕਰੋੜਾਂ ਰੁਪਈਆਂ ਦੀਆਂ ਮੇਰੀਆਂ ਐਫਡੀਆਂ ਹੋਣ, ਤਾਂ ਇਹ ਕੰਮ ਨਹੀਂ ਤੇਰਾ ਬਣੇਗਾ। ਜਿੱਥੇ ਸਿੱਖੀ ਜ਼ਿਆਦੀ ਹੋਊਗੀ ਉੱਥੇ ਪਰਖ ਵੀ ਪਰਮੇਸ਼ਰ ਦੀ ਜ਼ਿਆਦੀ ਹੋਊ, ਉੱਥੇ ਦੁੱਖ ਵੀ ਪਰਮੇਸ਼ਰ ਪਰਖ ਕਰਨ ਵਾਸਤੇ ਜ਼ਿਆਦਾ ਦੇਵੇਗਾ। ਜਿੱਥੇ ਸਿੱਖੀ ਘੱਟ ਹੋਵੇਗੀ ਉੱਥੇ ਮਾਇਆ ਜਿਹੜੀ ਹੈ ਉਹ ਜ਼ਿਆਦੀ ਹੋਵੇਗੀ, ਪਰ ਨਾ ਬਾਣੀ ਹੋਊਗੀ, ਨਾ ਰਹਿਤ ਹੋਊਗੀ, ਨਾ ਨਿਤਨੇਮ ਹੋਊਗਾ, ਨਾ ਉਹਨਾਂ ਦੇ ਪਰਿਵਾਰਾਂ 'ਚ ਬੱਚੇ ਸਿੱਖੀ ਰੱਖਣਗੇ। ਤਾਂ ਇਸ ਤਰ੍ਹਾਂ ਜਿਹੜੇ ਧਰਮ ਦੇ ਰਾਹ 'ਤੇ ਚੱਲਣਗੇ ਉਹਨਾਂ ਨੂੰ ਦੁੱਖ ਕਲਯੁੱਗ ਦੇ ਵਿੱਚ ਜ਼ਿਆਦਾ ਆਉਂਦਾ ਹੈ। ਤੇ ਜਿਹੜੇ ਆਪਣੇ ਮੂਰਖ ਹੋਣਗੇ, ਦਿਲ ਦੇ ਕਠੋਰ ਹੋਣਗੇ, ਮੈਲਾਂ ਨਾਲ ਭਰੇ ਹੋਣਗੇ, ਉਹ ਫਿਰ ਇਸ ਯੁੱਗ ਦੇ ਵਿੱਚ ਜ਼ਿਆਦੇ ਵਾਧੇ ਫੁੱਲਦੇ ਹਨ। ਤੁਮ ਗ੍ਰੰਥ ਰਚਿਓ ਗੁਰ ਪੂਰਨ ਹੈ, ਔਰ ਬ੍ਰਿੰਦ ਵਿਕਾਰਨ ਚੂਰਨ ਹੈ। ਪਰ ਜਿਹੜਾ ਤੁਸੀਂ ਗ੍ਰੰਥ ਰਚਿਆ ਇਹ ਗੁਣਾਂ ਨਾਲ ਪੂਰਾ ਹੈ। ਇਹ ਜਿੰਨੇ ਵਕਾਰ ਨੇ, ਜਿਹੜਾ ਬਾਣੀ ਪੜ੍ਹੇਗਾ ਉਹਨਾਂ ਨੂੰ ਚੂਰਨ ਕਰ ਦਿਆ ਕਰੇਗਾ। ਜਗ ਮੈਂ ਮਗ ਸ਼੍ਰੇ ਦਿਖਾਵਨ ਕੋ, ਸਤਨਾਮ ਕੰਦ ਜਪਾਵਨ ਕੋ। ਜਗਤ ਦੇ ਵਿੱਚ ਸ਼ੁਭ ਰਸਤਾ ਵਿਖਾਉਣ ਵਾਸਤੇ, ਸਤਨਾਮ ਦਾ ਜਾਪ ਜਪਾਉਣ ਵਾਸਤੇ, ਮੁਕਤੀ ਦਾ ਰਸਤਾ ਦੇਣ ਵਾਸਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਗੁਣਾਂ ਨਾਲ ਭਰੇ ਹਨ। ਸਤ ਸੰਗਤ ਕੋ ਵਿਸਤਾਰਤ ਮਹਾ, ਪਸਰੇ ਗੁਰ ਸਿੱਖ ਜਹਾਂ ਰੋ ਕਹਾਂ। ਆਪ ਜੀ ਦੀ ਸਤ ਸੰਗਤ ਦਾ ਬਹੁਤ ਵਿਸਤਾਰ ਹੋਵੇਗਾ। ਸਿੱਖ ਜਿਹੜੇ ਨੇ ਇਹ ਹਰ ਜਗ੍ਹਾ ਤੇ ਹੀ ਮਿਲਿਆ ਕਰਨਗੇ। ਅਬ ਮੋਹਿ ਸਥਾਨ ਬਿਤਾਏ ਦਿਜੇ, ਜਹ ਬਾਸ ਕਰੋ ਤੁਮ ਮੇਲ ਲਿਜ। ਤੁਸੀਂ ਕਿਰਪਾ ਕਰਕੇ ਮੈਨੂੰ ਸ਼ੁਭ ਸਥਾਨ ਦੱਸੋ ਜਿੱਥੇ ਮੈਂ ਵੀ ਰਵਾਂ, ਕਿਉਂ ਜਿੰਨੇ ਵੀ ਪਿਛਲੇ ਅਵਤਾਰ ਹੋਏ ਨੇ ਉਹਨਾਂ ਨੇ ਮੇਰਾ ਭਲਾ ਨਹੀਂ ਕੀਤਾ। ਜਦੋਂ ਮੈਂ ਭਗਵਾਨ ਕ੍ਰਿਸ਼ਨ ਜੀ ਮਹਾਰਾਜ ਜੀ ਦੇ ਸਮੇਂ ਆਇਆ, ਰਾਜੇ ਪ੍ਰੀਸ਼ਦ ਦੇ ਸਮੇਂ, ਤਾਂ ਰਾਜੇ ਪ੍ਰੀਸ਼ਦ ਨੇ ਮੈਨੂੰ ਰਹਿਣ ਵਾਸਤੇ ਕੁਝ ਥਾਵਾਂ ਦਿੱਤੀਆਂ ਸੀ, ਜਿਵੇਂ ਸੋਨੇ ਦੇ ਵਿੱਚ ਮੇਰਾ ਨਿਵਾਸ ਹੈ, ਜੂਏ ਦੇ ਵਿੱਚ ਮੇਰਾ ਨਿਵਾਸ ਹੈ। ਇਸ ਤਰ੍ਹਾਂ ਇਸੇ ਤਰ੍ਹਾਂ ਹੋਰ ਈਸਾਈ ਧਰਮ ਦੇ ਹੋਏ ਨੇ ਹਜ਼ਰਤ ਈਸਾ ਮਸੀਹ, ਉਹਨਾਂ ਵੀ ਸ਼ੈਤਾਨ ਦਾ ਭਲਾ ਨਹੀਂ ਕੀਤਾ, ਕਲਯੁੱਗ ਦਾ ਭਲਾ ਨਹੀਂ ਕੀਤਾ।
ਗੁਰੂ ਮਹਾਰਾਜ ਦੀ ਇਹੀ ਮਹਾਨਤਾ ਸਾਰੇ ਪੀਰਾਂ ਤੋਂ, ਮਹਾਂਪੁਰਸ਼ਾਂ ਤੋਂ, ਅਵਤਾਰਾਂ ਤੋਂ। ਇਹਨਾਂ ਨੇ ਕਲਯੁਗ ਦਾ ਵੀ ਭਲਾ ਕੀਤਾ ਹੈ, ਸ਼ੈਤਾਨ ਦਾ ਵੀ ਭਲਾ ਕੀਤਾ ਹੈ। ਸ਼ੈਤਾਨ ਕੌਣ ਹੈ ਬਈ? ਤਾਂ ਇਹ ਕੁਰਾਨ ਦੇ ਵਿੱਚ ਜਾਂ ਬਾਈਬਲ ਦੇ ਵਿੱਚ ਇਸ ਤਰ੍ਹਾਂ ਲਿਖਿਆ ਇਹਨਾਂ ਨੇ ਵੀ ਇੱਕ ਦੇਵਤਾ ਸੀ। ਜਦੋਂ ਖੁਦਾ ਨੇ ਬੰਦੇ ਨੂੰ ਬਣਾਇਆ ਤਾਂ ਖੁਦਾ ਨੇ ਜਿੰਨੇ ਫਰਿਸ਼ਤੇ ਸੀ, ਦੇਵਤੇ ਸੀ, ਇਹਨਾਂ ਨੂੰ ਕਿਹਾ ਵੀ ਬੰਦੇ ਅੱਗੇ ਨਮਸਕਾਰ ਕਰੋ, ਸਿਰ ਝੁਕਾਓ। ਤਾਂ ਸਾਰਿਆਂ ਨੇ ਸਿਰ ਝੁਕਾ ਦਿੱਤਾ। ਵੀ ਖੁਦਾ ਨੇ ਆਖਿਆ ਮੈਂ ਆਪਣੀ ਸ਼ਕਲ ਦਾ ਬਣਾਇਆ, ਬੰਦੇ ਦਾ ਚਿਹਰਾ ਮੇਰੇ ਵਰਗਾ। ਤਾਂ ਸ਼ੈਤਾਨ ਜਿਹੜਾ ਸੀ ਇਹਨੇ ਸਿਰ ਨਹੀਂ ਸੀ ਝੁਕਾਇਆ। ਇਹਨੂੰ ਮਾਣ ਸੀ ਵੀ ਜਿਹੜਾ ਬੰਦਾ ਇਹ ਮਿੱਟੀ ਤੋਂ ਬਣਿਆ, ਇਹਦਾ ਅਸਲਾ ਕੀ ਆ? ਮਿੱਟੀ। ਹਉਮੈ ਭਾਵੇਂ ਸਮੁੰਦਰ ਜਿੰਨੀ ਚੁੱਕੀ ਫਿਰੇ, ਪਰ ਹੈ ਇਹ ਮਿੱਟੀ, ਕੁਝ ਨਹੀਂ ਪੱਲੇ ਇਹਦੇ। ਤੇ ਮੈਂ ਜਿਹੜਾ ਵਾਂ ਇਹ ਅੱਗ ਤੋਂ ਬਣਿਆ, ਅੱਗ ਤੋਂ। ਸੋ ਮੇਰਾ ਅਸਲਾ ਉੱਚਾ ਵਾ। ਬੰਦੇ ਦੀ ਪੈਦਾਇਸ਼ ਮਾੜੀ ਆ, ਗੰਦੀ ਆ। ਇਹ ਬੜੀ ਗੰਦੀ ਇਹਦੀ ਪੈਦਾਇਸ਼ ਆ ਜਿੱਥੋਂ ਇਹ ਪੈਦਾ ਹੁੰਦਾ। ਇਸ ਕਰਕੇ ਮੈਂ ਬੰਦੇ ਅੱਗੇ ਸਿਰ ਕਿਉਂ ਝੁਕਾਵਾਂ? ਤਾਂ ਵਾਹਿਗੁਰੂ ਜਿਹੜਾ ਖੁਦਾ ਸੀ, ਪਰਮੇਸ਼ਰ ਸੀ, ਉਹਨਾਂ ਨੇ ਫਿਰ ਨਾਰਾਜ਼ਗੀ ਜ਼ਾਹਰ ਕੀਤੀ ਸੀ। ਜਿੱਦਾਂ ਇਹਨਾਂ ਦੇ ਗ੍ਰੰਥਾਂ 'ਚ ਲਿਖਿਆ ਵੀ ਤੈਨੂੰ ਅਸੀਂ ਇੱਥੋਂ ਕੱਢਦੇ ਹਾਂ ਬਾਹਰ। ਜਿਨ੍ਹਾਂ ਅੰਦਰ ਹਉਮੈ ਆ ਉਹ ਰੱਬ ਦੀ ਦਰਗਾਹ ਦੇ ਵਿੱਚ ਨਹੀਂ ਰਹਿ ਸਕਦੇ, ਤੇ ਤੈਨੂੰ ਸਜ਼ਾ ਦਿੱਤੀ ਜਾਵੇਗੀ। ਤਾਂ ਸ਼ੈਤਾਨ ਨੇ ਮੋਹਲਤ ਮੰਗੀ ਸੀ ਖੁਦਾ ਤੋਂ ਵੀ ਮੈਨੂੰ ਕੁਝ ਸਮਾਂ ਦਿੱਤਾ ਜਾਵੇ, ਪਰ ਨਾਲ ਆਪਣਾ ਗੁੱਸਾ ਵੀ ਕੀਤਾ ਸੀ ਵੀ ਮੈਂ ਸਿਰਫ ਤੇਰੇ ਅੱਗੇ ਸਿਰ ਝੁਕਾਉਣਾ, ਹੋਰ ਕਿਸੇ ਅੱਗੇ ਸਿਰ ਨਹੀਂ ਝੁਕਾਉਂਦਾ। ਤੂੰ ਇਸ ਬੰਦੇ ਕਰਕੇ ਮੈਨੂੰ ਸਜ਼ਾ ਦਿੱਤੀ ਹੈ। ਮੈਂ ਇਹ ਜਿੰਨੇ ਬੰਦੇ ਨੇ ਨਾ ਸਭ ਤੇਰੇ ਉਲਟ ਖੜੇ ਕਰੂੰਗਾ, ਇੱਕ ਦਿਨ ਤੇਰੀ ਹੋਂਦ ਤੋਂ ਮੁਨਕਰ ਕਰ ਦੂੰਗਾ। ਤਾਂ ਇਸ ਤਰ੍ਹਾਂ ਇਹ ਜਿਹੜਾ ਸ਼ੈਤਾਨ ਆ ਉਹਨੇ ਮੋਹਲਤ ਮੰਗੀ ਹੋਈ ਆ ਵਾਹਿਗੁਰੂ ਪਾਸੋਂ, ਖੁਦਾ ਪਾਸੋਂ, ਬਾਈਬਲ ਅਨੁਸਾਰ, ਕੁਰਾਨ ਅਨੁਸਾਰ। ਹੁਣ ਤੁਸੀਂ ਦੱਸੋ ਵੀ ਤੁਹਾਡੇ ਗੁਰੂਆਂ ਦੀ ਵਿਸ਼ੇਸ਼ਤਾ ਕੀ ਹੈ? ਤੁਹਾਡੇ ਗੁਰੂਆਂ ਦੇ ਵਿੱਚ ਤੇ ਇਹਨਾਂ 'ਚ ਕੀ ਫਰਕ ਆ? ਜੇ ਕੋਈ ਪੁੱਛੇ ਤਾਂ ਤੁਹਾਡੇ ਸਤਿਗੁਰੂ ਸਾਹਿਬਾਂ 'ਚ ਇਹ ਫਰਕ ਹੈ ਵੀ ਇਹਨਾਂ ਨੇ ਕਲਯੁਗ ਦਾ ਵੀ ਭਲਾ ਕੀਤਾ ਤੇ ਕਲਯੁਗ ਨੂੰ ਵੀ ਸੰਗਤ ਵਿੱਚ ਥਾਂ ਦਿੱਤਾ ਕਿ ਜਦੋਂ ਕੜਾਹ ਪ੍ਰਸ਼ਾਦ ਦੀ ਦੇਗ ਵਰਤੇਗੀ ਉਦੋਂ ਭਾਈ ਤੂੰ ਸੰਗਤ ਵਿੱਚ ਆ ਜਾਇਆ ਕਰੀ, ਜਦੋਂ ਵਰਤ ਜਾ ਕਰੇਗੀ ਉਦੋਂ ਚਲਿਆ ਜਾਇਆ ਕਰੀ। ਇਸ ਤਰ੍ਹਾਂ ਮਹਾਰਾਜ ਨੇ ਜਿਹੜਾ ਜਿੱਥੋਂ ਮੁੱਢ ਵੱਜਾ ਦੁਨੀਆ ਬਣਦਾ, ਸੰਸਾਰ ਬਣਦਾ, ਜਿੱਥੋਂ ਮੁੱਢ ਵੱਜਾ, ਉਹ ਜਿਹੜਾ ਆਦਿ ਕਾਲ ਤੋਂ ਪਰਮੇਸ਼ਰ ਤੋਂ ਬੇਮੁਖ ਸੀ ਨਾ, ਕਲਯੁਗ ਕਹਿ ਲਓ, ਸ਼ੈਤਾਨ ਕਹਿ ਲਓ, ਬੜੇ ਨਾਂ ਨੇ, ਮਨ ਕਹਿ ਲਓ, ਮਾਇਆ ਕਹਿ ਲਓ, ਬੜੇ ਨਾਂ ਨੇ। ਜਿਹੋ ਜਿਹਾ ਅੱਗੇ ਸੱਜਣ ਹੋਵੇ ਉਹੋ ਜਿਹੀ ਗੱਲ ਕਰਨੀ ਚਾਹੀਦੀ ਹੈ। ਜੇ ਭੋਲਾ ਭਾਲਾ ਹੋਵੇ ਤੇ ਕਲਯੁਗ ਕਹਿ ਦਿਓ, ਸ਼ੈਤਾਨ ਕਹਿ ਦਿਓ। ਜੇ ਬਹੁਤਾ ਪੜ੍ਹਿਆ ਹੋਵੇ ਤੇ ਮਾਇਆ ਕਹਿ ਦਿਓ, ਹੋਰ ਜ਼ਿਆਦਾ ਪੜ੍ਹਿਆ ਹੋਵੇ ਤੇ ਅਨਰਵਚਨੀ ਕਹਿ ਦਿਓ, ਬ੍ਰਹਮ ਗਿਆਨੀ ਹੋਵੇ ਤੇ ਮਨ ਕਹਿ ਦਿਓ। ਇਹ ਜੋ ਵੀ ਆ, ਇਹਦਾ ਅੰਦਰਲਾ ਤੇ ਬਾਹਰਲਾ ਸਰੂਪ ਜਿੰਨਾ ਵੀ। ਤਾਂ ਮਹਾਰਾਜ ਨੇ ਉਹਨੂੰ ਵੀ ਵੇਖੋ ਵਾਹਿਗੁਰੂ ਪਰਮੇਸ਼ਰ ਦੇ ਸਨਮੁਖ ਕਰ ਦਿੱਤਾ ਲਿਆ, ਜਿਹਦੇ ਉੱਤੇ ਅਸੀਂ ਆਪਣਾ ਦੋਸ਼ ਸੁੱਟ ਦਿੰਦੇ ਹਾਂ। ਭਾਈ ਕੀ ਕਰੀਏ, ਕਲਯੁਗ ਦਾ ਪ੍ਰਭਾਵ ਆ, ਬਾਣੀ ਨਹੀਂ ਪੜ੍ਹੀ ਜਾਂਦੀ। ਕਲਯੁਗ ਤੇ ਆਪ ਪਰਮੇਸ਼ਰ ਦੇ ਸਨਮੁਖ ਕਰ ਦਿੱਤਾ ਮਹਾਰਾਜ ਨੇ। ਤਾਂ ਇਸ ਤਰ੍ਹਾਂ ਅਸੀਂ ਜਿਵੇਂ ਕਿਸੇ ਸੰਤ ਨੂੰ ਕਿਸੇ ਨੇ ਆਖਿਆ ਮਹਾਰਾਜ ਮਨ ਬੜਾ ਬੇਈਮਾਨ ਆ, ਉਹ ਕਹਿੰਦੇ ਮਨ ਬੇਈਮਾਨ ਆ ਕਿ ਰੱਬ ਵੀ ਬੇਈਮਾਨ ਆ? ਰੱਬ ਤਾਂ ਨਹੀਂ ਨਾ ਬੇਈਮਾਨ, ਮਨ ਹੀ ਬੇਈਮਾਨ ਆ। ਤੇ ਕਿਉਂ ਉਹਦੇ ਪਿੱਛੇ ਲੱਗਦਾ? ਜੇ ਤੈਨੂੰ ਪਤਾ ਵੀ ਬੇਈਮਾਨ ਆ ਤੇ ਕਿਉਂ ਫਿਰ ਉਹਦੇ ਆਖੇ ਲੱਗਦਾ? ਤਾਂ ਇੱਦਾਂ ਦੀਆਂ ਜਿਹੜੀਆਂ ਬਹਾਨੇਬਾਜ਼ੀਆਂ, ਤਾਂ ਇਹ ਮਹਾਰਾਜ ਦੀ ਮਹਾਨਤਾ ਵਾ। ਇਸੇ ਕਰਕੇ ਗੁਰਬਾਣੀ ਵਿੱਚ ਇਹ ਸ਼ਬਦ ਅੰਕਿਤ ਕੀਤੇ ਗਏ ਨੇ ਵੀ ਸਾਰੇ ਹੀ ਸਤਿਕਾਰਯੋਗ ਨੇ, ਇੱਕ ਦੂ ਇੱਕ ਚੜ੍ਹੰਦੀ ਆ। ਜਿੱਥੇ ਵੀ ਵਾਹਿਗੁਰੂ ਨੇ ਆਪਣੀ ਬਖਸ਼ਿਸ਼ ਰੱਖੀ, ਪਰ ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ।
ਜਿਨ੍ਹਾਂ ਨੇ ਕਲਯੁਗ ਨੂੰ ਵੀ ਪਰਮੇਸ਼ਰ ਦੇ ਸਨਮੁਖ ਕਰ ਦਿੱਤਾ। ਐਸੇ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ, ਐਸੇ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ, ਜਿਨ੍ਹਾਂ ਦੀ ਉਸਤਤ ਦੇ ਵਿੱਚ ਵੱਡੇ ਮਹਾਂਪੁਰਸ਼ ਸ਼੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਬੜੇ ਪ੍ਰੇਮ ਨਾਲ ਪੜ੍ਹਦੇ ਹੁੰਦੇ ਸੀ। ਐਸੇ ਗੁਰ ਕੋ ਬਲ ਬਲ ਜਾਈਏ, ਆਪ ਮੁਕਤ ਮੋਹੇ ਤਾਰੇ ਵਾਹਿਗੁਰੂ। ਤਾਂ ਕਲਯੁਗ ਆਣ ਕੇ ਆਪਣਾ ਥਾਂ ਮੰਗਦਾ ਮਹਾਰਾਜ ਪਾਸੋਂ। ਬਿਨ ਆਇਸ ਰਵ ਕੀ ਕਰਬੇ, ਬਲ ਨਾ ਮੁਝ ਪਾਏ ਕਹੂੰ ਧਰਬੇ। ਆਪ ਜੀ ਦੀ ਆਗਿਆ ਤੋਂ ਬਿਨਾ ਮੈਂ ਕਿਤੇ ਤਾਕਤ ਨਹੀਂ ਮੇਰੇ ਵਿੱਚ ਵੀ ਮੈਂ ਰਹਿ ਸਕਦਾ ਹੋਵਾਂ। ਇਸ ਕਾਰਨ ਤੇ ਤੁਮ ਪਾਸ ਆਇਓ, ਹਿਤ ਬਾਸਵ ਕੇ ਬਿਨਤੀ ਸੋ ਕਹਿਓ। ਇਸ ਕਰਕੇ ਮੈਂ ਆਪ ਜੀ ਦੇ ਪਾਸ ਆਇਆ ਹਾਂ, ਵਸਣ ਵਾਸਤੇ ਬੇਨਤੀ ਕੀਤੀ ਹੈ। ਜਹ ਗ੍ਰੰਥ ਸੋ ਪਾਠ ਕਰੇ ਤੁਨ ਕੋ, ਬਲਹੀਨ ਬਨੋ ਤਬ ਹੀ ਸੁਨ ਕੋ। ਤਾਂ ਜਿੱਥੇ ਵੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੀ ਜਾਵੇਗੀ, ਜਿੱਥੇ ਵੀ ਬਾਣੀ ਦੀ ਧੁਨ ਪਹੁੰਚੇਗੀ, ਧੁਨ ਇੱਕ ਬਾਣੀ ਪੜ੍ਹਨੀ, ਇੱਕ ਬਾਣੀ ਦੀ ਧੁਨ ਵੀ ਜਿੱਥੇ ਪਹੁੰਚ ਜਾਇਆ ਕਰੇਗੀ, ਉੱਥੇ ਉੱਥੇ ਮੇਰਾ ਬਲ ਸੱਚੇ ਪਾਤਸ਼ਾਹ ਘਟ ਜਿਆ ਕਰੇਗਾ। ਤੁਮ ਸੰਗਤ ਵਿੱਚ ਬਸੋ ਜਬ ਹੂੰ, ਅਸਕਾਲ ਬਤਾਏ ਦਿਜੇ ਅਬ ਹੂੰ। ਪਰ ਮੇਰੇ ਤੇ ਇੱਕ ਪਰਉਪਕਾਰ ਕਰੋ ਕਿ ਤੁਹਾਡੀ ਸੰਗਤ ਵਿੱਚ ਮੈਨੂੰ ਥਾਂ ਮਿਲੇ, ਆਪ ਜੀ ਦੀ ਸੰਗਤ ਵਿੱਚ ਵੀ ਮੈਂ ਵੀ ਵਸਾਂ। ਐਸਾ ਥਾਂ ਮੈਨੂੰ ਆਪ ਦੱਸ ਦਿਓ, ਐਸਾ ਸਮਾਂ ਮੈਨੂੰ ਦੱਸ ਦਿਓ। ਸ਼ਰਣੀ ਤੁਮ ਆਨ ਪਰਿਓ ਲਖਿਓ, ਮਮ ਦੀਨਾ ਨਾਥ ਦਿਸ਼ਾ ਪਿਖਿਓ। ਮੈਂ ਆਪ ਜੀ ਦੀ ਸ਼ਰਣੀ ਆਇਆ ਜਾਣ ਕੇ, ਮੈਨੂੰ ਦੀਨ ਜਾਣ ਕੇ, ਅਨਾਥ ਜਾਣ ਕੇ ਆਪ ਜੀ ਦਾ ਆਸਰਾ, ਆਪ ਜੀ ਦੀ ਦਿਸ਼ਾ ਦੇਖੀ ਹੈ। ਇਮ ਬਾਕ ਕਲੀ ਜਬ ਦੀਨ ਲਹੇ, ਤਬ ਸ਼੍ਰੀ ਗੁਰੂ ਹੋਏ ਪ੍ਰਸੰਨ ਕਹੇ। ਇਸ ਤਰ੍ਹਾਂ ਜਦੋਂ ਕਲਯੁਗ ਨੇ ਦੀਨਤਾ ਭਰੇ ਬਚਨ ਕੀਤੇ ਤਾਂ ਸ੍ਰੀ ਸਤਿਗੁਰੂ ਮਹਾਰਾਜ ਨੇ ਪ੍ਰਸੰਨ ਹੋ ਕੇ ਬਚਨ ਕੀਤਾ। ਸਤਨਾਮ ਉਚਾਰਨ ਹੋਤ ਜਹਾਂ, ਕਬ ਪਾਏ ਨਾ ਧਾਰੋ ਜਾਏ ਤਹਾਂ। ਭਾਈ ਜਿੱਥੇ ਸਤਨਾਮ ਦਾ ਸਿਮਰਨ ਹੋਵੇ ਉਥੇ ਤੂੰ ਕਦੀ ਵੀ ਪੈਰ ਨਹੀਂ ਪਾਉਣਾ ਆਪਣਾ। ਜਬ ਆਏ ਕਰਾਹੋ ਸਭਾ ਧਰਿਓ, ਅਰਦਾਸ ਖਰੇ ਹੋਏ ਕਹਿ ਕਰੀਏ। ਪਰ ਜਦੋਂ ਕੜਾਹ ਪ੍ਰਸ਼ਾਦ ਆਣ ਕੇ ਸੰਗਤ ਵਿੱਚ ਧਰ ਦੇਣਗੇ ਤੇ ਖੜੇ ਹੋ ਕੇ ਕੜਾਹ ਪ੍ਰਸ਼ਾਦ ਦੀ ਅਰਦਾਸ ਕਰਿਆ ਕਰਨਗੇ। ਵਰਤਾਵਣ ਲਾਗ ਸੋ ਆਪਸ ਮੈਂ, ਜਿਤ ਰੌਰ ਪ੍ਰਵੇਸ਼ ਤਾਹੇ ਸਮੈ। ਜਦੋਂ ਵਰਤਾਉਣ ਲੱਗਿਆ ਕਰਨਗੇ ਆਪਸ ਵਿੱਚ ਤਾਂ ਉਦੋਂ ਰੌਲਾ ਪਿਆ ਕਰੇਗਾ, ਉਦੋਂ ਭਾਈ ਤੂੰ ਸੰਗਤ ਵਿੱਚ ਪ੍ਰਵੇਸ਼ ਕਰਿਆ ਕਰ। ਵਰਤਾਵਤ ਜਾਵਤ ਸੰਗਤ ਮੈਂ, ਰਹੋ ਤਾਵਤ ਵਾਸਹੁ ਪੰਗਤ ਮੈਂ। ਤਾਂ ਜਿੰਨਾ ਚਿਰ ਵਰਤਾਵਾ ਚੱਲਦਾ ਰਵੇ ਸੰਗਤ ਵਿੱਚ ਦੇਖਦਾ, ਉਹਨਾਂ ਚਿਰ ਤੁਸੀਂ ਕਲਯੁਗ ਨੂੰ ਮਹਾਰਾਜ ਕਹਿੰਦੇ ਵੀ ਤੂੰ ਉਹਨਾਂ ਚਿਰ ਕਤਾਰ ਦੇ ਵਿੱਚ ਖਲੋਤਾ ਰਿਹਾ ਕਰ। ਇਹ ਮਾਇਸ ਪਾਏ ਕਲੀ ਹਰਖਿਓ, ਅਬਲੇ ਤਹਿ ਕਾਲ ਵਿਖੇ ਪਰਖਿਓ। ਇਸ ਤਰ੍ਹਾਂ ਆਗਿਆ ਪਾ ਕੇ ਕਲਯੁਗ ਸੱਚੇ ਪਾਤਸ਼ਾਹ ਦੀ ਤੇ ਕਾਲ ਵਿਖੇ ਪਰਖਿਓ, ਉਸ ਸਮੇਂ ਸੰਗਤ ਵਿੱਚ ਪ੍ਰਵੇਸ਼ ਕਰਦਾ ਹੈ। ਇਹ ਸਾਰੇ ਹੀ ਪਰਖਦੇ ਨੇ ਵੀ ਜਦੋਂ ਦੇਗ ਵਰਤਦੀ ਹੈ ਉਦੋਂ ਫਿਰ ਰੌਲਾ ਪੈਂਦਾ ਹੀ ਪੈਂਦਾ ਹੈ। ਜਬ ਹੋਏ ਤੇ ਹਾਵਲ ਆਵਤ ਹੈ, ਬੜ ਰੌਰ ਕਰੇ ਵਰਤਾਵਤ ਹੈ। ਜਦੋਂ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਹੋ ਕੇ ਆਉਂਦੀ ਹੈ ਬੜਾ ਰੌਲਾ ਪੈਂਦਾ, ਉਦੋਂ ਵਰਤਾਉਣ ਲੱਗਿਆ। ਪੁਨ ਸ਼੍ਰੀ ਗੁਰ ਬੈਠ ਦੀਵਾਨ ਲਗਿਓ, ਗਨ ਸਿੱਖ ਪਿਖੇ ਮਨ ਪ੍ਰੇਮ ਪਗਿਓ। ਫਿਰ ਸ੍ਰੀ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੀਵਾਨ ਲਾ ਕੇ ਬੈਠ ਗਏ ਹਨ। ਦੀਵਾਨ ਸ਼ੁਰੂ ਹੋਇਆ ਹੈ। ਬਹੁਤੇ ਸਿੱਖ ਜਿਹੜੇ ਹਨ ਪ੍ਰੇਮ ਦੇ ਨਾਲ ਸਤਿਗੁਰੂ ਜੀ ਦੇ ਪਾਸ, ਗਰੀਬ ਨਵਾਜ ਦੇ ਪਾਸ ਮਨ 'ਚ ਪ੍ਰੇਮ ਜਿਨ੍ਹਾਂ ਦੇ ਭਰਿਆ ਹੈ, ਮਨ ਰੱਤੇ ਹੋਏ ਨੇ ਪ੍ਰੇਮ ਦੇ ਨਾਲ, ਉਹ ਆਣ ਕੇ ਦਰਸ਼ਨ ਕਰਦੇ ਹਨ। ਸਭ ਵਿੱਚ ਸੁਹਾਤ ਗ੍ਰੰਥ ਧਰਿਓ, ਕਰ ਸੇਵਕ ਸੁੰਦਰ ਚਾਰ ਫਿਰਿਓ। ਤਾਂ ਸਾਰੀ ਸਭਾ ਦੇ ਵਿੱਚ ਆਣ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਹੜੇ ਨੇ ਉਹਨਾਂ ਨੂੰ ਸੁਭਾਇਮਾਨ ਕੀਤਾ, ਮਹਾਰਾਜ ਨੂੰ ਸਥਾਪਨ ਕੀਤਾ। ਤੇ ਸੇਵਕ ਜਿਹੜੇ ਨੇ ਉਹ ਸੁੰਦਰ ਚੌਰ ਗੁਰੂ ਗ੍ਰੰਥ ਸਾਹਿਬ ਦੇ ਉੱਤੋਂ ਦੀ ਕਰਦੇ ਹਨ। ਲਗ ਢੇਰ ਪ੍ਰਸ਼ਾਦ ਗਇਓ ਸੋ ਤਾਹਾਂ, ਬਹੁ ਲਿਆਵਤ ਸਿੱਖ ਆਨੰਦ ਮਹਾ। ਢੇਰ ਲੱਗ ਗਿਆ ਪ੍ਰਸ਼ਾਦ ਦਾ, ਕਹਿੰਦੇ ਬਹੁਤ ਜ਼ਿਆਦਾ, ਬਹੁਤ ਲਿਆਉਂਦੇ ਨੇ ਸਿੱਖ ਸੰਗਤਾਂ ਬੜੇ ਆਨੰਦ ਦੇ ਨਾਲ। ਸ਼ੁਭ ਫੂਲਣ ਮਾਲ ਵਿਸਾਲ ਕਰੇ, ਬਹੁ ਰੰਗਨ ਕੇ ਵਿੱਚ ਗੁੰਥ ਧਰੇ। ਸੋਹਣੀਆਂ ਸ਼ੁਭ ਫੁੱਲਾਂ ਦੀਆਂ ਮਾਲਾ ਬਹੁਤ ਵੱਡੀਆਂ ਵੱਡੀਆਂ, ਬਹੁਤੇ ਰੰਗਾਂ ਦੇ ਜਿਹੜੇ ਵਿੱਚ ਫੁੱਲ ਨੇ
ਉਹ ਭਰ ਭਰ ਕੇ ਮਾਲਾ ਬਣਾ ਬਣਾ ਕੇ ਗਰ ਸ੍ਰੀ ਗੁਰ ਕੇ ਸਿਖ ਪਾਵਤ ਹੈ, ਬਹੁ ਭਾਤਨ ਫੂਲ ਚੜਾਵਤ ਹੈ। ਲਿਆ ਕੇ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਦੇ ਗਲ ਦੇ ਵਿੱਚ ਸੰਗਤ ਪਾਉਂਦੀ ਹੈ। ਔਰ ਇਸ ਤਰ੍ਹਾਂ ਬੜੇ ਪ੍ਰੇਮ ਦੇ ਨਾਲ ਉਹ ਜਿਹੜੀਆਂ ਮਾਲਾ ਨੇ ਉਹ ਮਹਾਰਾਜ ਨੂੰ ਚੜਾਈਆਂ ਜਾਂਦੀਆਂ ਹਨ। ਸ਼ੁਭ ਮਾਲ ਸੋ ਫੂਲ ਵਿਸਾਲ ਲਏ, ਗੁਰੂ ਗ੍ਰੰਥ ਸਮੀਪ ਚੜਾਏ ਦਏ। ਤੇ ਕੁਝ ਜਿਹੜੀਆਂ ਸ਼ੁਭ ਮਾਲਾ ਹਨ ਫੁੱਲਾਂ ਦੀਆਂ ਬੜੀਆਂ ਸੋਹਣੀਆਂ ਵੱਡੀਆਂ, ਉਹ ਗੁਰੂ ਗ੍ਰੰਥ ਸਾਹਿਬ ਦੇ ਲਾਗੇ ਚੜਾ ਦਿੱਤੀਆਂ ਜਾਂਦੀਆਂ ਹਨ। ਇਦਾਂ ਸੰਗਤ ਮਹਾਰਾਜ ਦਾ ਸਤਿਕਾਰ ਕਰਦੀ ਹੈ। ਪੰਜਵੇਂ ਪਾਤਸ਼ਾਹ ਨੂੰ ਮਾਲਾ ਪਹਿਨਾਉਂਦੇ ਨੇ ਤੇ ਗੁਰੂ ਗ੍ਰੰਥ ਸਾਹਿਬ ਨੂੰ ਮਾਲਾ ਪਹਿਨਾਉਂਦੇ ਹਨ। ਬਹੁ ਧੂਪ ਸੁਆਗਤ ਖਾਵਤ ਹੈ, ਕਸ ਚੰਦਨ ਕੇਸਰ ਪਾਵਤ ਹੈ। ਬਹੁਤੀ ਧੂਫ ਜਿਹੜੀ ਹੈ ਉਹ ਅੱਗ ਉੱਤੇ ਧੁਖਾਈ ਜਾਂਦੀ ਹੈ, ਸੁਗੰਧੀ ਕਰਨ ਵਾਸਤੇ, ਵਾਤਾਵਰਨ ਸ਼ੁੱਧ ਕਰਨ ਵਾਸਤੇ, ਮਨ ਨੂੰ ਨਕਾਰਾਤਮਕ ਤੋਂ ਸਕਾਰਾਤਮਕ ਕਰਨ ਵਾਸਤੇ ਜਿਹੜੀ ਬਹੁਤੀ ਸੁਗੰਧੀ ਵਾਲੀ ਧੂਫ ਹੈ। ਇਹ ਨਹੀਂ ਵੀ ਜਿਹੜੀ ਅੱਜ ਕੱਲ੍ਹ ਕੇਲਿਆਂ ਦੀ ਰੇਹੜੀ ਤੇ ਲਾ ਕੇ ਹੈ ਮੱਖੀਆਂ ਡਾਉਣ ਵਾਲੀ, ਇਹ ਨਹੀਂ। ਤਾਂ ਬਹੁਤੀ ਸੁਗੰਧੀ ਵਾਲੀ ਧੂਫ ਜਿਹੜੀ ਹੈ ਇਹ ਧੁਖਾਈ ਜਾਂਦੀ ਹੈ ਅੱਗ ਉੱਤੇ। ਫਿਰ ਚੰਦਨ ਦੀਆਂ ਲੱਕੜਾਂ ਘਸਾ ਕੇ ਉਹਦਾ ਬੂਰਾ ਬਣਾ ਕੇ ਉਹਦੇ 'ਚ ਬੜੀ ਸੁਗੰਧੀ ਹੈ। ਇਸੇ ਤਰ੍ਹਾਂ ਕੁੰਕਮ, ਅਸ਼ਟਗੰਧ, ਕੇਸਰ, ਗੁਲਾਲ, ਗੁਲਾਬ ਜਲ, ਇਹ ਸਾਰੇ ਛਿੜਕੇ ਜਾਂਦੇ ਨੇ ਸੁਗੰਧੀ ਕਰਨ ਵਾਸਤੇ ਮਹਾਰਾਜ ਤੇ। ਚਰਚੇ ਅਰਚੇ ਸਿਖ ਪ੍ਰੀਤ ਤਰੈ, ਗਣ ਸੰਖ ਬਜਾਵਤ ਫੂਕ ਭਰੈ। ਇਸ ਤਰ੍ਹਾਂ ਗੁਰੂ ਕੇ ਸਿੱਖ ਚਰਚਦੇ ਨੇ, ਛਿੜਕਦੇ ਨੇ, ਅਰਚਦੇ ਨੇ ਗੁਰੂ ਗ੍ਰੰਥ ਸਾਹਿਬ ਦਾ ਤੇ ਪੰਜਵੇਂ ਪਾਤਸ਼ਾਹ ਦਾ ਸਤਿਕਾਰ ਕਰਦੇ, ਜਿਹਨੂੰ ਕਹਿੰਦੇ ਪੂਜਾ ਕਰਨੀ, ਸਤਿਕਾਰ ਕਰਦੇ ਨੇ ਮਹਾਰਾਜ ਦਾ। ਇਸ ਪ੍ਰਕਾਰ ਬੜੀ ਪ੍ਰੀਤੀ ਨੂੰ ਧਾਰਦੇ ਹੋਏ। ਤੇ ਪੁਰਾਣਾ ਸਮਾਂ ਸੀ, ਸ਼ੰਖ ਜਿਹੜੇ ਨੇ ਉਹ ਬਹੁਤੇ ਵਜਾਏ ਜਾਂਦੇ ਹਨ। ਅਰਦਾਸ ਪ੍ਰਸਾਦਨ ਬ੍ਰਿੰਦ ਕਰੈ, ਜੈਕਾਰ ਸਭੈ ਇੱਕ ਬਾਰ ਰਹਿ। ਇਸ ਤਰ੍ਹਾਂ ਫਿਰ ਜਿੰਨਾ ਪ੍ਰਸ਼ਾਦ ਚੜਿਆ ਸੀ ਉਹਦੀ ਅਰਦਾਸ ਕੀਤੀ ਗਈ ਸਮੂਹ ਦੀ। ਜੈ ਜੈਕਾਰ ਦੇ ਜਕਾਰੇ ਸੰਗਤ ਨੇ ਛੱਡੇ ਹਨ। ਕਰ ਧਾਰ ਰਬਾਬ ਸਤਾਰ ਬਜੇ, ਸਭ ਦਾਨ ਸੋ ਗਾਏ, ਸੋ ਰਾਗ ਸਜੈ। ਔਰ ਫਿਰ ਕੀ ਹੋਇਆ, ਰਬਾਬੀ ਜਿਹੜੇ ਨੇ ਰਬਾਬਾਂ ਨੂੰ ਧਾਰ ਕੇ, ਸਤਾਰਾਂ ਜਿਹੜੀਆਂ ਨੇ ਉਹ ਸਹਿਤ ਤਾਰ ਦੇ ਰਬਾਬਾਂ ਜਿਹੜੀਆਂ ਨੇ ਉਹ ਵੱਜਦੀਆਂ ਪਈਆਂ ਨੇ ਤੇ ਰਾਗਾਂ ਦੇ ਵਿੱਚ ਸੋਹਣੇ ਪਰੋ ਕੇ ਸ਼ਬਦ ਗਾਏ ਜਾਂਦੇ ਹਨ। ਬਹੁ ਭੀਰ ਪਈ ਦਿਸ ਚਾਰੋ ਮੈਂ, ਹੋਏ ਮੰਗਲ ਤਾਤ ਸ਼ਾਹੋ ਸਮੈ। ਬਹੁਤ ਜ਼ਿਆਦੀ ਭੀੜ ਜਿਹੜੀ ਹੈ ਉਹ ਚਾਰੇ ਪਾਸੇ ਹੋ ਗਈ ਹੈ। ਬੜੇ ਮੰਗਲ ਹੋ ਰਹੇ ਨੇ, ਉਤਸ਼ਾਹ ਹੋ ਰਹੇ ਨੇ ਗੁਰੂ ਗ੍ਰੰਥ ਸਾਹਿਬ ਦੀ ਸੰਪੂਰਨਤਾ ਤੇ। ਵਰਤਿਓ ਸੋ ਪ੍ਰਸਾਦ ਕਲੀ ਪ੍ਰਵੇਸ਼ਿਓ, ਬੜ ਰੌਰ ਪਰਿਓ ਸਭ ਬੀਚ ਧਸਿਓ। ਤਾਂ ਫਿਰ ਜਦੋਂ ਪ੍ਰਸ਼ਾਦ ਵਰਤਣਾ ਸ਼ੁਰੂ ਹੋਇਆ ਤਾਂ ਜਿਹੜਾ ਕਲਯੁਗ ਸੀ ਉਹ ਆਣ ਕੇ ਪ੍ਰਵੇਸ਼ ਕਰ ਗਿਆ ਗੁਰੂ ਘਰ ਦੇ ਵਿੱਚ। ਤਬ ਸ੍ਰੀ ਗੁਰੂ ਜਾਣ ਗਏ ਕਲ ਕੋ, ਨਿਜ ਹੇਰ ਸਮਾ ਕੀ ਹੈ ਬਲ ਕੋ। ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜਾਣ ਗਏ ਵੀ ਕਲਯੁਗ ਆ ਗਿਆ ਹੈ। ਇਸੇ ਕਰਕੇ ਇੰਨਾ ਜ਼ੋਰ ਵਿਖਾਉਂਦਾ ਆਪਦਾ ਵੀ ਸੰਗਤ ਜਿਹੜੀ ਹੈ ਉਹ ਦੇਖੋ ਕਿਦਾਂ ਮਹਾਰਾਜ ਨੂੰ ਵੀ ਭੁੱਲ ਜਾਂਦੀ ਜਦੋਂ ਪ੍ਰਸ਼ਾਦ ਵਰਤਦਾ, ਜਾਂ ਲੰਗਰ ਦੇ ਵਿੱਚ ਜਦੋਂ ਲੰਗਰ ਵਰਤਦਾ। ਬਹੁਤੇ ਤਾਂ ਫਿਰ ਲੰਗਰ ਚੈੱਕ ਕਰਨੀ ਆਉਂਦੇ ਨੇ। ਤਾਂ ਇਹ ਕਲਯੁਗ ਦਾ ਜ਼ੋਰ ਹੈ ਵੀ ਆਪਣਾ ਜ਼ੋਰ ਪਾ ਕੇ ਫਿਰ ਕਲਯੁਗ ਆਪਣਾ ਬਲ ਦਿਖਾਉਂਦਾ ਉਸ ਸਮੇਂ। ਬੜ ਹੋਤ ਕੁਲਾਹਲ ਮੰਗਲ ਕੋ, ਤੇ ਕਾਲ ਕੀਓ ਕਲ ਦੰਗਲ ਕੋ। ਬਹੁਤਾ ਕੁਲਾਹਲ ਹੁੰਦਾ ਹੈ ਪਰ ਮੰਗਲ ਖੁਸ਼ੀਆਂ ਦਾ ਕੁਲਾਹਲ ਹੁੰਦਾ ਹੈ। ਉਸ ਸਮੇਂ ਦੰਗਲ ਹੁੰਦਾ, ਦੰਗਲ। ਪੁਰਾਣੇ ਸਮੇਂ ਸਰੀਰ ਤਗੜੇ ਸੀ, ਇਸ ਕਰਕੇ ਕੜਾਹ ਪ੍ਰਸ਼ਾਦ, ਤਗੜੇ ਸਰੀਰ ਇੱਕ ਦੂਜੇ ਨਾਲ ਦੰਗਲ ਘੋਲ ਕਰਦੇ ਸੀ ਵੀ ਮੈਂ ਵੱਧ ਪ੍ਰਸ਼ਾਦ ਲੈਣਾ, ਮੈਂ ਵੱਧ ਪ੍ਰਸ਼ਾਦ ਲੈਣਾ। ਇੱਦਾਂ ਕਵੀ ਜੀ ਦੇ ਸਮੇਂ ਜਦੋਂ ਦੇਗ ਵਰਤਦੀ ਸੀ ਤੇ ਇੱਦਾਂ ਘੋਲ ਹੁੰਦੇ ਸੀ ਸੰਗਤ ਦੇ। ਸਭ ਸੰਗਤ ਨੇ ਦਰਸ਼ਨ ਕਰਿਓ, ਪਗ ਪੰਕਜ ਪੈ ਨਿਜ ਸੀਸ ਧਰਿਓ। ਤਾਂ ਸਾਰੀਆਂ ਸੰਗਤਾਂ ਨੇ ਦਰਸ਼ਨ ਕੀਤੇ, ਸਤਿਗੁਰੂ ਜੀ ਦੇ ਚਰਨਾਂ ਕਮਲਾਂ ਤੇ ਆਪਣੇ ਸੀਸ ਧਰੇ। ਪੁਨ ਜਾਤ ਪਏ ਨਿਜ ਧਾਮਨ ਕੋ, ਹਰ ਖੰਤ ਲਗੇ ਨਿਜ ਕਾਮਨ ਕੋ। ਇਸ ਤਰ੍ਹਾਂ ਫਿਰ ਸੰਗਤ ਮਹਾਰਾਜ ਦੇ ਦਰਸ਼ਨ ਕਰਕੇ, ਬਾਣੀ ਦੇ ਦਰਸ਼ਨ ਕਰਕੇ ਆਪੋ ਆਪਣੇ ਘਰਾਂ ਨੂੰ ਸੰਗਤ ਜਿਹੜੀ ਹੈ
ਉਹ ਚਲੇ ਗਈ। ਸਤਿਗੁਰਾਂ ਦੇ ਦਰਸ਼ਨ ਕਰਕੇ ਬੜੀ ਪ੍ਰਸੰਨ ਹੁੰਦੀ ਹੈ। ਆਪੋ ਆਪਣੇ ਕੰਮਾਂ ਨੂੰ ਜਾ ਕੇ ਲੱਗ ਗਏ ਹਨ। ਗਨ ਮੰਗਤ ਕੋ ਗੁਰ ਦੇਖ ਤਬੈ, ਤਨ ਦੇਤ ਭਏ ਕਰ ਲੀਨ ਸਭੈ। ਤਾਂ ਫਿਰ ਮਹਾਰਾਜ ਨੇ ਦੇਖਿਆ ਵੀ ਮੰਗਤੇ ਬੜੇ ਆਏ ਨੇ ਮੰਗਣ ਵਾਲੇ, ਤਾਂ ਮੰਗਤਿਆਂ ਨੂੰ ਦੇਖ ਕੇ ਮੰਗਣ ਵਾਲਿਆਂ ਨੂੰ ਸਤਿਗੁਰੂ ਜੀ ਨੇ ਬਹੁਤਾ ਧਨ ਜਿਹੜਾ ਹੈ ਉਹ ਆਪਣੇ ਹੱਥ 'ਚ ਲਿਆ। ਹੱਥ 'ਚ ਲੈ ਕੇ ਫਿਰ ਸੱਚੇ ਪਾਤਸ਼ਾਹ ਮੰਗਤੇ ਜਿਹੜੇ ਗਦਾਈ ਨੇ ਸਾਰੇ, ਨੈ ਸ਼ੂਸ਼ ਗਇਓ ਗੁਰ ਕੇ ਦਰ ਤੇ, ਪਟ ਦੀਨ ਕਿਸੂ ਇਛ ਸੋ ਧਰਤੇ। ਕਿਸੇ ਨੂੰ ਵੀ ਖਾਲੀ ਨਹੀਂ ਮਹਾਰਾਜ ਨੇ ਭੇਜਿਆ। ਮੰਗਤਿਆਂ ਨੂੰ ਵੀ ਮਹਾਰਾਜ ਨੇ ਬਹੁਤ ਜ਼ਿਆਦੀ ਮਾਇਆ ਇਸ ਖੁਸ਼ੀ 'ਚ ਵੰਡੀ ਕਿ ਧੰਨ ਗੁਰੂ ਗ੍ਰੰਥ ਸਾਹਿਬ ਦੀ ਸੰਪੂਰਨਤਾ ਜਿਹੜੀ ਹੈ ਉਹ ਹੋਈ ਹੈ। ਜਿਹਨੂੰ ਕੱਪੜਾ ਚਾਹੀਦਾ ਸੀ ਉਹਨੂੰ ਮਹਾਰਾਜ ਨੇ ਕੱਪੜਾ ਦਿੱਤਾ, ਜਿਹੋ ਜੀ ਕਿਸੇ ਦੀ ਇੱਛਾ ਸੀ। ਕਿਉਂ ਪਰਮੇਸ਼ਰ ਦਾ ਕੀ ਪਤਾ ਬਈ ਕਿਹੜੇ ਰੂਪ 'ਚ ਉਹਨੇ ਆਉਣਾ ਹੈ ਸਾਹਮਣੇ। ਨਰ ਬ੍ਰਿੰਦ ਸੁਬਾਦ ਬਜਾਵਤ ਹੈ, ਗਣ ਰਾਗਣ ਕੋ ਮੁਖ ਗਾਵਤ ਹੈ। ਇਸ ਤਰ੍ਹਾਂ ਜਿਹੜੀ ਬਹੁਤੀ ਸੰਗਤ ਹੈ ਜਾਂ ਬਹੁਤੇ ਪੁਰਸ਼ ਨੇ ਉਹ ਵਾਜੇ ਵਜਾਉਂਦੇ ਹਨ, ਬਹੁਤੇ ਰਾਗ ਜਿਹੜੇ ਨੇ ਉਹ ਮੁਖ ਦੇ ਨਾਲ ਗਾਉਂਦੇ ਹਨ। ਸਭ ਕੋ ਤਨ ਦੀਨ ਪ੍ਰਸੰਨ ਕਰੇ, ਸੁਤ ਜੀਵਤ ਆਸ਼ਿਕਤਾ ਉਚਰੇ। ਇਸ ਤਰ੍ਹਾਂ ਮਹਾਰਾਜ ਨੇ ਸਭ ਨੂੰ ਬਹੁਤਾ ਧਨ ਵੰਡਿਆ, ਲੋੜਵੰਦਾਂ ਦੀਆਂ ਲੋੜਾਂ ਪੂਰੀਆਂ ਕੀਤੀਆਂ। ਉਹਨਾਂ ਨੇ ਆਸ਼ੀਰਵਾਦ ਉਚਾਰੇ ਕਿ ਸਾਹਿਬਜ਼ਾਦੇ ਦੀ ਲੰਮੀ ਉਮਰ ਹੋਵੇ, ਧੰਨ ਗੁਰੂ ਹਰਗੋਬਿੰਦ ਸਾਹਿਬ ਲੰਮੀ ਉਮਰ ਭੋਗਣ। ਇਮ ਗ੍ਰੰਥ ਸਮਾਪਤੇ ਆਪ ਕਰਿਓ, ਬਹੁ ਭਾਂਤ ਮਹਾਤਮ ਕੋ ਉਚਰਿਓ। ਇਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਦੀ ਸਮਾਪਤੀ ਹੋਈ ਸੀ, ਬਾਣੀ ਸੰਪੂਰਨ ਹੋਈ ਸੀ। ਬਹੁਤ ਭਾਂਤੀ ਦਾ ਜਿਹੜਾ ਮਹਾਤਮ ਹੈ ਉਹ ਸਤਿਗੁਰੂ ਜੀ ਨੇ ਆਪਣੀ ਰਸਨਾ ਤੋਂ ਵੀ ਗੁਰੂ ਗ੍ਰੰਥ ਸਾਹਿਬ ਕਿੱਡੇ ਕੁ ਵੱਡੇ ਨੇ, ਕਿੰਨੇ ਕੁ ਮਹਾਨ ਨੇ, ਇਹਨਾਂ ਦੀ ਬਾਣੀ ਦੀ ਤਾਕਤ ਕਿੰਨੀ ਕੁ ਹੈ, ਇਹਨਾਂ ਦੇ ਦਰਸ਼ਨਾਂ ਦਾ ਹੀ ਕਿੰਨਾ ਕੁ ਫਲ ਹੈ। ਇਹ ਸਾਰੇ ਮਹਾਤਮ ਸ੍ਰੀ ਗੁਰੂ ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਨੇ ਆਪਣੇ ਕਮਲ ਸਰੀਖੇ ਮੁਖ ਤੋਂ ਸੁਗੰਧੀ ਰੂਪ ਵਚਨ ਜਿਹੜੇ ਹਨ ਆਪਣੀ ਰਦ ਪੰਕਤੀ ਦੇ ਨਾਲ ਉਚਾਰਨ ਕੀਤੇ ਹਨ। ਸਰ ਰਾਮ ਸ਼ਨਾਨੇ ਆਨੰਦ ਰੰਗ ਦਰਸੇਸ ਭਾਨ, ਭਾਤ ਥਾਨ ਸੋ ਭਾਉ ਧਰੰ। ਸਰ ਰਾਮ ਸ਼ਨਾਨੇ ਆਨ ਤਰੰਗ। ਭਾਈ ਜਿੱਥੇ ਗੁਰੂ ਗ੍ਰੰਥ ਸਾਹਿਬ ਲਿਖੇ ਗਏ, ਪਹਿਲਾਂ ਉਸ ਧਰਤੀ ਦਾ ਮਹਾਤਮ ਸੁਣ ਲਓ। ਉਹ ਕੀ ਆ? ਰਾਮਸਰ ਸਾਹਿਬ। ਤਾਂ ਜਿਹੜਾ ਵੀ ਸੱਜਣ ਰਾਮਸਰ ਸਾਹਿਬ ਆਣ ਕੇ ਇਸ਼ਨਾਨ ਕਰਿਆ ਕਰੇਗਾ ਜਾਂ ਦਰਸ਼ਨ ਕਰਿਆ ਕਰੇਗਾ ਤਾਂ ਸਤਿਗੁਰੂ ਗਰੀਬ ਨਵਾਜ਼ ਫਰਮਾਉਂਦੇ ਨੇ ਨਾਲ ਭਾਵਨਾ ਧਰੇਗਾ, ਉਹਨੂੰ ਇਹ ਫਲ ਪ੍ਰਾਪਤ ਹੋਇਆ ਕਰੇਗਾ। ਗਨ ਪਾਪਨ ਖਾਪਤ ਸੋ ਛਿਨ ਮੈਂ, ਗੁਰ ਕੀ ਸ਼ਰਧਾ ਵਰਦੈ ਮਨ ਮੈਂ। ਉਹਦੇ ਜਿੰਨੇ ਪਾਪ ਕੀਤੇ ਹਨ ਉਹ ਪਿਛਲੇ ਕੱਟੇ ਜਾਇਆ ਕਰਨਗੇ, ਤੇ ਗੁਰੂ ਦੀ ਸ਼ਰਧਾ ਜਿਹੜੀ ਹੈ, ਗੁਰੂ ਤੇ ਉੱਤੇ ਵਿਸ਼ਵਾਸ ਜਿਹੜਾ ਹੈ ਉਹ ਉਹਦੇ ਹਿਰਦੇ ਦੇ ਵਿੱਚ ਵੱਧ ਜਿਆ ਕਰੇਗਾ। ਹੁਣ ਆਪਣੇ ਪਰਿਵਾਰਾਂ 'ਚ ਵੀ ਤੇ ਇਸੇ ਗੱਲ ਦੀ ਕਮੀ ਆ ਨਾ ਵੀ ਬੱਚੇ ਸਿੱਖੀ ਨਹੀਂ ਰੱਖਦੇ, ਭੈਣ ਭਰਾ ਸਿੱਖੀ ਨਹੀਂ ਰੱਖਦੇ। ਤੇ ਜਿਹੜੀ ਮਹਾਰਾਜ ਨੇ ਦਵਾਈ ਦੱਸੀ ਸੀ ਉਹਨੂੰ ਤੇ ਅਸੀਂ ਕੱਟਤਾ। ਦਵਾਈ ਕੀ ਹੈ? ਇਸ਼ਨਾਨ ਕਰੇ, ਸ਼ਰਧਾ ਨਾਲ ਮਹਾਰਾਜ ਦੇ ਦਰਸ਼ਨ ਕਰੇ। ਤੇ ਅਸੀਂ ਕਹਿੰਦੇ ਆ ਇਸ਼ਨਾਨ ਕਰਨ ਦੇ ਨਾਲ ਮਿਲਣਾ ਹੀ ਕੁਝ ਨਹੀਂ, ਮੱਥੇ ਲੱਗਿਆਂ ਮਿਲਣਾ ਹੀ ਕੁਝ ਨਹੀਂ ਹੈ। ਮੱਥੇ ਲੱਗਣ ਦਾ ਆਪਣਾ ਮਹਾਤਮ ਆ, ਬਾਣੀ ਪੜ੍ਹਨ ਦਾ ਆਪਣਾ ਮਹਾਤਮ ਆ। ਅੱਛਾ, ਬਾਣੀ ਕਮਾਉਣ ਦਾ ਆਪਣਾ ਮਹਾਤਮ, ਬਾਣੀ ਸੁਣਨ ਦਾ ਆਪਣਾ ਮਹਾਤਮ। ਇਸ ਤਰ੍ਹਾਂ ਹਰ ਚੀਜ਼ ਦਾ ਮਹਾਤਮ ਹੁੰਦਾ ਹੈ। ਇਹ ਨਹੀਂ ਵੀ ਜੇ ਕਹਿ ਦਈਏ ਵੀ ਤੂੰ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦਾ ਤੇ ਤੂੰ ਕੁਝ ਵੀ ਨਹੀਂ ਕਰਦਾ। ਮੱਥਾ ਟੇਕਣ ਦਾ ਆਪਣਾ ਮਹਾਤਮ ਹੁੰਦਾ ਹੈ। ਹਾਂ, ਮੱਥਾ ਟੇਕਣਾ ਪਹਿਲੀ ਕਲਾਸ ਆ, ਗੱਲ ਇੰਨੀ ਕੁ। ਉਹਦੇ ਬਾਅਦ ਫਿਰ ਬਾਣੀ ਦੇ ਦਰਸ਼ਨ ਕਰਨੇ ਚਾਹੀਦੇ, ਬਾਣੀ ਪੜ੍ਹਨੀ ਚਾਹੀਦੀ, ਨਹੀਂ ਪੜ੍ਹੀ ਜਾਂਦੀ ਤੇ ਸੁਣਨੀ ਚਾਹੀਦੀ। ਇਹ ਤੋਂ ਵੀ ਅੱਗੇ ਫਿਰ ਬ੍ਰਹਮ ਗਿਆਨੀਆਂ ਦਾ ਮਹਾਤਮ ਹੈ। ਜਿਹੜੀ ਪੜ੍ਹੀ ਹੈ, ਜਿਹੜੀ ਸੁਣੀ ਹੈ, ਉਹਨੂੰ ਹਿਰਦੇ ਦੇ ਵਿੱਚ ਵਸਾਉਣਾ ਚਾਹੀਦਾ ਹੈ। ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਕਿਨਕਾ ਏਕ ਜਿਸ ਜੀਵ ਬਸਾਵੈ, ਤਾਂ ਕਿ ਮਹਿਮਾ ਗਨੀ ਨਾ ਆਵੈ। ਕਾਂਖੀ ਏਕੈ ਦਰਸ ਤੁਹਾਰੋ, ਨਾਨਕ ਉਨ ਸੰਗ
ਮੋਹੇ ਉਧਾਰੋ, ਜਿਨ੍ਹਾਂ ਨੂੰ ਸਿਰਫ ਇੱਕ ਤੇਰੇ ਦਰਸ਼ਨਾਂ ਦੀ ਇੱਛਾ, ਬਾਕੀ ਸਾਰੀਆਂ ਮੰਗਾਂ ਜਿਨ੍ਹਾਂ ਨੇ ਖਤਮ ਕਰ ਦਿੱਤੀਆਂ, ਵੀ ਹੋਰ ਕੁਝ ਨਹੀਂ ਮੰਗਣਾ, ਸਿਰਫ ਸੱਚੇ ਪਾਤਸ਼ਾਹ ਤੇਰੇ ਦਰਸ਼ਨ ਹੋਇਆ ਕਰਨ ਰੋਜ਼ ਸ਼ਰਧਾ ਨਾਲ, ਬਿਨਾ ਨਾਗਾ। ਧੰਨ ਭਾਈ ਰਾਮ ਕੋਇਰ ਸਾਹਿਬ, ਖਾਲਸੇ ਦੇ ਮਾਤਾ ਸਾਹਿਬ ਕੌਰ ਜੀ, ਕਲਗੀਧਰ ਦੇ ਰੋਜ਼ ਦਰਸ਼ਨ ਹੋਣ, ਹੋਰ ਕੁਝ ਨਹੀਂ ਚਾਹੀਦਾ, ਨਾ ਕੋਈ ਪਦਾਰਥ, ਨਾ ਕੋਈ ਵਡਿਆਈ। ਤੇ ਇਹੋ ਜਿਹੀਆਂ ਬੜੀਆਂ ਗੱਲਾਂ ਨੇ। ਸੋ ਜਿਨ੍ਹਾਂ ਨੂੰ ਕਾਂਖੀ ਇੱਕ ਹੈ ਦਰਸ ਤੁਹਾਰ, ਸਿਰਫ ਤੇਰੇ ਦਰਸ਼ਨਾਂ ਦੀ ਕਾਂਖੀ ਆ, ਇੱਛਾ ਵਾ, ਕਾਂਖ ਆ। ਨਾਨਕ ਉਨ ਸੰਗ ਮੋਹੇ ਉਧਾਰੋ, ਉਹਨਾਂ ਦੇ ਨਾਲ ਸੱਚੇ ਪਾਤਸ਼ਾਹ ਮੇਰਾ ਵੀ ਭਲਾ ਕਰੋ। ਇਸ ਤਰ੍ਹਾਂ ਸੱਚੇ ਪਾਤਸ਼ਾਹ ਕਹਿੰਦੇ ਮੰਗਣਾ ਚਾਹੀਦਾ। ਏਡਾ ਵੱਡਾ ਮਹਾਤਮ ਦਰਸ਼ਨਾਂ ਦਾ, ਇੱਕ ਅੱਖਰ ਵਸਾਉਣ ਦਾ ਬਾਣੀ ਦਾ। ਉਰ ਸ਼੍ਰੀ ਗੁਰ ਆਵਤ ਭੇ ਪੁਰਖ, ਗੁਰਦਾਸ ਸਮੇਤ ਸੁਧੀ ਉਰਕ। ਫਿਰ ਸੱਚੇ ਪਾਤਸ਼ਾਹ ਭਾਈ ਗੁਰਦਾਸ ਜੀ, ਜਿਨ੍ਹਾਂ ਦਾ ਹਿਰਦਾ ਬਹੁਤਾ ਸ਼ੁੱਧ ਹੈ, ਸ਼ੁੱਧ ਹਿਰਦੇ ਵਾਲੇ ਹਨ, ਉਹਨਾਂ ਦੇ ਨਾਲ ਸ੍ਰੀ ਰਾਮਸਰ ਤੋਂ ਮਹਾਰਾਜ ਚੱਲ ਕੇ ਸ੍ਰੀ ਹਰਿਮੰਦਰ ਸਾਹਿਬ ਸ਼ਹਿਰ ਵੱਲ ਨੂੰ ਮਹਾਰਾਜ ਆਏ ਹਨ। ਲੀਏ ਸੰਗ ਸੋ ਗ੍ਰੰਥ ਆਪਨ ਕੈ, ਹਰ ਮੰਦਰ ਮੈਂ ਥਰ ਥਾਪਨ ਕੈ। ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਲੈ ਕੇ ਆਏ ਤੇ ਹਰਿਮੰਦਰ ਸਾਹਿਬ ਦੇ ਵਿੱਚ ਜਿਹੜਾ ਸ੍ਰੇਸ਼ਟ ਥਾਂ ਸੰਸਾਰ ਦਾ, ਉਹਦੀ ਸਥਾਪਨਾ ਕੀਤੀ ਮਹਾਰਾਜ ਨੇ। ਕੋਈ ਪੂਜ ਸਦਾਏ ਸਥਾਨ ਵਿਖੇ, ਬਹੁਰੋ ਸਮੁਦਾਏ ਪਠੈ ਸੋ ਲਿਖੈ। ਤਾਂ ਹੋਏ ਪੂਜ ਸਦਾ। ਹਰਿਮੰਦਰ ਸਾਹਿਬ 'ਚ ਗੁਰੂ ਗ੍ਰੰਥ ਸਾਹਿਬ ਦੀ ਪੂਜਾ ਹੋਵੇਗੀ ਹਮੇਸ਼ਾ ਵਾਸਤੇ। ਬਹੁਰੋ ਸਮੁਦਾਏ ਪਠੈ ਸੋ ਲਿਖੈ। ਫਿਰ ਬਹੁਤ ਸਾਰੇ ਇਸ ਬਾਣੀ ਨੂੰ ਪੜ੍ਹਿਆ ਕਰਨਗੇ, ਇਸ ਬਾਣੀ ਨੂੰ ਲਿਖ ਲਿਆ ਕਰਨਗੇ। ਇਸ ਭਾਂਤ ਕਰਿਓ ਘਰ ਫਿਰ ਗਏ, ਪਦ ਬੰਦਤ ਗੰਗ ਆਨੰਦ ਕੇ। ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ਼ ਫਿਰ ਆਪਣੇ ਮਹਿਲਾਂ 'ਚ ਚਲੇ ਗਏ। ਮਹਿਲਾਂ ਵਿੱਚ ਜਦੋਂ ਗਏ ਤਾਂ ਮਾਤਾ ਗੰਗਾ ਜੀ ਨੇ ਬੜੇ ਆਨੰਦ ਦੇ ਨਾਲ ਸਤਿਗੁਰੂ ਜੀ ਦੇ ਚਰਨਾਂ ਤੇ ਨਮਸਕਾਰ ਕੀਤੀ। ਨਿਸਬਾਸ ਕਰੇ ਕਰ ਫੇਰ ਸਦਾ, ਹਰ ਮੰਦਰ ਆਵੈ ਪ੍ਰਾਤ ਸਦਾ। ਫਿਰ ਰਾਤ ਨਿਵਾਸ ਕਰਕੇ ਉਸੇ ਤਰ੍ਹਾਂ ਹੀ ਜਿਵੇਂ ਅੰਮ੍ਰਿਤ ਵੇਲੇ ਹਰ ਰੋਜ਼ ਦਰਬਾਰ ਸਾਹਿਬ ਆਉਂਦੇ ਹੁੰਦੇ ਸਨ, ਤਾਂ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਸ਼੍ਰੀ ਹਰਿਮੰਦਰ ਸਾਹਿਬ ਆਉਂਦੇ ਹਨ। ਤੈਂ ਬੈਠੇ ਦਿਵਸ ਬਿਤਾਵਤ ਹੈ, ਗੁਰਦਾਸ ਤੇ ਪਾਠ ਕਰਾਵਤ ਹੈ। ਉੱਥੇ ਬੈਠ ਕੇ ਫਿਰ ਮਹਾਰਾਜ ਸਾਰਾ ਦਿਨ ਬਤੀਤ ਕਰਦੇ ਹਨ। ਭਾਈ ਗੁਰਦਾਸ ਸਾਹਿਬ ਤੋਂ ਮਹਾਰਾਜ ਸਾਰਾ ਪਾਠ ਕਰਵਾਉਂਦੇ ਹਨ। ਤਬ ਆਪ ਸੁਨੇ ਸਿੱਖ ਹੋਏ ਕਨੇ, ਧਰ ਪ੍ਰੇਮ ਮਹਾ ਸਤਨਾਮ ਭਨੇ। ਆਪ ਸੁਣਦੇ ਹਨ, ਬਹੁਤੀ ਸੰਗਤ ਬਹਿ ਕੇ ਗੁਰੂ ਗ੍ਰੰਥ ਸਾਹਿਬ ਦਾ ਪਾਠ ਸੁਣਦੀ ਹੈ ਤੇ ਪ੍ਰੇਮ ਦੇ ਨਾਲ ਵਾਹਿਗੁਰੂ ਦਾ ਨਾਮ ਜਪਦੀਆਂ ਹਨ। ਨਿਤ ਰੀਤ ਇਸੀ ਸੋ ਬਤੀਤ ਕਰੈ, ਦਰਸੇ ਗਣ ਸੰਗਤ ਮੋਦ ਭਰੈ। ਇਸ ਰੀਤੀ ਦੇ ਨਾਲ ਸੱਚੇ ਪਾਤਸ਼ਾਹ ਹਰ ਰੋਜ਼ ਸਮਾਂ ਬਤੀਤ ਕਰਦੇ ਹਨ। ਸੰਗਤਾਂ ਬਹੁਤ ਪ੍ਰਸੰਨਤਾ ਦੇ ਨਾਲ ਸਤਿਗੁਰੂ ਜੀ ਦੇ ਦਰਸ਼ਨ ਕਰਦੀਆਂ ਹਨ। ਬਹੁ ਦੇਸ਼ਨ ਵਿਦੇਸ਼ਨ ਤੇ ਚੱਲ ਕੇ, ਅਰਪੈ ਤਨ ਆਣ ਗੁਰੂ ਮਿਲ ਕੇ। ਬਹੁਤ ਦੇਸ਼ਾਂ ਵਿਦੇਸ਼ਾਂ ਤੋਂ ਚੱਲ ਕੇ ਆਉਂਦੀਆਂ ਹਨ, ਅਰਪਦੀਆਂ ਨੇ ਮਾਇਆ ਗੁਰੂ ਸਾਹਿਬ ਨੂੰ ਮਿਲ ਕੇ। ਪਰਸੀ ਇਹ ਬਾਤ ਜਹਾਰੋ ਕਹਾ, ਗੁਰੂ ਗ੍ਰੰਥ ਰਚਿਓ ਫਲ ਜਾਹੇ ਮਹਾ। ਇਹ ਗੱਲ ਜਿਹੜੀ ਸੀ ਸਾਰੇ ਫੈਲ ਗਈ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਨ੍ਹਾਂ ਦਾ ਫਲ ਬਹੁਤ ਵੱਡਾ ਹੈ, ਉਹਨਾਂ ਦੀ ਰਚਨਾ ਜਿਹੜਾ ਵੱਡਾ ਕਾਰਜ ਸੀ ਉਹ ਹੋ ਚੁੱਕਾ ਹੈ। ਕਰ ਚਾਉ ਧਰੇ ਔਰ ਭਾਉ ਨਰੰਗ ਸਭ ਆਏ, ਬਿਲੋਕਨ ਪਾਸ ਗੁਰੰਗ। ਇਸ ਤਰ੍ਹਾਂ ਚਾਉ ਧਾਰ ਕੇ, ਹਿਰਦੇ ਵਿੱਚ ਭਾਉ ਧਾਰ ਕੇ ਜਿੰਨੇ ਲੋਕ ਹਨ ਉਹ ਮਹਾਰਾਜ ਦੇ ਪਾਸ ਦਰਸ਼ਨ ਕਰਨ ਆਉਂਦੇ ਹਨ। ਕਰ ਪ੍ਰੀਤ ਸੁਣੇ ਸਤਨਾਮ ਜਪੇ, ਤਿਨ ਪਾਪ ਕਲਾਪਨ ਤਾਪ ਖਪੈ। ਪ੍ਰੀਤੀ ਕਰਕੇ ਨਾਮ ਨੂੰ ਸੁਣਦੇ ਜਪਦੇ ਹਨ। ਜਿਹੜੇ ਨਾਮ ਨੂੰ ਸੁਣਦੇ ਨੇ ਜਪਦੇ ਨੇ, ਉਹਨਾਂ ਦੇ ਪਾਪ, ਉਹਨਾਂ ਦੇ ਕਲਾਪਨ ਕਲੇਸ਼, ਉਹਨਾਂ ਦੇ ਤਾਪ, ਪਾਪ ਕਲੇਸ਼ ਤੇ ਤਾਪ, ਇਹ ਸਾਰੇ ਮਹਾਰਾਜ ਸੱਚੇ ਪਾਤਸ਼ਾਹ ਦੀ ਬਾਣੀ ਪੜ੍ਹਨ ਨਾਲ, ਬਾਣੀ ਸੁਣਨ ਦੇ ਨਾਲ ਖਤਮ ਹੋ ਜਾਂਦੇ ਹਨ। ਨਿਜ ਧਾਮਨ ਜਾਏ ਸੁਨਾਏ ਤਬੈ, ਦਰਸੇ ਹੰਪੀ ਉਮੰਗਤ ਸਭੈ। ਇਸ ਤਰ੍ਹਾਂ ਆਪਣੇ ਘਰਾਂ ਵਿੱਚ ਜਾ ਕੇ ਦੱਸਦੇ ਨੇ ਵੀ ਅਸੀਂ ਬੜੇ ਉਤਸ਼ਾਹ ਨਾਲ
ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਕੇ ਆਏ। ਇੰਨੀ ਭਾਵਨਾ ਹੁੰਦੀ ਸੀ ਸੰਗਤ ਵਿੱਚ, ਇੰਨਾ ਪ੍ਰੇਮ ਕਰਦੀਆਂ ਸੀ ਸਿੱਖ ਸੰਗਤਾਂ। ਦੋਹਰਾ ਮੰਗਟ ਵਾਸੀ ਸਿੱਖ ਜੂ ਬੰਨੋ ਜਿਸ ਕੋ ਨਾਮ, ਭਾਈ ਬੰਨੋ ਸਾਹਿਬ ਜਿਹੜੇ ਮੰਗਟ ਦੇ ਰਹਿਣ ਵਾਲੇ ਹਨ, ਬਹੁ ਸੰਗਤ ਲੈ ਸੰਗ ਨਿਜ ਦਰਸੈ ਗੁਰ ਅਬਰਾਮ। ਬਹੁਤੀ ਸੰਗਤ ਲੈ ਕੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਨ ਵਾਸਤੇ ਪਹੁੰਚੇ ਹਨ। ਚੌਪਈ ਸੁਨ ਬੰਨੋ ਸਗਰੀ ਗੁਰ ਕਥਾ, ਕਰਿਓ ਗ੍ਰੰਥ ਸਭ ਵੇਦਨ ਮਥਾ। ਸੁਣ ਕੇ ਭਾਈ ਬੰਨੋ ਨੇ ਸਾਰੀ ਕਥਾ ਵੀ ਗੁਰੂ ਗ੍ਰੰਥ ਸਾਹਿਬ ਨੇ ਵੇਦਾਂ ਦਾ ਨਿਚੋੜ ਕੱਢ ਕੇ, ਸਿਮਰਤ ਵੇਦ ਪੁਰਾਨ ਪੁਕਾਰਨ ਪੋਥੀਆਂ, ਨਾਮ ਬਿਨਾ ਸਭ ਕੂੜ ਗਾਲੀ ਹੋਸ਼ੀਆਂ, ਸਾਰਿਆਂ ਦਾ ਨਿਚੋੜ ਕੱਢ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਕੀਤੀ ਹੈ। ਗਨ ਸੰਗਤ ਲੈ ਕਰ ਤਬ ਆਇਓ, ਧਰੀ ਉਪਾਇਨ ਪਗ ਲਪਟਾਇਓ। ਬਹੁਤੀ ਸੰਗਤ ਲੈ ਕੇ ਭਾਈ ਬੰਨੋ ਆਇਆ, ਭੇਟਾ ਰੱਖੀ ਚਰਨਾਂ ਦੇ ਨਾਲ ਲਿਪਟ ਗਿਆ। ਸਭ ਸੰਗਤ ਨੇ ਦਰਸ਼ਨ ਕੀਨਸ, ਸੁਣੇ ਗ੍ਰੰਥ ਸਾਹਿਬ ਹਿਤ ਦੀਨਸ। ਸਾਰੀ ਸੰਗਤ ਨੇ ਦਰਸ਼ਨ ਕੀਤੇ, ਸੁਣਿਆ ਗੁਰੂ ਗ੍ਰੰਥ ਸਾਹਿਬ ਦਾ ਪਾਠ, ਬੜਾ ਹਿੱਤ ਦੇ ਕੇ, ਪ੍ਰੇਮ ਦੇ ਕੇ ਬ੍ਰਹਮ ਗਿਆਨੀ ਭਾਈ ਬੰਨੋ ਸਾਹਿਬ ਨੇ ਮਹਾਰਾਜ ਦੇ ਦਰਸ਼ਨ ਕੀਤੇ। ਕੇਤਕ ਦਿਨ ਬਾਸੇ ਗੁਰ ਤੀਰ, ਲਿਏ ਸੰਗ ਸੰਗਤ ਕੀ ਭੀਰ। ਕੁਝ ਦਿਨ ਸਤਿਗੁਰੂ ਜੀ ਦੇ ਪਾਸ ਆਪ ਵਸਦੇ ਰਹੇ। ਕੁਝ ਦਿਨ ਰਹਿ ਕੇ ਫਿਰ ਜਿੰਨੀ ਸੰਗਤ ਭਾਈ ਬੰਨੋ ਦੇ ਨਾਲ ਆਈ ਸੀ ਲੈ ਕੇ ਸਾਰੀ, ਭਇਓ ਤਿਆਰ ਕਰ ਅੰਚਰ ਡਾਰੀ, ਬਿਨਤੀ ਸ੍ਰੀ ਗੁਰ ਅਗਰ ਉਚਾਰੀ। ਤਾਂ ਗਲ ਦੇ ਵਿੱਚ ਪਰਨਾ ਪਾ ਕੇ, ਹੱਥ ਜੋੜ ਕੇ ਭਾਈ ਬੰਨੋ ਸਾਹਿਬ ਨੇ ਬੇਨਤੀ ਕੀਤੀ ਮਹਾਰਾਜ ਅੱਗੇ, ਨਾਮ ਗਰੀਬ ਨਵਾਜ ਤੁਮਾਰਾ, ਨਿਸਬਾਸੁਰ ਠਾਣ ਤੇ ਉਪਕਾਰਾ। ਕਿ ਸੱਚੇ ਪਾਤਸ਼ਾਹ ਆਪ ਜੀ ਦਾ ਨਾਮ ਤਾਂ ਗਰੀਬ ਨਵਾਜ ਹੈ। ਰਾਤ ਦਿਨ ਤੁਸੀਂ ਪਰਉਪਕਾਰ ਕਰਦੇ ਹੋ, ਜਿਹੜੇ ਮਰਜ਼ੀ ਸਮੇਂ ਤੇ ਆਓਵੇ ਉਦੋਂ ਵੀ ਪਰਉਪਕਾਰ ਕਰਦੇ ਹੋ। ਭਾਈ ਸੰਤੋਖ ਸਿੰਘ ਜੀ ਮਹਾਰਾਜ ਸਤਿਗੁਰਾਂ ਦੇ ਚਰਨਾਂ ਦੀ ਮਹਿਮਾ ਲਿਖਦੇ ਹੋਏ ਕਹਿੰਦੇ ਆ ਵੀ ਮੇਰੇ ਤੋਂ ਜਿੰਨੇ ਪੁਰਾਣੇ ਕਵੀ ਹੋਏ, ਕਿਸੇ ਨੇ ਆਖਿਆ ਵੀ ਗੁਰੂ ਸਾਹਿਬ ਦੇ ਚਰਨ ਜਿਹੜੇ ਨੇ ਉਹ ਕਮਲ ਦਾ ਫੁੱਲ ਨੇ, ਤੇ ਕਿਸੇ ਨੇ ਆਖਿਆ ਵੀ ਜਿਹੜੇ ਗੁਰੂ ਸਾਹਿਬ ਦੇ ਚਰਨ ਨੇ ਉਹ ਚੰਦਰਮਾ ਨੇ। ਵੀ ਚੰਦਰਮਾ ਨਾਲ ਤੁਲਨਾ ਦਿੱਤੀ ਮਹਾਰਾਜ ਦੀ, ਪਰ ਜਿਹੜਾ ਚੰਦਰਮਾ ਉਹ ਦਾਗੀ ਆ, ਇਸ ਕਰਕੇ ਗੁਰੂ ਸਾਹਿਬ ਚੰਦਰਮਾ ਤੋਂ ਵੀ ਵੱਡੇ ਆ। ਨਮੋ ਸੂਰਜ ਸੂਰਜੇ, ਨਮੋ ਚੰਦਰ ਚੰਦਰੇ। ਜਿਹੜਾ ਚੰਦਰਮਾ ਦਾ ਵੀ ਚੰਦਰਮਾ ਹੈ, ਜਿਹੜਾ ਸੂਰਜਾਂ ਦਾ ਵੀ ਸੂਰਜ ਹੈ, ਤੇ ਜਿਹੜਾ ਕਮਲ ਦਾ ਫੁੱਲ ਹੈ ਉਹ ਸ਼ਾਮ ਨੂੰ ਰਾਤ ਨੂੰ ਬੰਦ ਹੋ ਜਾਂਦਾ। ਪਰ ਗੁਰੂ ਸਾਹਿਬ ਨੂੰ ਜੇ ਕੋਈ ਸਿੱਖ ਰਾਤ ਨੂੰ ਵੀ ਯਾਦ ਕਰੇ ਤਾਂ ਵੀ ਉਹਦੀ ਕਾਮਨਾ ਪੂਰੀ ਕਰਦੇ, ਜੇ ਕੋਈ ਦਿਨ ਨੂੰ ਵੀ ਯਾਦ ਕਰੇ ਤਾਂ ਵੀ ਉਹਦੀ ਕਾਮਨਾ ਪੂਰੀ ਕਰਦੇ। ਕਿਸੇ ਕਵੀ ਨੇ ਆਖਿਆ ਵੀ ਮਹਾਰਾਜ ਦੇ ਚਰਨ ਪਾਰਜਾਤ ਕਲਪ ਬ੍ਰਿਕਸ਼ ਨੇ, ਪਰ ਕਲਪ ਬ੍ਰਿਕਸ਼ ਕਿਸੇ ਨੂੰ ਮੁਕਤ ਨਹੀਂ ਕਰਦਾ, ਕਿਸੇ ਦਾ ਮਨ ਵਿਕਾਰਾਂ ਤੋਂ ਸ਼ਾਂਤ ਨਹੀਂ ਕਰਦਾ, ਪਰ ਗੁਰੂ ਸਾਹਿਬ ਤੇ ਮੁਕਤ ਵੀ ਕਰਦੇ ਤੇ ਦਾਤਾਂ ਵੀ ਦਿੰਦੇ। ਇਸ ਕਰਕੇ ਗੁਰੂ ਸਾਹਿਬ ਹੀ ਨੇ, ਉਹਨਾਂ ਦੀ ਬਰਾਬਰਤਾ ਦੁਨੀਆ 'ਚ ਕੋਈ ਨਹੀਂ ਕਰ ਸਕਦਾ ਹੈ। ਇਸ ਕਰਕੇ ਰਾਤ ਤੇ ਦਿਨ ਕਿਸੇ ਸਮੇਂ ਵੀ ਕੋਈ ਯਾਦ ਕਰੇ ਗੁਰੂ ਕਾ ਸਿੱਖ, ਸਤਿਗੁਰੂ ਕੀ ਕਰਦੇ ਨੇ? ਪਰਉਪਕਾਰ ਹੀ ਕਰਦੇ ਹਨ। ਕਲ ਕੇ ਨਰਨ ਉਦਾਹਰਣ ਕਾਰਨ, ਸਮ ਜਹਾਜ ਕੀਏ ਗ੍ਰੰਥ ਸੁਧਾਰਨ। ਕਲਯੁਗ ਦੇ ਲੋਕਾਂ ਦਾ ਭਲਾ ਕਰਨ ਵਾਸਤੇ ਜਹਾਜ਼ ਦੇ ਵਾਂਗ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਕੀਤੀ ਹੈ। ਸਭ ਦਾਸਨ ਕਹੋ ਰਾਖਤ ਮਾਨੋ, ਮਨ ਬਾਸ਼ਤ ਦੇਹੋ ਕਿਰਪਾ ਨਿਧਾਨੂ। ਸਾਰੇ ਦਾਸਾਂ ਦਾ ਤੁਸੀਂ ਮਾਣ ਰੱਖਦੇ ਹੋ, ਮਨ ਬਾਸ਼ਤ ਕਿਰਪਾ ਦੇ ਖਜ਼ਾਨੇ ਸੱਚੇ ਪਾਤਸ਼ਾਹ ਤੁਸੀਂ ਵਸਤੂਆਂ ਦਿੰਦੇ ਹੋ। ਦੀਜੇ ਗ੍ਰੰਥ ਸਾਹਿਬ ਹਮ ਮੰਗਾ, ਸਭ ਸਿੱਖਣ ਕੋ ਮਨ ਅਨੁਰਾਗਾ। ਭਾਈ ਬੰਨੋ ਨੇ ਕਹਿ ਦਿੱਤਾ ਮੈਨੂੰ ਗੁਰੂ ਗ੍ਰੰਥ ਸਾਹਿਬ ਹੀ ਦੇ ਦਿਓ, ਮੇਰੀ ਇਹ ਇੱਛਾ ਹੈ, ਇਹ ਮੇਰੇ ਮਨ ਦੀ ਕਾਂਖਾ ਹੈ। ਆਪ ਕਿਰਪਾ ਕਰਕੇ ਮੇਰੇ ਮਨ ਦਾ ਪ੍ਰੇਮ ਜਾਣਦੇ ਹੋਏ ਗੁਰੂ ਗ੍ਰੰਥ ਸਾਹਿਬ ਹੀ ਮੈਨੂੰ ਦੇ ਦਿਓ। ਦੇਸ਼ ਵਿਖੇ ਸੰਗਤ ਸਮੁਦਾਈ, ਦਰਸ਼ਨ ਕਰਿਓ ਚਾਹਿਤ ਹਿਤ ਲਾਈ। ਮੇਰੇ ਦੇਸ਼ ਦੇ ਵਿੱਚ ਸਾਰੀ ਸੰਗਤ ਗੁਰੂ ਗ੍ਰੰਥ ਸਾਹਿਬ ਦੇ ਹਿੱਤ ਲਾ ਕੇ
ਬੜੇ ਚਾਅ ਦੇ ਨਾਲ ਦਰਸ਼ਨ ਕਰਨਾ ਚਾਹੁੰਦੇ ਹਨ। ਅਬਲੋ ਲਿਖਿਓ ਗਇਓ ਨਹੀਂ ਦੂਜਾ, ਜਿਸ ਲੈ ਜਾਹੇ ਕਰਹਿ ਤੇ ਪੂਜਾ। ਜੇ ਤਾਂ ਦੂਸਰਾ ਗੁਰੂ ਗ੍ਰੰਥ ਸਾਹਿਬ ਲਿਖਿਆ ਹੁੰਦਾ ਤਾਂ ਮੈਂ ਉਹਨਾਂ ਨੂੰ ਲੈ ਜਾਂਦਾ ਤੇ ਉਹਨਾਂ ਦੀ ਪੂਜਾ ਕਰਦੇ ਆਪਣੇ ਦੇਸ਼ ਵਿੱਚ। ਸਭ ਸੰਗਤ ਕੀ ਇਹ ਬਿਨਤੀ, ਘਰ ਤੇ ਚਲਤ ਕੀ ਨਿਮ ਗਿਣਤੀ। ਸਾਰੀਆਂ ਸੰਗਤਾਂ ਦੀ ਅਰਦਾਸ ਹੈ। ਅਸੀਂ ਜਦੋਂ ਘਰੋਂ ਤੁਰੇ ਸੀ, ਅਸੀਂ ਇਹ ਮਨ ਦੇ ਵਿੱਚ ਵਿਉਂਤ ਇੱਛਾ ਰੱਖੀ ਸੀ ਵੀ ਗੁਰੂ ਗ੍ਰੰਥ ਸਾਹਿਬ ਲੈ ਕੇ ਆਉਣੇ ਨੇ ਆਪਣੇ ਦੇਸ਼। ਸੁਨ ਸ਼੍ਰੀ ਅਰਜਨ ਹਿਰਦੇ ਵਿਚਾਰੀ, ਇਹ ਜਾਚਨ ਇਨ ਕੀਨਸ ਭਾਰੀ। ਸੁਣ ਕੇ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੋਚੀ ਪੈ ਗਏ ਵੀ ਭਾਈ ਬੰਨੋ ਨੇ ਤੇ ਬੜੀ ਵੱਡੀ ਮੰਗ ਲਈ। ਕਿ ਸੁਣ ਸ੍ਰੀ ਅਰਜਨ ਹਿਰਦੇ ਵਿਚਾਰੀ, ਇਹ ਜਾਚਨ ਇਨ ਕੀਨਸ ਭਾਰੀ। ਕਿਮ ਹਮ ਦੇ ਸਕੈ ਇਕ ਹੋਵਾ, ਨਹਿ ਦੇ ਸਿੱਖ ਮਾਨ ਕੋ ਖੋਵਾ। ਕਿਵੇਂ ਇਹਨੂੰ ਦਈਏ, ਕਿਉਂਕਿ ਗੁਰੂ ਗ੍ਰੰਥ ਸਾਹਿਬ ਤੇ ਇੱਕ ਆ, ਜੇ ਨਹੀਂ ਦਿੰਦੇ ਤੇ ਸਿੱਖ ਦਾ ਮਾਣ ਨਹੀਂ ਰਹਿੰਦਾ। ਸਾਡਾ ਪਿਆਰਾ ਸਿੱਖ ਆ। ਇਸ ਤਰ੍ਹਾਂ ਮਹਾਰਾਜ ਕਹਿੰਦੇ ਸੋਚੀ ਪੈ ਗਏ। ਦੂਜੋ ਲਿਖਿਓ ਜਾਏ ਇਸ ਜੈਸੇ, ਤਉ ਸੁਖੈ ਨ ਦੈਬੋ ਇਹ ਲੈਸੇ। ਜੇ ਕਿਤੇ ਦੂਜਾ ਗੁਰੂ ਗ੍ਰੰਥ ਸਾਹਿਬ ਇਹਦੇ ਵਰਗਾ ਲਿਖਿਆ ਜਾਂਦਾ ਤਾਂ ਸਾਨੂੰ ਦੇਣਾ ਵੀ ਸੌਖਾ ਸੀ, ਇਹਨੂੰ ਲਿਜਾਣਾ ਵੀ ਸੌਖਾ ਸੀ। ਅਬ ਤੋ ਤਿਆਰ ਏਕ ਹੀ ਹੈ, ਕਿਸ ਪ੍ਰਕਾਰੇ ਸਿੱਖ ਸੋ ਕਹੈ। ਪਰ ਹੁਣ ਤਾਂ ਇੱਕ ਹੀ ਗੁਰੂ ਗ੍ਰੰਥ ਸਾਹਿਬ ਹੈ। ਜਿਸ ਤਰ੍ਹਾਂ ਇਹ ਸਿੱਖ ਕਹਿ ਰਿਹਾ ਹੈ, ਇਕ ਤੋ ਸੰਗਤ ਕੋ ਮੁਹਰੇਲੀ, ਆਏ ਸੰਗ ਬੋ ਹੋਏ ਸਕੇਲੀ। ਇੱਕ ਤਾਂ ਸੰਗਤ ਦਾ ਮੂਹਰਲਾ ਸਿੱਖ, ਅੱਗੇ ਆਉਣ ਵਾਲਾ ਮੁਖੀ ਸਿੱਖ, ਬ੍ਰਹਮ ਗਿਆਨੀ ਸਿੱਖ। ਦੂਸਰਾ ਸੰਗਤ ਹੀ ਬਹੁਤ ਇਕੱਠੀ ਕਰਕੇ ਲੈ ਕੇ ਆਇਆ, ਤੇ ਇੰਨੀ ਸੰਗਤ ਦੀ ਅਰਦਾਸ ਕਿਵੇਂ ਮੋੜਾਂਗੇ। ਦੂਜੇ ਪ੍ਰੇਮੀ ਅਹੇ ਮਹਾਨਾ, ਨਹੀਂ ਦੇਹ ਤਉ ਹੱਥ ਹੋਏ ਮਾਨਾ। ਫਿਰ ਪ੍ਰੇਮੀ ਬਹੁਤ ਵੱਡਾ ਵਾ, ਇਹਦੇ ਵਰਗਾ ਪ੍ਰੇਮ ਨਹੀਂ ਕੋਈ ਕਰ ਸਕਦਾ ਹੈ। ਜੇ ਨਹੀਂ ਦਿੰਦੇ ਤਾਂ ਗੁਰੂ ਕੇ ਸਿੱਖ ਦਾ ਸਤਿਕਾਰ ਨਹੀਂ ਰਹਿੰਦਾ ਹੈ। ਇੰਨਾ ਸੋਚਦੇ ਸੀ ਮਹਾਰਾਜ ਸਿੱਖਾਂ ਬਾਰੇ। ਤੇ ਜੇ ਸਿੱਖ 10% ਵੀ ਗੁਰੂ ਬਾਰੇ ਮਾੜਾ ਜਿਹਾ ਸੋਚ ਲੇ ਤੇ ਕਿੱਡੀ ਵੱਡੀ ਬਖਸ਼ਿਸ਼ ਹੋਊਗੀ। ਇੰਨਾ ਮਹਾਰਾਜ ਨੇ ਸੋਚਿਆ। ਆਪਾਂ ਕਿਸੇ ਨੂੰ ਜਵਾਬ ਦੇਣਾ ਹੋਵੇ ਤੇ ਮਿੰਟ ਲਾਈਦਾ ਵੀ ਚੱਲ ਚੱਲ ਕੰਮ ਕਰ ਆਪਦਾ। ਪਰ ਦੇਖ ਲਓ ਸਿੱਖ ਦਾ ਕਿੰਨਾ ਮਾਣ ਕਰਦੇ ਸੀ। ਐਵੇਂ ਨਹੀਂ ਮਹਾਰਾਜ ਨੇ ਕਹਿ ਦਿੱਤਾ। ਧੰਨ ਗੁਰੂ ਰਾਮਦਾਸ ਸਾਹਿਬ ਨੂੰ ਪੁੱਛਿਆ ਕਿਸੇ ਨੇ ਵੀ ਗੁਰੂ ਸਾਹਿਬ ਸੌਖੇ ਕਿਸ ਤਰ੍ਹਾਂ ਵਸ ਹੁੰਦੇ ਨੇ, ਸੌਖੇ ਕਿੱਦਾਂ ਕੰਮ ਕਰ ਦਿੰਦੇ ਨੇ। ਗੁਰੂ ਸਾਹਿਬ ਨੂੰ ਖੁਸ਼ ਕਰਨ ਦਾ ਕੋਈ ਸੌਖਾ ਤਰੀਕਾ, ਤਾਂ ਗੁਰੂ ਰਾਮਦਾਸ ਸਾਹਿਬ ਨੇ ਆਖਿਆ ਵੀ ਅਸੀਂ ਤਾਂ ਇੱਕ ਹੀ ਤਰੀਕਾ ਲੱਭਾ ਵੀ ਗੁਰੂ ਸਾਹਿਬ ਸਿੱਖਾਂ ਤੇ ਖੁਸ਼ ਹੁੰਦੇ ਨੇ। ਤੂੰ ਸਿੱਖਾਂ ਨੂੰ ਖੁਸ਼ ਕਰ ਲਾ, ਗੁਰੂ ਸਾਹਿਬ ਤੇਰੇ ਤੇ ਖੁਸ਼ ਹੋ ਜਾਣਗੇ। ਸਤਿਗੁਰ ਕੇ ਜੀ ਕੀ ਆਪੇ ਕੇ ਪੂਰੇ ਸਤਿਗੁਰ ਭਾਵੈ। ਤਾਂ ਫਿਰ ਅੱਗੇ ਵਚਨ ਕੀ ਕੀਤਾ ਵੀ ਸਿੱਖਾਂ ਦੇ ਅੰਦਰ ਗੁਰੂ ਵਰਤਦਾ ਬਈ, ਜਿਹੜਾ ਸਿੱਖਾਂ ਨੂੰ ਪ੍ਰਸੰਨ ਕਰੂਗਾ ਉਹਦੇ ਉੱਤੇ ਸਤਿਗੁਰੂ ਪ੍ਰਸੰਨ ਹੋ ਜਾਂਦੇ ਨੇ। ਜਿਹੜਾ ਸੰਗਤ ਦੀ ਸੇਵਾ ਕਰੂਗਾ ਉਹ ਗੁਰੂ ਨੂੰ ਵਸ 'ਚ ਕਰ ਲੈਂਦਾ ਹੈ, ਖੁਸ਼ ਕਰ ਲੈਂਦਾ ਹੈ। ਤੇ ਜਿਹੜਾ ਕਵੇ ਵੀ ਮੈਂ ਤੇ ਸੰਤ ਦੇ ਮੱਥੇ ਲੱਗਣਾ ਤੇ ਸਿੱਖਾਂ ਨੂੰ ਨਹੀਂ ਮੈਂ ਸਮਝਦਾ ਕੁਝ, ਉਹਦੇ ਹੱਥ ਹੁੱਥ ਨਹੀਂ ਕੁਝ ਆਉਂਦਾ ਹੈ। ਐਵੇਂ ਭੁਲੇਖਾ ਕੋਈ ਜੇ ਰੱਖੇ ਤੇ ਕਈ ਹੁੰਦੇ ਆ ਨਾ ਵੀ ਆਪਣੇ ਸੰਤਾਂ ਨੂੰ ਤੇ ਸੇਵਾ ਦੇਣੀ ਤੇ ਸਿੱਖਾਂ ਨੂੰ ਸੇਵਾ ਨਹੀਂ ਦੇਣੀ, ਸਿੱਖਾਂ ਨੂੰ ਨਹੀਂ ਕੁਝ ਸਮਝਦਾ, ਉਹਦੇ ਹੱਥ ਨਹੀਂ ਬਹੁਤਾ ਕੁਝ ਆਉਂਦਾ। ਕਿਉਂ? ਗੁਰੂ ਸਾਹਿਬ ਤੇ ਸਿੱਖਾਂ ਦੇ ਵਿੱਚ ਵਰਤਦੇ ਨੇ। ਜਿਹੜਾ ਸੰਗਤ ਦੀ ਸੇਵਾ ਕਰੇ ਉਹਦੇ ਵੱਸ 'ਚ ਮਹਾਰਾਜ ਹੋ ਜਾਂਦੇ ਹਨ। ਇਸ ਕਰਕੇ ਸੰਗਤ ਦਾ ਬਚਨ ਕਿੰਨਾ ਪ੍ਰੇਮ ਕਰਦੇ। ਭਾਈ ਗੁਰਦਾਸ ਸਾਹਿਬ ਕਹਿੰਦੇ ਵੀ ਚਰਨ ਸਰਨ ਗੁਰ ਏਕ ਪੈਂਡਾ ਜਾਏ, ਚੱਲ ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਦ ਹੈ। ਤੂੰ ਇੱਕ ਕਦਮ ਪੁੱਟਣਾ, ਮਹਾਰਾਜ ਨੇ ਕਰੋੜ ਕਦਮ ਪੁੱਟਣਾ। ਇੰਨਾ ਖਿਆਲ ਕਰਦੇ ਗੁਰੂ ਕੇ ਸਿੱਖ ਦਾ, ਇੰਨਾ ਧਿਆਨ ਰੱਖਦੇ ਗੁਰੂ ਕੇ ਸਿੱਖ ਦਾ। ਅਸੀਂ ਇੱਕ ਵਾਰੀ ਕਹਿਣਾ ਵਾਹਿਗੁਰੂ, ਧੰਨ ਗੁਰੂ ਅਰਜਨ ਦੇਵ ਸਾਹਿਬ, ਇੱਕ ਵਾਰੀ। ਮਹਾਰਾਜ ਨੇ ਵਾਰੀ ਵਾਰੀ ਇਹਦਾ ਸਿਮਰਨ ਕਰਦਾ ਵੀ ਫਲਾਣੇ ਸਿੱਖ ਨੇ ਮੈਨੂੰ ਯਾਦ ਕੀਤਾ, ਤੇ ਮਹਾਰਾਜ ਅੱਗੇ ਉਹਨੂੰ ਲੱਖਾਂ ਵਾਰੀ ਯਾਦ ਕਰਦੇ ਆ ਵੀ ਸ਼ੁਕਰ ਇਹ ਸਿੱਖ ਵਾਹਿਗੁਰੂ ਕਹਿਣ ਲੱਗਾ, ਇਹ ਸਿੱਖ ਮਹਾਰਾਜ ਦਾ ਨਾਂ ਲੈਣ ਲੱਗਾ। ਏਡੀ ਵੱਡੀ ਬਖਸ਼ਿਸ਼ ਜਿਹੜੀ ਹੈ ਇੱਕ ਵਾਰੀ
ਧੰਨ ਗੁਰੂ ਅਰਜਨ ਦੇਵ ਸਾਹਿਬ ਕਿਆ ਹੀ ਪ੍ਰਾਪਤ ਹੁੰਦੀ ਹੈ। ਇੱਕ ਵਾਰੀ ਵਾਹਿਗੁਰੂ ਕਿਆ ਹੀ ਪ੍ਰਾਪਤ ਹੁੰਦੀ ਹੈ, ਤੇ ਜੇ ਕਿਤੇ ਭਾ ਜਾਵੇ ਫਿਰ ਵਾਰੀ ਵਾਰੀ ਫਿਰ ਵਾਹਿਗੁਰੂ ਕਹਿੰਦਾ, ਸੇਈ ਤੁਧਨੋਂ ਗਾਵਨ ਜੋ ਤੁਧ ਭਾਵਨ। ਫਿਰ ਵਾਰੀ ਵਾਰੀ ਨਿਕਲਦਾ ਵਾਹਿਗੁਰੂ ਵਾਹਿਗੁਰੂ। ਤੇ ਜੇ ਨਾ ਭਾਵੇ ਫਿਰ ਵੀ ਮਹਾਰਾਜ ਕਹਿੰਦੇ ਜੇ ਤੂੰ ਇੱਕ ਵਾਰੀ ਨਾ ਲਵੇਂ ਤੇ ਫਿਰ ਵੀ ਲੱਖਾਂ ਵਾਰੀ ਤੈਨੂੰ ਗੁਰੂ ਸਾਹਿਬ ਯਾਦ ਕਰਦੇ ਨੇ, ਚੇਤੇ ਕਰਦੇ ਨੇ ਵੀ ਸਾਡਾ ਸਿੱਖ ਸਾਡੇ ਵਾਲੇ ਪਾਸੇ ਤੁਰਨ ਲੱਗਾ ਹੈ। ਸੋ ਇੰਨਾ ਪ੍ਰੇਮ ਸੱਚੇ ਪਾਤਸ਼ਾਹ ਆਪਣੇ ਸਿੱਖ ਨਾਲ ਕਰਦੇ ਹਨ। ਕਿਤਕ ਕਾਲ ਤੂਸ਼ਨ ਭਗਵੰਤੇ ਦੇਹ ਕੇ ਨਹੀਂ ਹਿਰਦੇ ਚਿਤਵੰਤੇ। ਬੜੀ ਦੁਚਿੱਤੀ ਪੈ ਗਈ, ਭਗਵਾਨ ਸੋਚੀ ਪੈ ਗਿਆ, ਰੱਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੋਚੀ ਪੈ ਗਏ, ਦਈਏ ਕਿ ਨਾ ਦਈਏ ਇਹਨੂੰ। ਪੁਨ ਬੋਲੇ ਸ੍ਰੀ ਗੁਰੂ ਗਸਾਈ ਬਿਖਮ ਬਾਤ ਹੈ ਬੰਨੋ ਭਾਈ। ਤਾਂ ਮਾਲਕ ਸਤਿਗੁਰੂ ਬੋਲੇ ਫਿਰ ਭਾਈ ਬੰਨੋ, ਬੜੀ ਦੁਚਿੱਤੀ ਪਾ ਦਿੱਤੀ ਤੂੰ ਸਾਨੂੰ। ਬਿਨਤੀ ਕਰਤ ਰਹੇ ਔਰ ਠਾਂਡੋ ਲੈਬੇ ਗ੍ਰੰਥ ਪ੍ਰੇਮ ਔਰ ਬਾਡੋ। ਬੇਨਤੀਆਂ ਕਰੀ ਜਾਣਾ ਖਲੋ ਕੇ ਵੀ ਗੁਰੂ ਗ੍ਰੰਥ ਸਾਹਿਬ ਹਿਰਦੇ ਦਾ ਪ੍ਰੇਮ ਆ ਲੈ ਕੇ ਜਾਣਾ ਹੈ। ਅਹੇ ਏਕ ਕਿਮ ਦਿਓ ਨਾ ਜਾਈ ਤਬ ਤੇਰੋ ਮਾਨ ਸੋ ਘਟ ਜਾਈ। ਇੱਕ ਹੈ ਦਿੱਤਾ ਨਹੀਂ ਜਾ ਸਕਦਾ, ਜੇ ਨਹੀਂ ਦਿੰਦੇ ਤੇ ਤੇਰਾ ਮਾਣ ਨਹੀਂ ਰਹਿੰਦਾ। ਅਨਬਨ ਬਣੀ ਕਹੇ ਕਿਆ ਤੋਹੀ ਅਬ ਸੁਣ ਲਿਓ ਨੀਕ ਜਿਮ ਹੋਈ। ਅਣਬਣ ਬਣ ਗਈ ਹੈ, ਕੀ ਕਹੀਏ ਤੈਨੂੰ, ਹੁਣ ਤੂੰ ਸੁਣ ਜਿਹੜੀ ਗੱਲ ਠੀਕ ਹੈ। ਆਪਣੀ ਪੁਰੀ ਰਾਖੇ ਕਰਾਤੀ ਲੇਕਰ ਹਟ ਹੋਏ ਜਬ ਪ੍ਰਾਤੀ। ਇਦਾਂ ਕਰ ਵੀ ਤੂੰ ਆਪਣੇ ਸ਼ਹਿਰ ਇੱਕ ਰਾਤ ਮਹਾਰਾਜ ਨੂੰ ਰੱਖ ਸਕਦਾ, ਇੱਕ ਰਾਤ ਵਾਸਤੇ ਅਸੀਂ ਤੈਨੂੰ ਗੁਰੂ ਗ੍ਰੰਥ ਸਾਹਿਬ ਦੇ ਦਿੰਨੇ ਆ। ਦੁਤੀਏ ਰਾਤ ਰਾਖੋ ਨਹਿ ਕੈਸੇ ਅਬਲੇ ਜਾਹੋ ਲਿਆਏ ਪੁਨ ਤੈਸੇ। ਦੂਜੀ ਰਾਤ ਨਹੀਂ ਤੂੰ ਸਾਡਾ ਬਚਨ ਮੰਨ ਕੇ ਰੱਖਣੀ, ਜਾ ਹੁਣ ਇੱਕ ਵਾਰੀ ਗੁਰੂ ਗ੍ਰੰਥ ਸਾਹਿਬ ਨੂੰ ਲੈ ਜਾ। ਅਦਬ ਸਾਥ ਰਾਖੋ ਚੁਕਸਾਈ ਸੰਗਤ ਅਲਬਾਲੈ ਸਮਦਾਈ। ਇੱਕ ਤਾਂ ਗੁਰੂ ਗ੍ਰੰਥ ਸਾਹਿਬ ਦਾ ਅਦਬ ਰੱਖਣਾ, ਸਤਿਕਾਰ, ਦੂਜਾ ਸਾਵਧਾਨੀ ਰੱਖਣੀ, ਤੇ ਤੀਜਾ ਗੁਰੂ ਗ੍ਰੰਥ ਸਾਹਿਬ ਦੇ ਆਲੇ ਦੁਆਲੇ ਚਾਰੇ ਪਾਸੇ ਸੰਗਤ ਦਾ ਪਹਿਰਾ ਰੱਖਣਾ। ਇਮ ਕਹਿ ਦਿਓ ਗ੍ਰੰਥ ਲੈ ਚਾਲਾ ਸੰਗਤ ਜਿਮ ਕੇ ਸੰਗ ਵਿਸਾਲਾ। ਇਸ ਤਰ੍ਹਾਂ ਕਹਿ ਕੇ ਭਾਈ ਬੰਨੋ ਸਾਹਿਬ ਗੁਰੂ ਗ੍ਰੰਥ ਸਾਹਿਬ ਲੈ ਗਏ, ਜਿਨ੍ਹਾਂ ਦੇ ਨਾਲ ਬਹੁਤ ਜ਼ਿਆਦੀ ਹਜ਼ਾਰਾਂ ਦੀ ਗਿਣਤੀ 'ਚ ਸੰਗਤ ਆਈ ਸੀ। ਨਿਕਸ ਗੁਰੂ ਪਰ ਹਿਰਦੈ ਵਿਚਾਰਾ ਕਿ ਮਹਿ ਲਿਖਿਓ ਜਾਏ ਅਬਸਾਰਾ। ਜਦੋਂ ਨਿਕਲੇ ਅੰਮ੍ਰਿਤਸਰ ਸਾਹਿਬ ਤੋਂ ਬਾਹਰ ਤਾਂ ਭਾਈ ਬੰਨੋ ਆਪਣੇ ਹਿਰਦੇ ਦੇ ਵਿੱਚ ਵਿਚਾਰਦਾ ਹੈ ਕਿ ਮਹਾਰਾਜ ਨੇ ਇੱਕ ਰਾਤ ਹੀ ਦਿੱਤੀ ਆ ਤੇ ਗੁਰੂ ਗ੍ਰੰਥ ਸਾਹਿਬ ਸਾਰਾ ਕਿੱਦਾਂ ਲਿਖੂੰਗਾ ਮੈਂ। ਏਕ ਨਿਸਾ ਗੁਰ ਐਸ ਭਣੀ ਲਿਖਿਓ ਜਾਏ ਕਿ ਮਹਿ ਅਨਬਣੀ। ਇੱਕ ਨਿਸਾ ਮਹਾਰਾਜ ਨੇ ਆਗਿਆ ਕੀਤੀ ਹੈ, ਲਿਖਿਆ ਨਹੀਂ ਜਾ ਸਕਦਾ, ਅਣਬਣ ਗੱਲ ਜਿਹੜੀ ਬਣ ਗਈ ਹੈ। ਤਬ ਵਿਚਾਰ ਔਰ ਮਹਿ ਹੋਏ ਆਵਾ ਡੇਰਾ ਕਰ ਹੈ ਕੌਸਿਕ ਵਾਰਾ। ਤਾਂ ਫਿਰ ਭਾਈ ਬੰਨੋ ਨੂੰ ਇਹ ਫੁਰਨਾ ਫੁਰਿਆ ਵੀ ਮੈਂ ਇੱਕ ਕੋਹ ਤੇ ਡੇਰਾ ਕਰਿਆ ਕਰਾਂ। ਮਹਾਰਾਜ ਨੇ ਇਹੀ ਆਖਿਆ ਨਾ ਵੀ ਆਪਦੇ ਸ਼ਹਿਰ 'ਚ ਇੱਕ ਰਾਤ ਰੱਖੀ, ਤਾਂ ਰੋਜ਼ ਮੈਂ ਇੱਕ ਕੋਹ ਦਾ ਸਫ਼ਰ ਹੀ ਕਰਨਾ ਵਾ, ਉੱਥੇ ਡੇਰਾ ਕਰਕੇ ਤੇ ਮਹਾਰਾਜ ਲਿਖਣਾ ਸ਼ੁਰੂ ਕਰ ਦੇਣਾ, ਕਾਪੀ ਕਰਨੀ ਜਿਹੜੀ ਆ ਨਾ, ਉਤਾਰਾ ਕਰਨਾ ਉਹ ਸ਼ੁਰੂ ਕਰ ਦਿਆ ਕਰਨਾ ਹੈ। ਤਵੇ ਲਿਖਾਰੀ ਦੀਏ ਲਗਾਏ ਲਿਖੋ ਸ਼ਤਾਬੀ ਅਰ ਸਮਦਾਏ। ਤਾਂ ਜਿੰਨੇ ਲਿਖਾਰੀ ਸੀ ਭਾਈ ਬੰਨੋ ਨੇ ਸਾਰੇ ਲਿਖਣ ਲਾਤੇ ਵੀ ਗੁਰੂ ਗ੍ਰੰਥ ਸਾਹਿਬ ਨੂੰ ਸਾਰਾ ਸੰਪੂਰਨ ਤੇ ਛੇਤੀ ਲਿਖ ਦੋ। ਆਪਨ ਪੁਰੀ ਲਗ ਇੱਕ ਇੱਕ ਕੋਸ ਡੇਰਾ ਰਖਤ ਲਿਖਿਓ ਆਧੂਸ। ਇਸ ਤਰ੍ਹਾਂ ਇੱਕ ਇੱਕ ਕੋਹ ਤੇ ਭਾਈ ਬੰਨੋ ਡੇਰਾ ਲਾਉਂਦਾ ਗਿਆ। ਤਾਂ ਜਦੋਂ ਆਪਦੇ ਸ਼ਹਿਰ ਪਹੁੰਚਿਆ ਉਦੋਂ ਤੱਕ ਅੱਧਾ ਗੁਰੂ ਗ੍ਰੰਥ ਸਾਹਿਬ ਭਾਈ ਬੰਨੋ ਨੇ ਲਿਖ ਲਿਆ ਸੀ। ਇੱਕ ਨਿਸ ਬਸ ਕਰ ਨਿਜ ਕਰ ਮਾਹੂ ਹੋਏ ਕੋਸ ਇੱਕ ਡੇਰਾ ਰਾਹੂ। ਇਸ ਤਰ੍ਹਾਂ ਇੱਕ ਰਾਤ ਰਾਹ 'ਚ ਰਹਿਣਾ, ਇੱਕ ਕੋਹ ਸਫ਼ਰ ਕਰਨਾ, ਇੱਕ ਰਾਤ ਰਹਿਣਾ, ਇੱਕ ਕੋਹ ਸਫ਼ਰ ਕਰਨਾ। ਇਸ ਤਰ੍ਹਾਂ ਭਾਈ ਬੰਨੋ ਸਾਹਿਬ ਰਾਹ ਵਿੱਚ ਡੇਰੇ ਲਾਉਂਦੇ ਜਾਂਦੇ ਹਨ। ਇਸੇ ਪ੍ਰਕਾਰ ਸਦਾਸਰ ਆਏ ਆਵਤ ਜਾਤੇ ਸਰਬ ਲਿਖਾਏ। ਇਸ ਤਰ੍ਹਾਂ ਕੋਈ 20-21 ਦਿਨ ਜਾਂਦਿਆਂ ਲੱਗੇ ਹੋਣਗੇ, 20-21 ਦਿਨ ਆਉਂਦਿਆਂ ਲੱਗੇ ਹੋਣਗੇ, ਤੇ ਮਹਾਰਾਜ ਦਾ ਬਚਨ ਵੀ ਨਹੀਂ ਮੋੜਿਆ। ਰਾਤ ਇੱਕ ਹੀ ਰਹੇ ਆਪਦੇ ਸ਼ਹਿਰ 'ਚ, ਪਰ ਰਾਹ ਦੇ ਵਿੱਚ ਇਸ ਤਰ੍ਹਾਂ ਸਾਰਾ ਗੁਰੂ ਗ੍ਰੰਥ ਸਾਹਿਬ ਜਿਹੜਾ ਸੀ
ਵਾਪਸ ਆਉਂਦਿਆਂ ਉਹਨਾਂ ਨੇ ਲਿਖਾ ਲਿਆ ਸੀ। ਕੇਤਕ ਸ਼ਬਦ ਲਿਖੇ ਅਧਿਕਾਈ, ਆਏ ਪੁਨ ਸ੍ਰੀ ਗੁਰੂ ਅਗਵਾਈ। ਕੁਝ ਸ਼ਬਦ ਨਵੇਂ ਵੀ ਲਿਖ ਕੇ ਭਾਈ ਬੰਨੋ ਸਾਹਿਬ ਨੇ ਪਾ ਦਿੱਤੇ ਗੁਰੂ ਗ੍ਰੰਥ ਸਾਹਿਬ 'ਚ। ਜੁਗਲ ਗ੍ਰੰਥ ਸਾਹਿਬ ਧਰ ਦੇਨੇ, ਅਧਿਕ ਜੋ ਹੁਤੇ ਸੁਨਾਵਨ ਕੀਨੇ। ਦੋਵੇਂ ਗੁਰੂ ਗ੍ਰੰਥ ਸਾਹਿਬ ਲਿਆ ਕੇ ਮਹਾਰਾਜ ਦੇ ਅੱਗੇ ਰੱਖ ਦਿੱਤੇ, ਜਿਹੜੇ ਵੱਧ ਸ਼ਬਦ ਲਿਖੇ ਸੀ ਉਹ ਵੀ ਸੁਣਾ ਦਿੱਤੇ। ਲਿਖਾਰ ਸੁਨ ਸ੍ਰੀ ਮੁਖ ਫਰਮਾਇਓ, ਲਿਖ ਕਰ ਅਧਿਕ ਜਿਤੋ ਤੁਮ ਪਾਇਓ। ਤਾਂ ਫਿਰ ਮਹਾਰਾਜ ਨੇ ਵੇਖ ਕੇ ਤੇ ਸੁਣ ਕੇ ਇਹ ਬਚਨ ਕੀਤਾ ਸੀ ਵੀ ਜਿਹੜੇ ਤੁਸੀਂ ਸ਼ਬਦ ਆਪਣੀ ਮੱਤ ਅਨੁਸਾਰ ਇਹਦੇ ਵਿੱਚ ਲਿਖ ਕੇ ਵੱਧ ਪਾਏ ਹਨ, ਇਸੀ ਬੀੜ ਮਹਿ ਰੱਖੋ ਲਿਖਾਵੋ, ਨਾ ਇਸ ਗ੍ਰੰਥ ਵਿਖੇ ਸੋ ਪਾਵੋ। ਉਹ ਤੁਸੀਂ ਆਪਦੀ ਬੀੜ 'ਚ ਹੀ ਰੱਖੋ, ਉਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨਹੀਂ ਚੜਨਗੇ। ਜਾਂ ਤੇ ਭਈ ਬੀੜ ਦਵੈ ਗ੍ਰੰਥ, ਲਿਖਤ ਪੜ ਸ੍ਰੀ ਸਤਿਗੁਰ ਪੰਥ। ਇਸ ਤਰ੍ਹਾਂ ਦੋ ਬੀੜਾਂ ਗੁਰੂ ਗ੍ਰੰਥ ਸਾਹਿਬ ਦੀਆਂ ਬਣੀਆਂ ਸੀ, ਜਿਨ੍ਹਾਂ ਨੂੰ ਸਾਰਾ ਪੰਥ ਪੜ੍ਹਦਾ ਸੁਣਦਾ ਲਿਖਦਾ ਹੈ। ਜਿੰਨੇ ਵੀ ਉਤਾਰੇ ਨੇ ਉਹ ਸਾਰੇ ਭਾਈ ਬੰਨੋ ਵਾਲੀ ਬੀੜ ਦੇ ਨੇ। ਤੇ ਕਮਾਲ ਦੀ ਗੱਲ ਇਹ ਆ ਵੀ ਭਾਈ ਬੰਨੋ ਵਾਲੀ ਬੀੜ 'ਚ ਰਾਗਮਾਲਾ ਵੀ ਆ। ਇਸ ਕਰਕੇ ਜਿਹੜੇ ਦਾਵਾ ਕਰਦੇ ਰਾਗਮਾਲਾ ਨਹੀਂ ਹੈ, ਉਹ ਭਾਈ ਬੰਨੋ ਦੀ ਬੀੜ ਕਰਕੇ ਸਾਰੇ ਝੂਠੇ ਸਾਬਤ ਹੁੰਦੇ ਹਨ। ਤਾਂ ਵੱਡੇ ਮਹਾਂਪੁਰਖ ਸੁਣਾਉਂਦੇ ਸੀ ਵੀ ਸ੍ਰੀ ਅੰਮ੍ਰਿਤਸਰ ਸਾਹਿਬ ਇੱਕ ਠਾਕੁਰਾਂ ਦਾ ਡੇਰਾ ਅੱਜ ਵੀ ਹੈਗਾ। ਉੱਥੋਂ ਦਾ ਕੋਈ ਵਿਦਵਾਨ ਸੀ ਸੋਭਾ ਸਿੰਘ, ਉਹਨੇ ਰਾਗਮਾਲਾ ਤੋਂ ਬਿਨਾਂ ਗੁਰੂ ਗ੍ਰੰਥ ਸਾਹਿਬ ਲਿਖਤਾ ਸੀ। ਸਾਰਾ ਪੰਥ ਉਹਦੇ ਤੇ ਨਾਰਾਜ਼ ਹੋਇਆ ਸੀ। ਸੰਗਤ ਨੇ ਅਰਦਾਸ ਕੀਤੀ ਸੀ ਇਹਨੂੰ ਸਜ਼ਾ ਮਿਲੇ, ਤਾਂ ਉਹਦੀ ਫਿਰ ਜ਼ੁਬਾਨ ਬੰਦ ਹੋ ਗਈ ਸੀ। ਫਿਰ ਉਹਨੇ ਮਾਫੀ ਮੰਗੀ ਸੀ, ਦੁਬਾਰਾ ਆਪਣੀ ਭੁੱਲ ਬਖਸ਼ਾਈ ਸੀ, ਫਿਰ ਉਹਦੀ ਜ਼ੁਬਾਨ ਜਿਹੜੀ ਵੱਲ ਹੋਈ ਸੀ। ਇਸੇ ਤਰ੍ਹਾਂ ਬਾਬੂ ਤੇਜਾ ਸਿੰਘ ਭਸੌੜ, ਉਹਨੇ ਵੀ ਰਾਗਮਾਲਾ ਤੋਂ ਬਿਨਾਂ ਸੈਂਚੀਆਂ ਛਾਪੀਆਂ ਸੀ, ਪੋਥੀਆਂ ਛਾਪੀਆਂ ਸੀ। ਹੋਰ ਵੀ ਬੜੀ ਬਾਣੀ ਉਹਨੇ ਵਿੱਚੋਂ ਕੱਢੀ ਸੀ, ਜਿਵੇਂ ਸੁਖਮਣੀ ਸਾਹਿਬ ਦੇ ਵਿੱਚ ਜਿਹੜੀ ਅਸ਼ਟਪਦੀ ਆਉਂਦੀ ਆਪਣੇ ਸਾਧੂਆਂ ਵਾਲੀ, ਉਹ ਵੀ ਉਹਨੇ ਕੱਢ ਦਿੱਤੀ ਸੀ। ਬ੍ਰਹਮ ਗਿਆਨੀਆਂ ਵਾਲੀ ਉਹ ਵੀ ਉਹਨੇ ਕੱਢ ਦਿੱਤੀ ਸੀ। ਤੇ ਜਿਵੇਂ ਭਗਤਾਂ ਦੀ ਬਾਣੀ ਦੇ ਵਿੱਚ ਜਿੱਥੇ ਸਰਗੁਣ ਉਪਾਸਨਾ ਆਉਂਦੀ ਆ, ਸਿੱਖਾਂ 'ਚ ਨਿਰਗੁਣ ਦੀ ਪ੍ਰਧਾਨਤਾ, ਤੇ ਗੁਰੂ ਗ੍ਰੰਥ ਸਾਹਿਬ 'ਚ ਸਰਗੁਣ ਦੀ ਵੀ ਉਪਾਸਨਾ ਥੋੜ੍ਹੀ ਜਿਹੀ ਆਉਂਦੀ ਹੈ। ਜਿਵੇਂ ਤੇਰੇ ਲੰਮੇ ਕੇਸ ਹੈ, ਸੋਹਣਾ ਨੱਕ ਹੈ, ਸੋਹਣੇ ਦੰਦ ਨੇ, ਹਾਥੀ ਵਰਗੀ ਤੇਰੀ ਮਸਤ ਚਾਲ ਹੈ। ਉਹ ਜਿਹੜਾ ਰੂਪ ਹੈ ਉਹ ਫਿਰ ਜਿਹੜਾ ਪੁਰਾਣਾ ਦੇ ਵਿੱਚ ਰੂਪ ਆ ਪਰਮੇਸ਼ਰ ਦਾ ਸਰਗੁਣ, ਉਹਦੇ ਨਾਲ ਜਾ ਕੇ ਰਲ ਜਾਂਦਾ। ਇਹਨੇ ਇਹ ਗੱਲ ਕਹਿ ਕੇ ਕੱਢ ਦਿੱਤੀ ਸੀ ਵੀ ਇਹ ਬਾਹਮਣਵਾਦ ਆ। ਤਾਂ ਇਸ ਤਰ੍ਹਾਂ ਉਹਨੂੰ ਵੀ ਫਿਰ ਪੰਥ ਨੇ ਛੇਕ ਦਿੱਤਾ ਸੀ ਵੀ ਤੂੰ ਕੌਣ ਹੋਵੇਂ ਬਈ, ਤੂੰ ਗੁਰੂ ਸਾਹਿਬ ਨਾਲੋਂ ਜ਼ਿਆਦਾ ਸਿਆਣਾ ਜੰਪਿਆ, ਤੂੰ ਜ਼ਿਆਦਾ ਵੱਡਾ ਸਿੱਖ ਆ ਗੁਰੂ ਗ੍ਰੰਥ ਸਾਹਿਬ ਨਾਲੋਂ। ਕਿਉਂ ਭਗਤ ਬਾਣੀ 'ਚ ਸਰਗੁਣ ਦਾ ਵੀ ਜ਼ਿਕਰ ਆਉਂਦਾ ਨਾ, ਵੀ ਕਿਤੇ ਚਾਰ ਬਾਹਾਂ ਵਾਲਾ ਜਾਂ ਕਿਤੇ ਹੱਥ ਆਪਣੇ ਗਰੁੜ ਤੇ ਬਹਿ ਕੇ ਆਉਂਦਾ, ਆਪਣੇ ਭਗਤ ਦੀ ਰੱਖਿਆ ਕਰਦਾ, ਮਰੀ ਗਾਂ ਜਿਉਂਦੀ ਕਰ ਦਿੰਦਾ। ਤਾਂ ਇੱਦਾਂ ਸਾਰੇ ਨਿਰਗੁਣ ਸਰੂਪ ਵਾਹਿਗੁਰੂ ਦੇ ਨਾਂ ਜਿਹੜੇ ਆਉਂਦੇ ਨੇ। ਆਰਤੀ ਵੀ ਦੋ ਤਰ੍ਹਾਂ ਦੀ ਆਉਂਦੀ ਹੈ। ਇੱਕ ਤੇ ਆਉਂਦੀ ਹੈ ਨਿਰਗੁਣ ਆਰਤੀ, ਨਾਮ ਤੇਰੋ ਦੀਵਾ ਨਾਮ ਤੇਰੋ ਬਾਤੀ ਨਾਮ ਤੇਰੋ ਤੇਲੇ ਮਾਹੇ ਪਸਾਰੇ। ਇੱਕ ਆਉਂਦੀ ਸਰਗੁਣ ਆਰਤੀ, ਵੀ ਥਾਲੀ ਦੇ ਵਿੱਚ ਜੋਤਾਂ ਜਗਾਉਣੀਆਂ। ਉਹ ਅਰਥ ਤਾਂ ਬਦਲ ਕੇ ਕੀਤੇ ਆ, ਪਰ ਉਹ ਗੱਲ ਬਣਦੀ ਨਹੀਂ। ਉਹ ਪਤਾ ਲੱਗ ਜਾਂਦਾ ਵੀ ਇੱਥੇ ਅਰਥ ਆਪ ਬਦਲੇ ਆ। ਤਾਂ ਸਰਗੁਣ ਆਰਤੀ ਵੀ ਮਹਾਰਾਜ ਦੀ ਆਉਂਦੀ, ਧੂਪ ਦੀਪ ਕ੍ਰਿਤ ਸਾਜ। ਸਾਜ ਦਾ ਅਰਥ ਕੀ ਹੁੰਦਾ? ਬਣਾਉਣਾ। ਧੂਪ ਵੀ ਲੈ ਕੇ, ਦੀਵੇ ਆਟੇ ਦੇ ਬਣਾ ਕੇ, ਥਾਲੀ ਸਜਾ ਕੇ, ਧੂਪ ਦੀਪ ਕ੍ਰਿਤ ਸਾਜ ਆਰਤੀ, ਵਾਰਨੇ ਜਾਊਂ ਕਮਲਾਪਤੀ। ਇੱਦਾਂ ਸਰਗੁਣ ਆਰਤੀ ਵੀ ਆਉਂਦੀ ਹੈ। ਪਰ ਜਿਹੜੇ ਸੱਜਣ ਆਪਣੇ ਆਪ ਨੂੰ ਗੁਰੂ ਗ੍ਰੰਥ ਸਾਹਿਬ ਤੋਂ ਜ਼ਿਆਦਾ ਵੱਡਾ ਸਮਝਦੇ ਆ, ਉਹ ਫਿਰ ਘੁਮਾ ਘਮੂ ਕੇ ਅਰਥ ਕਰ ਲੈਂਦੇ, ਪਰ ਸਪਸ਼ਟ ਆਉਂਦੀ ਆ ਵਿੱਚ ਲਿਖਿਆ ਮਹਾਰਾਜ ਨੇ। ਇਸ ਕਰਕੇ ਪ੍ਰਧਾਨਤਾ ਤੇ ਨਿਰਗੁਣ ਸਰੂਪ ਦੀ ਹੈ, ਪਰ ਕਿਤੇ ਕਿਤੇ ਸਰਗੁਣ ਜਿਹੜੇ ਸ਼ਬਦ ਪੁਰਾਣੇ ਗ੍ਰੰਥਾਂ 'ਚ ਵਰਤੇ ਆ, ਰਾਮ ਕ੍ਰਿਸ਼ਨ ਗੋਪਾਲ ਹਰੀ, ਉਹ ਨਾਂ ਸਾਰੇ ਗੁਰੂ ਗ੍ਰੰਥ ਸਾਹਿਬ 'ਚ ਆਉਂਦੇ ਕਾਹਦੇ ਵਾਸਤੇ ਆ? ਵਾਹਿਗੁਰੂ ਵਾਸਤੇ, ਪਰਮੇਸ਼ਰ ਵਾਸਤੇ, ਅਵਤਾਰਾਂ ਵਾਸਤੇ ਨਹੀਂ ਬਈ, ਪਰਮੇਸ਼ਰ ਵਾਸਤੇ ਆਉਂਦੇ ਆ। ਪਰ ਉਹ ਬਾਬੂ ਤੇਜਾ ਸਿੰਘ ਜਿਹੜਾ ਭਸੌੜ ਸੀ, ਉਹ ਕਹਿੰਦਾ ਇਹ ਨਾ ਬਾਹਮਣਵਾਦ ਆ ਗੁਰੂ ਗ੍ਰੰਥ ਸਾਹਿਬ 'ਚ।
ਇਹ ਮੈਂ ਕੱਢਣਾ ਇਹਦੇ ਵਿੱਚੋਂ। ਇਸ ਕਰਕੇ ਉਹਨੇ ਸੁਖਮਨੀ ਸਾਹਿਬ ਦੀਆਂ ਅਸ਼ਟਪਦੀਆਂ ਕੱਢਤੀਆਂ, ਉਹਨੇ ਭਗਤ ਬਾਣੀ ਵੀ ਵਾਹਵਾ ਹੀ ਕੱਢਤੀ, ਤੇ ਜਿੱਥੇ ਨਿਰਗੁਣ ਭਗਤ ਬਾਣੀ ਰੰਗ ਰੂਪ ਰਹਿਤ ਪਰਮੇਸ਼ਰ ਦਾ ਜ਼ਿਕਰ ਆਉਂਦਾ ਉਹ ਉਹਨੇ 19 ਕੁ ਰੱਖੀ ਸੀ, ਉਹਨੂੰ ਵੀ ਪੰਥ ਨੇ ਫਿਰ ਛੇਕ ਦਿੱਤਾ ਸੀ। ਕਿਉਂਕਿ ਗੁਰੂ ਗ੍ਰੰਥ ਸਾਹਿਬ ਨਾਲੋਂ ਜਾਂ ਗੁਰੂ ਸਾਹਿਬ ਨਾਲੋਂ ਜਿਹੜਾ ਆਪਣੇ ਆਪ ਨੂੰ ਕੋਈ ਵੱਧ ਸਿਆਣਾ ਸਮਝੂਗਾ ਉਹਦਾ ਇੱਥੇ ਵੀ ਮੂੰਹ ਕਾਲਾ ਤੇ ਦਰਗਾਹ ਦੇ ਵਿੱਚ ਵੀ ਉਹ ਆਪਦਾ ਮੂੰਹ ਹੀ ਕਾਲਾ ਕਰਾਊਗਾ। ਤਾਂ ਅੱਜ ਦੋ ਸਰੂਪ ਨੇ, ਇੱਕ ਤਾਂ ਭਾਈ ਗੁਰਦਾਸ ਸਾਹਿਬ ਵਾਲਾ, ਉਹ ਪ੍ਰਕਾਸ਼ ਹੁੰਦਾ ਸੀ ਇਸ ਕਰਕੇ ਉਹਦੇ ਬਹੁਤੇ ਉਤਾਰੇ ਹੈ ਨਹੀਂ, ਫਿਰ ਉਹਨਾਂ ਨੂੰ ਧੀਰ ਮਲੀਏ ਲੈ ਗਏ। ਦੂਸਰਾ ਭਾਈ ਬੰਨੋ ਦੇ ਉਤਾਰੇ ਆ, ਜਿੰਨੇ ਵੀ ਉਤਾਰੇ ਆ ਤਕਰੀਬਨ ਭਾਈ ਬੰਨੋ ਸਾਹਿਬ ਦੇ ਹੀ ਆ। ਤੀਸਰਾ ਜਿਹੜਾ ਕਲਗੀਧਰ ਮਹਾਰਾਜ ਨੇ ਆਪਣੇ ਸੁਭਾਏਮਾਨ ਮੁਖ ਤੋਂ ਦਮਦਮਾ ਸਾਹਿਬ ਵਿਖੇ ਉਚਾਰਨ ਕੀਤਾ ਸੀ, ਸੋ ਜਿਹਨੂੰ ਆਪਾਂ ਦਮਦਮੀ ਬੀੜ ਕਹਿੰਦੇ। ਧੰਨ ਭਾਈ ਮਨੀ ਸਿੰਘ ਜੀ ਮਹਾਰਾਜ ਨੇ ਲਿਖਿਆ ਸੀ, ਬਾਬਾ ਦੀਪ ਸਿੰਘ ਜੀ ਨੇ ਉਹਦੇ ਉਤਾਰੇ ਕੀਤੇ ਸੀ, ਨਾਲ ਉਤਾਰਿਆਂ ਦੀ ਸੇਵਾ, ਨਾਲ ਕਲਮਾਂ ਦੀ ਸੇਵਾ ਕੀਤੀ ਸੀ, ਨਾਲ ਸ਼ਾਹੀ ਦੀ ਸੇਵਾ ਕੀਤੀ ਸੀ। ਤਾਂ ਬਾਬਾ ਜੀ ਨੇ ਉਹਦੇ 4 ਉਤਾਰੇ ਕੀਤੇ ਨੇ। ਪੰਜਵਾਂ ਸਰੂਪ ਬਾਬਾ ਦੀਪ ਸਿੰਘ ਜੀ ਨੇ ਅਰਬੀ ਦੇ ਵਿੱਚ ਲਿਖਿਆ ਹੈ, ਚਾਰੇ ਤਖਤਾਂ ਤੇ ਸੁਬੋਧ ਕੀਤਾ ਸੀ ਸਥਾਪਿਤ। ਸੋ ਜਿਹਨੂੰ ਗੁਰਤਾ ਗੱਦੀ ਦਿੱਤੀ ਗਈ ਉਹ ਕਿਹੜਾ ਸਰੂਪ ਆ ਬਈ? ਉਹ ਤਖਤ ਸ੍ਰੀ ਦਮਦਮਾ ਸਾਹਿਬ ਵਾਲਾ ਸਰੂਪ ਹੈ। ਸਰੂਪ ਤਾਂ ਕਰਤਾਰਪੁਰ ਸਾਹਿਬ ਵਾਲਾ ਵੀ ਹੈ, ਪਰ ਜਿਹੜਾ ਕਲਗੀਧਰ ਮਹਾਰਾਜ ਨੇ ਆਪਣੇ ਮੁਖ ਤੋਂ ਉਚਾਰਨ ਕੀਤਾ ਉਹਨੂੰ ਆਪਾਂ ਸਾਰੇ ਕੀ ਕਹਿੰਦੇ ਆ? ਆਗਿਆ ਭਈ ਅਕਾਲ ਕੀ, ਤਵੇ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਦੇਹ। ਸਰਗੁਣ ਰੂਪ ਮੰਨ ਕੇ ਮਹਾਰਾਜ ਦੀ ਉਪਾਸਨਾ ਕਰੇ, ਭੋਗ ਵੀ ਲਵਾਵੇ, ਰੁਮਾਲਾ ਸਾਹਿਬ ਵੀ ਚੜਾਵੇ, ਸਰਦੀ ਗਰਮੀ ਦਾ ਖਿਆਲ ਵੀ ਰੱਖੇ, ਅਦਬ ਵੀ ਕਰੇ, ਚੌਰ ਵੀ ਕਰੇ, ਛਤਰ ਵੀ ਲਾਵੇ। ਇਸ ਤਰ੍ਹਾਂ ਮਹਾਰਾਜ ਦਾ ਪ੍ਰਤੱਖ ਰੂਪ ਜਾਣ ਕੇ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕਰੇ, ਮਾਣ ਕਰੇ, ਭੈ ਕਰੇ, ਅਦਬ ਕਰੇ। ਸੋ ਇਸ ਤਰ੍ਹਾਂ 2 ਗੁਰੂ ਗ੍ਰੰਥ ਪੜ੍ਹੇ ਤੇ ਸੁਣੇ ਜਾਂਦੇ ਸੀ ਉਸ ਸਮੇਂ। ਤੇ ਤੀਸਰਾ ਦਮਦਮਾ ਸਾਹਿਬ ਵਾਲਾ ਸਰੂਪ ਸੁਣਤ ਪੜਤ ਜਿਨ ਹਿਰਦੈ ਬਸਾਈ। ਪਰ ਮੁੱਕਦੀ ਗੱਲ ਇਹ ਆ ਵੀ ਜਿਹੜੇ ਸੁਣ ਕੇ ਪੜ੍ਹ ਕੇ ਆਪਣੇ ਹਿਰਦੇ 'ਚ ਵਸਾਉਣਗੇ ਤਿਨ ਪਰ ਕਵ ਪੁੰਨ ਪੁੰਨ ਬਲ ਜਾਈ। ਉਹਨਾਂ ਤੋਂ ਤੇ ਭਾਈ ਸਾਹਿਬ ਕਹਿੰਦੇ ਅਸੀਂ ਬਲਹਾਰ ਜਾਂਦੇ ਆ, ਕੁਰਬਾਨ ਜਾਂਦੇ ਆ। ਸਾਧ ਸੰਗਤ ਜੀ 5 ਮਿੰਟ ਲੈੜੇ ਪੈਣੇ ਆ। ਮਹਾਤਮ ਜਿਹੜਾ ਨਾ ਉਹ 10 ਲਾਈਨਾਂ ਦਾ ਤੁਹਾਨੂੰ ਹੁਣ ਸੁਣਨਾ ਹੀ ਪੈਣਾ ਹੈ। ਮੈਂ ਤਾਂ ਪਹਿਲਾਂ ਕਿਹਾ ਸੀ 2 ਪ੍ਰਸੰਗ ਨੇ, ਦੋਵੇਂ ਬੜੇ ਵੱਡੇ ਨੇ, ਇਸ ਕਰਕੇ 5 ਮਿੰਟ ਮੈਂ ਬੇਨਤੀ ਕਰੂੰਗਾ ਖਿਮਾ ਦਾ ਜਾਚਕਾਂ ਪ੍ਰਬੰਧਕਾਂ ਤੋਂ। ਹਾਂਜੀ। ਦੋਹਰਾ ਕਿਤਕ ਕਹਿਤ ਹੈ ਗ੍ਰੰਥ ਕੋ ਜਿਲਤ ਬੰਧਾਵਨ ਕਾਜ। ਦੂਸਰਾ ਇਤਿਹਾਸ ਇਸ ਤਰ੍ਹਾਂ ਆਉਂਦਾ ਵੀ ਗੁਰੂ ਗ੍ਰੰਥ ਸਾਹਿਬ ਦੀ ਜਿਲਦ ਬੰਨਣ ਵਾਸਤੇ ਭਾਈ ਬੰਨੋ ਸਾਹਿਬ ਲਾਹੌਰ ਲੈ ਕੇ ਗਏ ਸੀ ਮਹਾਰਾਜ ਦਾ ਸਰੂਪ। ਭੇਜਿਓ ਲਾਪਰ ਨਗਰ ਕੋ ਗੁਰੂ ਗਰੀਬ ਨਵਾਜ। ਮਹਾਰਾਜ ਨੇ ਭਾਈ ਬੰਨੋ ਨੂੰ ਲਾਹੌਰ ਭੇਜਿਆ ਸੀ ਵੀ ਜਿਲਦ ਬਣਾ ਕੇ ਲਿਆ। ਪੁਰਾਣੇ ਸਮੇਂ 'ਚ ਜਿਹੜੀਆਂ ਜਿਲਦਾਂ ਉਹ ਚਮੜੇ ਦੀਆਂ ਵੱਜਦੀਆਂ ਹੁੰਦੀਆਂ ਸੀ, ਲਾਹੌਰ ਬੰਨ੍ਹਦੇ ਸਨ। ਤਹਿ ਆਵਤ ਜਾਤੇ ਲਿਖਿਓ ਬੰਨੋ ਗ੍ਰੰਥ ਦੁਤੀय। ਉੱਥੇ ਆਉਂਦੇ ਜਾਂਦਿਆਂ ਭਾਈ ਬੰਨੋ ਸਾਹਿਬ ਨੇ ਉਤਾਰਾ ਕੀਤਾ ਸੀ ਦੂਸਰੇ ਗੁਰੂ ਗ੍ਰੰਥ ਸਾਹਿਬ ਦਾ। ਮਹਿਮਾ ਸ਼੍ਰੀ ਸਤਿਗੁਰੂ ਕੀ ਸਭ ਵਿਦ ਉੱਤਮ ਥੀय। ਮਹਿਮਾ ਸਤਿਗੁਰੂ ਦੀ ਹਰ ਤਰ੍ਹਾਂ ਹੀ ਉੱਤਮ ਆ, ਕਿਸੇ ਤਰ੍ਹਾਂ ਵੀ ਕਹਿ ਲਓ। ਭਾਈ ਬੰਨੋ ਸਾਹਿਬ ਨੇ ਉਤਾਰਾ ਕੀਤਾ ਸੀ ਜਿਹਨੂੰ ਪੰਥ ਖਾਰੀ ਬੀੜ ਕਹਿੰਦਾ ਹੈ, ਤੇ ਖਾਰੀ ਬੀੜ ਕਹਿ ਕੇ ਪੜ੍ਹਦਾ ਸੁਣਦਾ ਹੈ, ਵਿਚਾਰਦਾ ਹੈ। ਪਰ ਗੁਰੂ ਸਿਰਫ ਦਮਦਮਾ ਸਾਹਿਬ ਵਾਲੇ ਸਰੂਪ ਨੂੰ ਮੰਨਿਆ ਜਾਂਦਾ ਹੈ। ਸਵਈਆ ਸੰਮਤ 1661 ਹੈ ਭਾਦਵ ਕੀ ਸੁਧ ਏਕਮ ਜਾਨੋ। 1601 ਸੰਮਤ ਸੀ, ਭਾਦਰਵ ਦੀ ਸੁਦੀ ਦਾ ਸਮਾਂ ਸੀ, ਏਕਮ ਦਾ। ਗ੍ਰੰਥ ਸਮਾਪਤ ਸ੍ਰੀ ਗੁਰ ਕੀਨ ਮਹਾ ਉਤਸ਼ਾਹ ਗੁਰੂ ਘਰ ਠਾਨੋ। ਭਾਦਰੋ ਸੁਦੀ ਏਕਮ 1601 ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਮਾਪਤੀ ਹੋਈ ਹੈ। ਬੜਾ ਵੱਡਾ ਮਹਾਤਮ ਸਤਿਗੁਰੂ ਨੇ ਆਪਣੀ ਰਸਨਾ ਤੋਂ ਕੀਤਾ ਹੈ, ਬੜਾ ਵੱਡਾ ਉਤਸ਼ਾਹ ਮਹਾਰਾਜ ਨੇ ਕੀਤਾ ਸੀ। ਸੰਗਤ ਦੇਸ਼ ਵਿਦੇਸ਼ਨ ਕੀ ਸੁਣ ਕੇ ਮਨ ਆਨੰਦ ਦੀਰਘ ਮਾਨੋ। ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਸੁਣ ਕੇ ਬੜਾ ਆਨੰਦ ਮੰਨਿਆ ਸੀ। ਦੇਖਣ ਆਵਤ ਭਾਉ ਵਧਾਵਤ ਕੋ ਲਿਖਵਾਵਨ ਕੋ ਹਿਤਵਾਨੋ। ਕੋਈ ਦਰਸ਼ਨ ਕਰਨ ਆਉਂਦਾ, ਕੋਈ ਪ੍ਰੇਮ ਵਧਾਉਂਦਾ, ਕੋਈ ਲਿਖਾਉਂਦਾ ਹਿੱਤ ਦੇ ਨਾਲ ਬਾਣੀ ਨੂੰ।
ਬੰਨੋ ਆਦਿ ਕਹੈ ਸਿੱਖ ਸੰਗਤ ਸ੍ਰੀ ਗੁਰੂ ਬੈਠ ਦੀਵਾਨ ਲਗਾਇਓ। ਭਾਈ ਬੰਨੋ ਤੇ ਜਿੰਨੇ ਬ੍ਰਹਮ ਗਿਆਨੀ ਸਿੱਖ ਸੀ, ਭਾਈ ਅਦਲੀ, ਭਾਈ ਮੰਝ, ਅਨੰਨ ਸੇਵਕ ਭਾਈ ਸਾਲੋ ਸਾਹਿਬ ਵਰਗੇ ਗੁਰਮੁਖ ਪਿਆਰੇ ਸਾਰੇ ਬੈਠੇ ਹਨ। ਸ੍ਰੀ ਹਰਗੋਬਿੰਦ ਪਾਸ ਵਿਰਾਜਿਤ ਚੰਦ ਮਨੋ ਪਰਵਾਰ ਸੁਹਾਇਓ। ਹਰਮੰਦਰ ਸਾਹਿਬ ਦੇ ਵਿੱਚ ਦੀਵਾਨ ਲੱਗਿਆ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਬੈਠੇ ਹਨ ਚੌਂਕੀ ਸਾਹਿਬ ਦੇ ਉੱਤੇ। ਨਾਲ ਮਹਾਰਾਜ ਦੇ ਜਿਵੇਂ ਚੰਦ ਆਪਣੇ ਪਰਿਵਾਰ ਸਮੇਤ ਸ਼ੋਭਦਾ ਹੈ। ਸੀਖ ਲਗੇ ਸਭ ਕੋ ਤਬ ਦੇਵਨ ਸ਼੍ਰੀ ਭਰਿਓ ਬਚਿਓ ਫਰਮਾਇਓ। ਜਿਵੇਂ ਚੰਦਰਮਾ ਤਾਰਿਆਂ ਦੇ ਨਾਲ ਘਿਰਿਆ ਹੋਇਆ ਸ਼ੋਭਦਾ ਹੈ, ਤਾਂ ਫਿਰ ਪੰਜਵੇਂ ਪਾਤਸ਼ਾਹ ਨੇ ਉੱਥੇ ਸਿੱਖਿਆ ਦਿੱਤੀ ਸਾਰਿਆਂ ਨੂੰ, ਤੇ ਕਲਿਆਣ ਦੇ ਨਾਲ ਭਰੇ ਹੋਏ ਬਚਨ ਇਸ ਤਰ੍ਹਾਂ ਕੀਤੇ ਸਨ। ਗ੍ਰੰਥ ਜਹਾਜ ਸੋ ਭੌਜਲ ਕੋ ਤਰ ਜਾਤ ਸੁਖੈਨ ਜਿਨੀ ਚਿਤ ਲਾਇਓ। ਸ੍ਰੀ ਗੁਰੂ ਗ੍ਰੰਥ ਸਾਹਿਬ ਜਹਾਜ਼ ਹੈ, ਜਿਹੜਾ ਵੀ ਇਹਨਾਂ ਨਾਲ ਆਪਣਾ ਚਿੱਤ ਜੋੜੇਗਾ ਉਹ ਬੜਾ ਸੌਖਾ ਹੀ ਇਸ ਸੰਸਾਰ ਚੋਂ ਤਰ ਜਾਇਆ ਕਰੇਗਾ। ਸ੍ਰੀ ਗੁਰ ਕੇਰ ਸਰੀਰ ਜੋ ਸਭ ਥਾਨ ਸਮੈ ਸਭਨਾ ਦਰਸੈ ਹੈ। ਜਿੰਨੇ ਵੀ ਸਰੀਰ ਨੇ ਇਹ ਹਮੇਸ਼ਾ ਨਹੀਂ ਰਹਿੰਦੇ ਹੁੰਦੇ, ਤੇ ਸਰੀਰ ਇੱਕ ਜਗ੍ਹਾ ਤੇ ਹੁੰਦਾ, ਸਾਰੀਆਂ ਥਾਵਾਂ ਤੇ ਨਹੀਂ ਹੁੰਦਾ। ਗ੍ਰੰਥ ਰਿਦਾ ਗੁਰ ਕੋ ਇਹ ਜਾਨੋ ਉਤਮ ਹੈ ਸਭ ਕਾਲ ਰਹਿ ਹੈ। ਪਰ ਗੁਰੂ ਗ੍ਰੰਥ ਸਾਹਿਬ ਸਾਡਾ ਹਿਰਦਾ ਵਾ, ਦਿਲ ਆ, ਇਹ ਹਮੇਸ਼ਾ ਰਹਿਣਗੇ, ਇਹ ਜੁਗੋ ਜੁਗ ਅਟਲ ਰਹਿਣਗੇ। ਇਸ ਕਰਕੇ ਭਾਈ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਸਾਡੇ ਸਰੀਰ ਨਾਲੋਂ ਵੀ ਵੱਧ ਕਰਿਆ ਕਰੋ। ਮੇਰੇ ਸਰੂਪ ਤੇ ਯਾਤੇ ਹੈ ਦੀਰਘ ਸਾਹਿਬ ਜਾਨ ਅਦਾਇਬ ਕਹਿ ਹੈ। ਮੇਰੇ ਸਰੂਪ ਨਾਲੋਂ ਵੀ ਵੱਡਾ ਹੈ, ਦੀਰਘ ਹੈ, ਮਾਲਕ ਜਾਣ ਕੇ ਇਹਨਾਂ ਦਾ ਸਤਿਕਾਰ ਕਰਨਾ। ਪੂਜੋ ਚੰਦਨ ਕੇਸਰ ਕੋ ਕਸ ਧੂਪ ਤੁਖਾਏ ਕੈ ਫੂਲ ਚੜਾਇਆ ਹੈ। ਇਹਨਾਂ ਦੀ ਜਦੋਂ ਪੂਜਾ ਕਰਨੀ ਤਾਂ ਚੰਦਨ ਕੇਸਰ ਦੀ ਵਰਤੋਂ ਕਰਨੀ, ਧੂਪ ਦਿਖਾਉਣੀ ਹੈ ਮਹਾਰਾਜ ਦੇ ਸਤਿਕਾਰ ਵਜੋਂ। ਜੋ ਲਿਖ ਲਏ ਭਲੇ ਤਬ ਸੁਧ ਹੈ ਅੱਖਰ ਸੋ ਲਗ ਕੀ ਚੁਕਸਾਈ। ਜਿੰਨੇ ਇਹਨਾਂ ਦੀ ਕਾਪੀ ਕਰਨੀ ਹੈ ਉਹ ਬੜੀ ਚੁਕਸਾਈ ਦੇ ਨਾਲ ਲਿਖੇ, ਇੱਕ ਵੀ ਅੱਖਰ ਦਾ ਫਰਕ ਨਾ ਪਾਵੇ ਆਪਣੇ ਕੋਲੋਂ। ਪਾਠ ਸਮਸਤ ਕਰੇ ਬੁੱਧ ਸੋ ਪਿਖ ਪੂਰਬ ਕੇ ਸਮ ਲੇਹ ਬਣਾਈ। ਜਿੱਦਾਂ ਦੇ ਪਹਿਲਾਂ ਪਾਠ ਨੇ ਉਦਾਂ ਦੇ ਹੀ ਬਣਾਵੇ ਸਾਰੇ ਬੁੱਧੀ ਨਾਲ। ਆਪ ਤੇ ਘਾਟ ਨਾ ਬਾਦ ਕਰੇ ਜੇ ਕਰੇ ਹੋਏ ਮੂਰਖ ਸੋ ਪਛਤਾਈ। ਜਿਹੜਾ ਆਪਣੇ ਕੋਲੋਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੱਧ ਘੱਟ ਕਰੇਗਾ ਉਹ ਮੂਰਖ ਹੋਵੇਗਾ ਤੇ ਪਛਤਾਵੇਗਾ ਬਾਅਦ ਦੇ ਵਿੱਚ। ਔਰ ਬਣਾਏ ਨਵੋ ਨਾ ਲਿਖੇ ਵਿੱਚ ਕਬ ਰਚੇ ਸੋ ਰਚੋ ਪ੍ਰਿਥਕਾਈ। ਹੋਰ ਕਿਸੇ ਨੇ ਆਪਣੀ ਕਵਿਤਾ ਨਹੀਂ ਇਹਦੇ 'ਚ ਚੜਾਉਣੀ। ਜੇ ਕਿਸੇ ਨੂੰ ਕਵਿਤਾ ਲਿਖਣ ਦਾ ਚਾਅ ਵਾ ਉਹ ਆਪਦੇ ਕਵਿਤਾ ਆਪਦੇ ਵੱਖਰੇ ਲਿਖ ਕੇ ਰੱਖਣ। 14 ਲੋਕ ਤੇ ਹੋਏ ਬਲੀ ਬਲ ਕੋ ਜਰ ਜਾਏ ਹਿਰਦੇ ਮਹਿ ਜੋਈ। ਫਿਰ ਮਹਾਰਾਜ ਨੂੰ ਬੇਨਤੀ ਕੀਤੀ ਹੋਰ ਕਿਹਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਹੋਵੇ, ਤਾਂ ਮਹਾਰਾਜ ਕਹਿੰਦੇ ਜਿਹੜਾ 14 ਲੋਕਾਂ ਵਿੱਚੋਂ ਸਭ ਤੋਂ ਬਲੀ ਹੋਵੇਗਾ, ਜਿਹੜਾ ਅਜਰ ਨੂੰ ਜਰ ਜਾਵੇਗਾ। ਬਈ ਗੁਰਬਾਣੀ ਨਾਲ ਫਿਰ ਕ੍ਰੋਧ ਪੈਦਾ ਹੁੰਦਾ ਨਾ, ਅੰਦਰੋਂ ਵਕਾਰ ਕੱਢਦੀ ਬਾਣੀ। ਜਿਹੜੇ ਜਿਆਦੀ ਬਾਣੀ ਪੜ੍ਹਦੇ ਉਹ ਫਿਰ ਤਪ ਕਰਨ ਕਰਕੇ ਕ੍ਰੋਧ ਵਿੱਚ ਬੜੀ ਛੇਤੀ ਆਉਂਦੇ। ਤਾਂ ਜਿਹੜਾ ਇਸ ਬਾਣੀ ਦੀ ਸ਼ਕਤੀ ਨੂੰ ਜਰ ਜਾਊਗਾ, ਕਰ ਹੁਕਮ ਮਸਤਕ ਹੱਥ ਧਾਰ ਵਿੱਚੋਂ ਮਾਰ ਕੱਢੀਆਂ ਬੁਰਿਆਈਆਂ, ਕਾਮ ਕ੍ਰੋਧ ਨੂੰ ਬਾਹਰ ਕੱਢ ਦੂਗਾ। ਐਸਾ ਅਜਰ ਜਰਨ ਵਾਲਾ 14 ਲੋਕਾਂ 'ਚੋਂ ਬਲੀ ਮਹਾਤਮਾ ਜਿਹੜਾ ਹੋਵੇਗਾ ਉਹਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਚੜ੍ਹੇਗੀ। ਉਹ ਕੌਣ ਹੋਏ ਨੇ? ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ, ਉਹਨਾਂ ਦੀ ਬਾਣੀ ਚੜ੍ਹੇਗੀ ਗੁਰੂ ਗ੍ਰੰਥ ਸਾਹਿਬ 'ਚ। ਸੋਪਕਾਰ ਕੇ ਕਾਰਨ ਕੋ ਸਿਰ ਦੇ ਹੋਏ ਸਮੁਖ ਧੀਰ ਧਰੋਈ। ਤੇ ਜਿਹੜਾ ਧਰਮ ਦੇ ਵਾਸਤੇ ਆਪਣਾ ਸਿਰ ਦਵੇਗਾ, ਸਾਹਮਣੇ ਹੋਵੇਗਾ, ਧੀਰਜ ਧਰੇਗਾ ਤੇ ਧਰਮ ਦੀ ਖਾਤਰ ਆਪਣਾ ਸੀਸ ਭੇਟਾ ਕਰ ਦਵੇਗਾ। ਇਹ ਭਵਿੱਖਬਾਣੀ ਮਹਾਰਾਜ ਨੇ ਕੀਤੀ ਹੈ 9ਵੇਂ ਪਾਤਸ਼ਾਹ ਦੇ ਲਈ। ਆਪਣੀ ਬਾਣੀ ਚੜਾਵੇ ਸੋ ਇੱਕ ਹੋਏ ਇਸੋ ਨਹੀਂ ਦੂਸਰ ਕੋਈ। ਉਹਦੀ ਬਾਣੀ ਚੜ੍ਹੇਗੀ ਗੁਰੂ ਗ੍ਰੰਥ ਸਾਹਿਬ 'ਚ, ਉਹ ਇੱਕ ਹੀ ਹੋਵੇਗਾ, ਦੂਜਾ ਉਹਦੇ ਵਰਗਾ ਨਹੀਂ ਆਵੇਗਾ। ਪੂਜੈ ਇਛ ਧਾਰ ਸੋ ਪੂਜੈ ਸ਼੍ਰੇ ਲਹਿ ਜਮ ਪੀਰ ਨਾ ਹੋਈ। ਸੋ ਇਸ ਕਰਕੇ ਭਾਈ ਜਿਹੜਾ ਵੀ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕਰੇਗਾ, ਪੂਜਨ ਕਰੇਗਾ ਪ੍ਰੇਮ ਦੇ ਨਾਲ, ਉਹਨੂੰ ਸ਼੍ਰੇ ਕਲਿਆਣ ਦੀ ਪ੍ਰਾਪਤੀ ਹੋ, ਮੁਕਤੀ ਦੀ ਪ੍ਰਾਪਤੀ ਹੋ, ਉਹਨੂੰ ਜਮਾਂ ਦੀ ਪੀੜ ਨਹੀਂ ਹੋਵੇਗੀ। ਵੇਦ ਪੁਰਾਣ ਮਹਾਨ ਮਹਾਤਮ ਜਾਹੇ ਬਖਾਨ ਕਰੇ ਸਮੁਦਾਏ। ਜਿਹੜਾ ਵੀ ਵੇਦਾਂ ਪੁਰਾਣਾਂ ਦਾ ਮਹਾਨ ਮਹਾਤਮ ਹੈ ਉਹ ਸਾਰਾ ਹੀ ਨਿਚੋੜ ਕੱਢ ਕੇ ਵਿਖਿਆਨ ਕਰਕੇ। ਅੰਤ ਨਾ ਪਾਵਤ ਸ਼ੇਸ਼ ਨਾ ਸ਼ਾਰਦ ਨੇਤ ਹੀ ਨੇਤ ਸ਼ੇਸ਼ ਬਤਾਏ। ਉਹ ਕੌਣ? ਵਾਹਿਗੁਰੂ ਪਰਮੇਸ਼ਰ ਜੀ ਦਾ ਅੰਤ ਨਹੀਂ ਪਾਉਂਦਾ, ਸ਼ੇਸ਼ ਵੀ ਨਹੀਂ,
ਸ਼ਾਰਦਾ ਵੀ ਜੀ ਦਾ ਅੰਤ ਨਹੀਂ ਪਾਉਂਦੀ। ਨਾਇਤੀ ਕਹਿ ਕੇ ਉਹਨੂੰ ਬੇਅੰਤ ਕਹਿੰਦੇ ਹਨ। ਜੋ ਸਰਬੋਤਮ ਜੋ ਸਰਬਾਸ਼ਰੀ ਤਾਹੀ ਕੇ ਨਾਮ ਇਸੀ ਮਹਿ ਗਾਏ। ਜਿਹੜਾ ਸਭ ਤੋਂ ਉੱਤਮ ਹੈ ਤੇ ਸਭ ਦਾ ਅਧਿਸ਼ਟਾਨ ਰੂਪ ਬ੍ਰਹਮ ਪਰਮੇਸ਼ਰ ਵਾਹਿਗੁਰੂ ਹੈ, ਸਿਰਫ ਉਹਦੇ ਨਾਮ ਗੁਰੂ ਗ੍ਰੰਥ ਸਾਹਿਬ 'ਚ ਰੱਖੇ ਗਏ ਹਨ। ਨਾਮ ਸੋ ਨਾਮੀ ਕੋ ਭੇਦ ਨਹੀਂ, ਇਹ ਮੂਰਤ ਸ੍ਰੀ ਕਰਤਾਰ ਸੁਹਾਏ। ਨਾਮ ਤੇ ਨਾਮੀ 'ਚ ਕੋਈ ਫਰਕ ਨਹੀਂ ਹੁੰਦਾ। ਇਸ ਕਰਕੇ ਗੁਰੂ ਗ੍ਰੰਥ ਸਾਹਿਬ ਨੂੰ ਕੀ ਮੰਨਣਾ ਬਈ? ਗੁਰੂ ਗ੍ਰੰਥ ਸਾਹਿਬ ਨੂੰ ਰੱਬ ਮੰਨਣਾ, ਰੱਬ ਮਹਾਰਾਜ ਦੇ। ਤੇ ਸਾਡੇ ਵਾਲੇ ਭਰਾ ਤੇ ਰੱਬ ਤੋਂ ਗੁਰੂ ਤੋਂ ਕਿਤਾਬ ਬਣਾਉਣ ਨੂੰ ਫਿਰਦੇ। ਇੱਥੇ ਮਹਾਰਾਜ ਕੀ ਕਹਿ ਰਹੇ ਪੰਜਵੇਂ ਪਾਤਸ਼ਾਹ? ਇਹਨਾਂ ਨੂੰ ਕਰਤਾਰ ਦਾ ਰੂਪ ਮੰਨਣਾ, ਪਰਮੇਸ਼ਰ ਵਾਹਿਗੁਰੂ ਤੋਂ ਬਿਨਾ ਇਹਨਾਂ ਨੂੰ ਹੋਰ ਕੁਝ ਨਹੀਂ ਸਮਝਣਾ। ਜੇਤਕ ਗ੍ਰੰਥ ਅਦਾਇਬ ਰਾਖੇ ਤੇਤਕ ਹੀ ਫਲ ਪਾਵੇ ਗੋ। ਜਿੰਨਾ ਤੁਸੀਂ ਸਤਿਕਾਰ ਕਰੋਗੇ ਗੁਰੂ ਗ੍ਰੰਥ ਸਾਹਿਬ ਦਾ, ਪੰਜਵੇਂ ਪਾਤਸ਼ਾਹ ਕਹਿੰਦੇ, ਓਨਾ ਹੀ ਤੁਹਾਨੂੰ ਵੱਡਾ ਫਲ ਪ੍ਰਾਪਤ ਹੋਵੇਗਾ। ਧੂਪ ਥਕਾਏ ਕਸਾਏ ਕੈ ਚੰਦਨ ਕੇਸਰ ਕੋ ਅਰਚਾਵੇ ਗੋ। ਮਹਾਂਪੁਰਖ ਪੰਥ ਰਤਨ ਸਮਾਪਤੀ ਕਰੇ ਦਾਸ, ਜਿੰਨਾ ਸਮਾਂ ਤੁਹਾਡੇ ਤੋਂ ਉਧਾਰ ਲਿਆ ਸੀ ਪੂਰਾ, ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਕਦੀ ਵੀ ਖੱਬਾ ਹੱਥ ਨਹੀਂ ਸੀ ਲਾਉਂਦੇ ਮਹਾਰਾਜ ਨੂੰ। ਮਹਾਂਪੁਰਸ਼ ਆਮ ਲੋਕ ਕਹਿ ਦਿੰਦੇ ਵੀ ਸੰਤ ਦਾ ਕੀ ਫਰਕ ਆ, ਸੰਤ ਦਾ ਤੇ ਇੱਕ ਆਮ ਬੰਦੇ ਦਾ ਕੀ ਫਰਕ ਹੁੰਦਾ। ਤਾਂ ਦਿੱਲੀ ਕੋਈ 20-25 ਲੱਖ ਦਾ ਇਕੱਠ ਹੋਇਆ ਸੀ ਨੌਵੇਂ ਪਾਤਸ਼ਾਹ ਦਾ ਪਵਿੱਤਰ ਇਤਿਹਾਸਕ ਦਿਹਾੜਾ ਮਨਾਉਣ ਵਾਸਤੇ। ਤਾਂ ਜਦੋਂ ਬੀਬੀ ਇੰਦਰਾ ਗਾਂਧੀ ਆਈ, ਉਦੋਂ ਸਾਰੇ ਹੀ ਉੱਠ ਕੇ ਖਲੋ ਗਏ ਸੀ। ਇੱਕ ਹੀ ਬੈਠਾ ਰਿਹਾ, ਉਹ ਕੌਣ ਸੀ? ਸੰਤ ਬਾਬਾ ਕਰਤਾਰ ਸਿੰਘ ਜੀ। ਇਹ ਫਰਕ ਹੁੰਦਾ 20-25 ਲੱਖ ਨਾਲੋਂ ਸੰਤ ਦਾ ਕੀ ਫਰਕ ਹੁੰਦਾ? ਕਈ ਕਹਿੰਦੇ ਨਾ ਫਰਕ ਕੀ ਹੁੰਦਾ ਆਮ ਦੁਨੀਆ ਨਾਲੋਂ, ਉਹ ਦੱਸਦਾ ਪਿਆ ਦਾ। ਇੱਕ ਸੰਤ ਮਹਾਰਾਜ ਜਿਹੜੇ ਸੀ ਉਹ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬੈਠੇ ਰਹੇ ਸੀ, ਤੇ ਫਿਰ ਆਪਣਾ ਸਮਾਂ ਪਹਿਲਾਂ ਕਰਵਾ ਕੇ ਇਹ ਗੱਲ ਬੋਲੀ ਸੀ ਵੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਕੋਈ ਵੀ ਰਾਜਨੀਤਿਕ ਸ਼ਕਤੀ ਵਾਲਾ, ਤਾਕਤ ਵਾਲਾ ਆਵੇ, ਉੱਠ ਕੇ ਸਤਿਕਾਰ ਨਹੀਂ ਕਰੀਦਾ ਹੁੰਦਾ। ਗੁਰੂ ਗ੍ਰੰਥ ਸਾਹਿਬ ਨਾਲੋਂ ਵੱਡਾ ਨਹੀਂ ਆ। ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਕੋਈ ਵੀ ਧਾਰਮਿਕ ਬੰਦਾ ਆਵੇ ਤਾਂ ਸੰਗਤ ਨੂੰ ਉੱਠ ਕੇ ਨਹੀਂ ਖਲੋਣਾ ਚਾਹੀਦਾ। ਜੇ ਤੁਸੀਂ ਸਤਿਕਾਰ ਹੀ ਕਰਨਾ ਤੇ 10 ਬੰਦੇ ਬਾਹਰ ਜਾ ਕੇ ਖਲੋ ਜਾਓ ਬਈ, ਉੱਥੋਂ ਲੈ ਆਓ। ਸੰਗਤ ਕਿਉਂ ਉਠਾਉਂਦੇ ਹੋ? ਸੰਗਤ ਵਿੱਚ ਬੈਠੇ ਹੋਏ ਨਹੀਂ ਉੱਠੀਦਾ ਹੁੰਦਾ। ਐਸੇ ਸਤਿਪੁਰਸ਼ ਜਿੰਨਾ ਕੋਈ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕਰੂਗਾ, ਮਹਾਰਾਜ ਕਹਿੰਦੇ ਓਡਾ ਹੀ ਵੱਡਾ ਫਲ ਉਹਨੂੰ ਜਿਹੜਾ ਹੈ ਉਹ ਪ੍ਰਾਪਤ ਹੋਵੇਗਾ। ਭਾਈ ਸਾਹਿਬ ਭਾਈ ਗੁਰਜੀਤ ਸਿੰਘ ਜੀ ਨੇ ਇੱਕ ਬਚਨ ਸੁਣਾਇਆ ਸੀ ਵੀ ਸੰਤ ਮਹਾਂਪੁਰਸ਼ ਜਿਹੜੇ ਸੀ ਆਪਣੇ 20ਵੀਂ ਸਦੀ ਦੇ ਮਹਾਨ ਜਰਨੈਲ ਸ਼੍ਰੀਮਾਨ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ, ਉਹ ਕਿਤੇ ਤਾਬਿਆ ਗੁਰੂ ਗ੍ਰੰਥ ਸਾਹਿਬ ਦੀ ਕਥਾ ਕਰਦੇ ਸਨ ਤਾਂ ਨਾਲ ਦੇ ਪਾਠ ਕਰਾਉਣ ਵਾਲੇ ਸਿੰਘ ਤੋਂ ਜਿਹੜਾ ਚੌਰ ਸਾਹਿਬ ਸੀ ਉਹ ਭੁੰਜੇ ਲੱਗ ਗਿਆ, ਥੱਲੇ ਲੱਗ ਗਿਆ, ਮੰਨ ਲਓ ਗੋਡਿਆਂ ਨੂੰ ਲੱਗ ਗਿਆ ਜਾਂ ਪੈਰਾਂ ਵਾਲੀ ਥਾਂ ਲੱਗ ਗਿਆ। ਤਾਂ ਸੰਤ ਕਹਿੰਦੇ ਬਈ ਇਹ ਜਿਹੜਾ ਚੌਰ ਹੈ ਹੁਣ ਦੁਬਾਰਾ ਤੁਸੀਂ ਮਹਾਰਾਜ ਤੇ ਨਹੀਂ ਚੜਾਉਣਾ, ਇਹ ਮਹਾਰਾਜ ਦੀ ਸੇਵਾ 'ਚ ਨਹੀਂ ਰੱਖਣਾ ਤੁਸੀਂ। ਤਾਂ ਹੁਣ ਸਿਆਣੇ ਬੰਦੇ ਹੁੰਦੇ ਨੇ, ਉਹ ਕਹਿੰਦੇ ਮਹਾਰਾਜ ਧੋ ਦਿੰਨੇ ਆ ਸਰਫ ਨਾਲ, ਫੇਰ ਤਾਂ ਚੜੂਗਾ ਕਿ ਨਹੀਂ? ਕਹਿੰਦੇ ਨਹੀਂ, ਫੇਰ ਵੀ ਨਹੀਂ ਚੜੂਗਾ, ਇਹਦਾ ਸੰਸਕਾਰ ਹੋਊਗਾ ਤੇ ਨਵਾਂ ਆਊਗਾ ਬਣ ਕੇ, ਅਰਦਾਸ ਕਰਕੇ ਚੜਾਵਾਂਗੇ। ਤਾਂ ਜਿਹੜੇ ਗ੍ਰੰਥੀ ਸਿੰਘ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬਈ ਨੱਕ ਕੰਨ ਪੈਰਾਂ ਗੋਡਿਆਂ ਨੂੰ ਹੱਥ ਲਾਈ ਜਾਂਦੇ, ਤੇ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬੈਠੇ ਮੋਬਾਈਲ ਚਲਾਈ ਜਾਂਦੇ, ਮਾਫ ਕਰਿਓ, ਡਰੋ, ਇਹ ਸਰਾਪ ਬਹੁਤ ਮਾੜਾ ਪੈਂਦਾ। ਜਾਂ ਤੇ ਕੋਈ ਨਸ਼ੇ ਤੇ ਲੱਗਦਾ ਫਿਰ, ਜਾਂ ਕਿਸੇ ਦੀ ਔਲਾਦ ਨਸ਼ਈ ਨਿਕਲਦੀ ਜਾਂ ਮਾਰੀ ਜਾਂਦੀ ਜਾਂ ਬੱਚਾ ਹੀ ਨਹੀਂ ਹੁੰਦਾ, ਤੇ ਜਾਂ ਫਿਰ ਕੋਈ ਇਹੋ ਜਿਹੀ ਬਿਮਾਰੀ ਲੱਗਦੀ ਭਾਵੇਂ ਗ੍ਰੰਥੀ ਕਿਉਂ ਨਾ ਹੋਵੇ, ਥੋੜੇ ਚਿਰ 'ਚ ਕੋਈ 10-12 ਦਾ ਨਿਯਮ ਆ ਨਾ, ਕਾਲਯੁਗ ਆ ਨਾ,
ਸਤਿਯੁਗ ਉਸੇ ਵੇਲੇ ਮਿਲ ਜਾਂਦਾ ਹੁੰਦਾ ਸੀ। ਤ੍ਰੇਤੇ 'ਚ ਥੋੜਾ ਸਮਾਂ ਪੈਣ ਲੱਗ ਪਿਆ, ਮੇਰੇ ਖਿਆਲ ਨਾਲ ਕੋਈ 6 ਮਹੀਨੇ ਦਾ, ਤੇ ਦੁਆਪਰ 'ਚ ਹੋਰ ਸਮਾਂ ਪੈਂਦਾ। ਕਲਯੁਗ ਦੇ ਵਿੱਚ ਜਾਂ ਉਹ ਸੱਜਣ ਜਿਹਨੇ ਗਲਤੀ ਕੀਤੀ ਜਾਂ ਉਹਦੀ ਔਲਾਦ, ਤੇ ਨਹੀਂ ਤੇ ਇੱਕ ਗ੍ਰੰਥ ਦੇ ਵਿੱਚ ਲਿਖਿਆ ਵੀ ਉਹਦਾ ਪੋਤਰਾ ਨਹੀਂ ਸੁੱਕਾ ਜਾਊਗਾ, ਜੇ ਉਹਨੂੰ ਨਾ ਫਲ ਮਿਲਿਆ ਤੇ ਕਹਿੰਦੇ ਆਣ ਕੇ ਕਹਿ ਦੇ। ਇਹ ਕਲਯੁਗ ਆ ਨਾ, ਫਿਰ ਕਾਨੂੰਨ ਬਦਲਦੇ ਰਹਿੰਦੇ ਸਮੇਂ ਮੁਤਾਬਕ, ਤੇ ਜਿੰਨੇ ਕੀਤਾ ਉਹਨੂੰ ਫਲ ਜ਼ਰੂਰ ਮਿਲੇਗਾ। ਇਹਨੂੰ ਕਹਿੰਦੇ ਰੱਬ ਦੀ ਧੱਕ ਹੋਣੀ। ਜਦੋਂ ਤੁਸੀਂ ਮਹਾਰਾਜ ਦੀ, ਆਪਾਂ ਮਹਾਰਾਜ ਦੀ ਹਜ਼ੂਰੀ 'ਚ ਬੈਠੇ ਜਦੋਂ ਗਲਤੀਆਂ ਕਰਦੇ ਤੇ ਫਿਰ ਡਰਦੇ ਵੀ ਨਹੀਂ ਨਾ, ਇਹਨੂੰ ਕਹਿੰਦੇ ਰੱਬ ਦਾ ਸਰਾਫਿਆ, ਪਰਮੇਸ਼ਰ ਦਾ ਸਰਾਫਿਆ ਹੋਇਆ ਵਾ। ਤਾਂ ਮੁਹੰਮਦ ਸਾਹਿਬ ਦੇ ਜੀਵਨ 'ਚ ਇੱਕ ਬੜੀ ਗੱਲ ਆਉਂਦੀ ਵੀ ਕਿਸੇ ਨੇ ਮਰੀ ਹੋਈ ਔਰਤ ਨੂੰ ਕੱਢ ਕੇ ਉਹਦੇ ਨਾਲ ਭੋਗ ਕੀਤਾ, ਤਾਂ ਖੁਦਾ ਨੇ ਕਿਸੇ ਨੂੰ ਸੁਪਨੇ 'ਚ ਆਖਿਆ, ਉਹ ਰਾਜੇ ਨੂੰ ਆਖਿਆ ਵੀ ਉਹਨੂੰ ਜਾ ਕੇ ਮੰਤਰੀ ਬਣਾ ਦੇ। ਕਹਿੰਦੇ ਕਮਾਲ ਹੋ ਗਈ ਬਈ, ਏਡਾ ਪਾਪੀ ਬੰਦਾ ਤੇ ਖੁਦਾ ਤੂੰ ਕਹਿੰਦਾ ਉਹਨੂੰ ਮੰਤਰੀ ਬਣਾ? ਹਾਂ, ਕਹਿੰਦੇ ਉਹਨੂੰ ਮੰਤਰੀ ਬਣਾ ਦੇ। ਉਹ ਕਹਿੰਦੇ ਵੀ ਇਹ ਕੀ ਗੱਲ ਹੋਈ, ਉਹਨੇ ਤੇ ਪਾਪ ਕੀਤਾ, ਉਹ ਮੰਤਰੀ ਬਣ ਗਿਆ। ਤਾਂ ਉਹ ਖੁਦਾ ਦੀ ਭਵਿੱਖਬਾਣੀ ਹੋਈ ਵੀ ਇਹਦਾ ਫੈਸਲਾ ਜਿਹੜਾ ਨਾ, ਉਹ ਮੈਂ ਸੋਚ ਲਿਆ ਵੀ ਇਹਨੂੰ ਹੁਣ ਕੀ ਸਜ਼ਾ ਦੇਣੀ ਆ। ਇਸ ਕਰਕੇ ਇਹਦੇ ਜਿਹੜੇ ਸ਼ੁਭ ਕਰਮ ਆ ਉਹ ਇਹਦੇ ਪਹਿਲਾਂ ਭੁਗਤਾਓ। ਇਸ ਕਰਕੇ ਇਹਨੂੰ ਤੂੰ ਲਿਆ ਕੇ ਆਪਦਾ ਮੰਤਰੀ ਲਾ, ਤੇ ਸਜ਼ਾ ਮੈਂ ਹੁਣ ਦੇਖੂ ਇਹਨੂੰ ਕੀ ਦੇਣੀ। ਇਹਨੂੰ ਹੁਣ ਮੈਂ ਭਾਵ ਬਖਸ਼ਣਾ ਨਹੀਂ ਆ, ਉਹ ਜਿਹੜੀ ਬਖਸ਼ਿਆਂ ਵਾਲੀ ਲੈਣ ਆ ਨਾ ਵੀ ਗਲਤੀ ਕਰੇ ਤੇ ਮਾਫੀ ਮੰਗੇ, ਉਸ ਵਿੱਚ ਨਹੀਂ ਹੁਣ ਇਹਨੂੰ ਸ਼ਾਮਲ ਕਰਨਾ। ਇਹਦਾ ਜਿੰਨਾ ਪੌਣਾ ਇਹਨੂੰ ਭੁਗਤਾਓ ਤੇ ਇਹਨੂੰ ਫਿਰ ਦੇਖਦੇ ਵੀ ਹੁਣ ਕੀ ਸਜ਼ਾ ਦੇਣੀ। ਇਸ ਤਰ੍ਹਾਂ ਦੇ ਬੜੇ ਸੋਹਣੇ ਵਿਚਾਰ। ਤਾਂ ਜੇ ਤੱਕ ਗ੍ਰੰਥ ਅਦਾਇਬ ਰਾਖੈ ਤੇ ਤੱਕ ਹੀ ਫਲ ਪਾਵੇਗੋ। ਸਮਾਂ ਇਜਾਜ਼ਤ ਨਹੀਂ ਦਿੰਦਾ ਅੱਗੇ ਜਾਣ ਦਾ। ਆਪ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਭੁੱਲ ਚੁੱਕ ਦੀ ਖਿਮਾ ਜੀ। ਆਓ ਹੁਣ ਅੱਗੇ ਜਿਵੇਂ ਵੀ ਸੈਕਟਰੀ ਸਾਹਿਬ ਦੱਸਣਗੇ, ਪ੍ਰੋਗਰਾਮ ਜਿਹੜਾ ਹੈ ਸਾਡੇ ਪੰਥ ਦੇ ਮਹਾਨ ਕਵੀਸ਼ਰ, ਮੇਰੇ ਸਤਿਕਾਰਯੋਗ ਇਲਾਕੇ ਤੋਂ ਹੀ, ਜਿਨ੍ਹਾਂ ਨੂੰ ਅਸੀਂ ਨਿੱਕੇ ਹੁੰਦੇ ਬੜੇ ਪ੍ਰੇਮ ਦੇ ਨਾਲ ਸੁਣਦੇ ਰਹੇ ਹਾਂ, ਔਰ ਜਿਨ੍ਹਾਂ ਦਾ ਤਖੱਲਸ ਸੰਗਤ ਜਿਵੇਂ ਮਸਤ ਜੀ ਮਹਿਲਾ ਮਸਤ, ਅੱਛਾ ਚਲੋ ਕੋਈ ਨਹੀਂ, ਵੱਖਰਾ ਜਥਾ ਹੁਣ ਵੱਖਰਾ ਬਣਾ ਲਿਆ, ਚਲੋ ਕੋਈ ਨਹੀਂ, ਚੜ੍ਹਦੀ ਕਲਾ ਹੈ ਤੇ ਉਹੀ ਪੁਰਾਣੇ। ਮੈਂ ਸੋਚਿਆ ਮਸਤ ਜੀ ਦੇ ਨਾਲ ਆਏ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਸਤਿਗੁਰੂ ਇਹਨਾਂ ਤੇ ਕਿਰਪਾ ਕਰੇ, ਬੜੀ ਕਿਰਪਾ ਅੱਗੇ ਵੀ ਪਰਮੇਸ਼ਰ ਦੀ, ਵਾਹਿਗੁਰੂ ਦੀ। ਸੋ ਭੁੱਲ ਚੁੱਕ ਦੀ ਖਿਮਾ ਜੀ। ਮਹਾਂਪੁਰਸ਼ਾਂ ਦੀ ਹਾਜ਼ਰੀ ਸਾਰੀ ਸੰਗਤ ਨੇ ਪ੍ਰਵਾਨ ਕਰਨੀ। ਬੰਬੇ ਗਏ ਸੀ, ਇਸ ਕਰਕੇ ਆ ਨਹੀਂ ਸਕੇ। ਸੋ ਸ਼੍ਰੀਮਾਨ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ, ਲੇਖਾ ਕਤੇ ਨਾ ਛੂਟੀਐ, ਖਿਨ ਖਿਨ ਭੂਲਣ ਹਾਰ, ਬਖਸ਼ਣ ਹਾਰ ਬਖਸ਼ ਲੈ, ਨਾਨਕ ਪਾਰ ਉਤਾਰ। ਜੋ ਸਰਬੋਤਮ ਸੋ ਸਰਬਾਸ਼ਰੀਏ, ਤਾਹੀ ਕੇ ਨਾਮ ਈਸੀ ਮਹਿੰਗਾਏ। ਨਾਮ ਸੋ ਨਾਮੀ ਕੋ ਭੇਦ ਨਹੀਂ, ਇਹ ਮੂਰਤ ਸ਼੍ਰੀ ਕਰਤਾਰ ਸੁਹਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।